काम क्रोध अर लोभ मोह वस करੈ सबੈ बल। सदा सुख मन वसै दुख संसारै खोवै। गुर नव निध दरियाओ जन्म हम कालख तोवै। सुकहो टल गुर सेवियै अहनिस सहज सुभाए। दर्शन परसै गुरु का जन्म मरण दुख जाए। दर्शन परसै गुरु का जन्म मरण दुख जाए। सतनाम श्री वाहिगुरु साहिब जी। महला दूजा। पौन गुरु पाणी पिता माता तरत महत। दिन सुरात दोय दाई दाया खेलै सगल जगत। पौन गुरु पाणी पिता माता तरत महत। दिन सुरात दोय दाई दाया खेलै सगल जगत। चंगियाइयां बुरियाइयां वाचे धर्म हदूर। करमी आपो आपनी के नेड़ै के दूर। जिनी नाम धियाया गए मसक्कत काल। नानक ते मुख उज्जले होर केती छुट्टी नाल। जिनी नाम धियाया गए मसक्कत काल। नानक ते मुख उज्जले होर केती छुट्टी नाल। वाहिगुरु जी का खालसा वाहिगुरु जी की फतेह। सच्चे पातशाह दीना बंधु कृपा दी खान जागदी जोत पतित पावन धन साहिब श्री गुरु ग्रंथ साहिब जी महाराज हजूर दी परम दया सदका चौजी पातशाह जी दे महान पवित्र स्थान तखत सचखंड श्री हजूर श्री अबचल नगर साहिब विखे ये सतसंगत दियां घड़ियां दा सुभाग समा आपां नूं प्राप्त होया है। हजूर दे पवित्र दरबार अंदर अमृत बाणी की लड़ीवार कथा का समा है। प्यार शरदा नाल एकाग्र चित हो के हजूर दा अमृत उपदेश श्रवण करिए। साध संगत जी शांति दे सागर धन गुरु अर्जन देव सच्चे पातशाह जी महाराज
ਹਜੂਰ ਦਾ ਕੱਲ ਨੂੰ ਸ਼ਹੀਦੀ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਕੱਲ ਮਹਾਰਾਜ ਜੀ ਦੇ ਜੀਵਨ ਤੇ ਕਥਾ ਆਰੰਭ ਕੀਤੀ ਸੀਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਗੁਰਿਆਈ ਤਖਤ ਤੇ ਬੈਠ ਕਰਕੇ ਬਹੁਤ ਉੱਤਮ ਢੰਗ ਨਾਲ ਸਿੱਖੀ ਦਾ ਫਲਾਹ ਕੀਤਾ। ਬੜੇ ਹਜੂਰ ਨੇ ਗੁਰਸਿੱਖਾਂ ਨੂੰ ਉੱਤਮ ਨਿਯਮ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੇ। ਦਸਵੰਧ ਦੀ ਮਹਾਰਾਜ ਮਰਿਆਦਾ ਬੰਨੀ। ਵੱਡੇ ਵੱਡੇ ਰਾਜੇ ਸਤਿਗੁਰਾਂ ਜੀ ਦੇ ਸ਼ਰਧਾਲੂ ਹੋਏ। ਸਰੋਵਰ ਦੀ ਕਾਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਪ੍ਰੀਤ ਨਾਲ ਸੰਗਤਾਂ ਨੂੰ ਉਪਦੇਸ਼ ਦੇ ਦੇ ਕੇ ਕਰਵਾਈ। ਬੜਾ ਫਲਾਦੇਸ਼ ਮਹਾਰਾਜ ਜੀ ਨੇ ਕਿਹਾ ਕਿ ਭਾਈ ਜਿਹੜਾ ਅੰਮ੍ਰਿਤ ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਵੇਗਾ, ਬੜਿਆਂ ਨੂੰ ਸਤਿਗੁਰਾਂ ਜੀ ਨੇ ਖਿਤਾਬ ਬਖਸ਼ਿਸ਼ ਕੀਤੇ। ਭਾਈ ਬਹਿਲੋ ਜੀ ਵਰਗੇ, ਭਾਈ ਸ਼ਾਲੋ ਜੀ ਵਰਗੇ, ਭਾਈ ਮੰਝ ਜੀ, ਐਸੇ ਐਸੇ ਬ੍ਰਹਮ ਗਿਆਨੀ ਸਿੱਖ ਸਤਿਗੁਰਾਂ ਜੀ ਨੇ ਪੈਦਾ ਕੀਤੇ। ਹਜੂਰ ਦਾ ਸ਼ੁਭ ਆਨੰਦ ਕਾਰਜ ਜੋ ਮਾਓ ਸਾਹਿਬ ਨਗਰ ਹੈ, ਇੱਥੇ ਸਾਧ ਸੰਗਤ ਜੀ ਸਤਿਕਾਰਯੋਗ ਮਾਤਾ ਗੰਗਾ ਜੀ ਨਾਲ ਹੋਇਆ। ਨਗਰ ਵਾਲਿਆਂ ਨੇ ਹਜੂਰ ਦੀ ਪਰਖ ਕਰਨੀ ਚਾਹੀ। ਉਹ ਮਹਾਰਾਜ ਜੀ ਨੇ ਮੁੱਢ ਦੇ ਸਮੇਤ ਹੀ ਤੂਤ ਪੁੱਟ ਕੇ ਕਿਹਾ ਸੀ ਕਿ ਤੁਹਾਡੀਆਂ ਹੁਣ ਜੜ੍ਹਾਂ ਹੀ ਪੁੱਟੀਆਂ ਗਈਆਂ। ਮਾਫੀ ਮੰਗੀ, ਸਤਿਗੁਰਾਂ ਜੀ ਨੇ ਬਖਸ਼ਿਆ। ਮਾਤਾ ਗੰਗਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬੇਅੰਤ ਖੁਸ਼ੀ ਪ੍ਰਾਪਤ ਕੀਤੀ। ਜਦੋਂ ਪੁੱਤਰ ਦੀ ਜਾਚਨਾ ਕੀਤੀ, ਹਜੂਰ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਕ ਬਾਬਾ ਬੁੱਢਾ ਸਾਹਿਬ ਜੀ ਹੀ ਬਖਸ਼ਿਸ਼ ਕਰਨ ਦੇ ਸਮਰੱਥ ਹੈ। ਭਾਵੇਂ ਸਤਿਗੁਰੂ ਜੀ ਵੇਖੋ ਆਪ ਹਜੂਰ ਸਭ ਦਾਤਾਂ ਸੰਸਾਰ ਨੂੰ ਵੰਡਦੇ ਹੈ, ਪਰ ਆਪਣੇ ਘਰ ਵਿੱਚ ਨਿਯਮ ਦਰੜਾਇਆ ਕਿ ਨਿਮਰਤਾ ਨਾਲ ਹੀ ਦਾਤ ਪ੍ਰਾਪਤ ਹੁੰਦੀ ਹੈ। ਮਾਤਾ ਜੀ ਦਾ ਜਾਣਾ, ਬਾਬਾ ਬੁੱਢਾ ਸਾਹਿਬ ਦਾ ਬਚਨ ਕਰ ਦੇਣਾ, ਫਿਰ ਸਤਿਗੁਰਾਂ ਤੋਂ ਪੁੱਛਣਾ ਢੰਗ, ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਜਾਈਏ। ਤੇ ਮਹਾਰਾਜ ਨੇ ਕਿਹਾ ਕਿ ਗੰਗਾ ਗੁਰੂ ਕੇ ਬਣ ਕੇ ਨਾ ਹੁਣ ਜਾਓ, ਸਿੱਖ ਬਣ ਕੇ ਜਾਓ, ਨਿਮਰਤਾ ਨਾਲ ਜਾਓ। ਫਿਰ ਮਾਤਾ ਗੰਗਾ ਜੀ ਜਦੋਂ ਨਿਮਰਤਾ ਨਾਲ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਮਹਾਰਾਜ ਜੀ ਦੇ 6ਵੇਂ ਸਰੂਪ ਦੇ ਹੋਣ ਦਾ ਅਵਤਾਰ ਧਾਰਨ ਦਾ ਵਰਦਾਨ ਮਾਤਾ ਗੰਗਾ ਜੀ ਨੂੰ ਬਖਸ਼ਿਸ਼ ਕੀਤਾ। ਧਰਮਵੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਆਪ ਜੀ ਦੇ ਗ੍ਰਹਿ ਵਿਖੇ ਵਡਾਲੀ ਨਗਰ ਵਿੱਚ ਹੋਇਆ। ਹਜੂਰ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਉੱਥੇ 6 ਹਲਟਾ ਖੂਹ ਮਹਾਰਾਜ ਜੀ ਨੇ ਲਵਾਇਆ, ਕਿਉਂਕਿ ਉਹ ਭਾਜੜਾਂ ਪੈਣ ਦਾ ਜਿਹੜਾ ਬਚਨ ਬਾਬਾ ਬੁੱਢਾ ਸਾਹਿਬ ਨੇ ਕਰਤਾ ਸੀ, ਸਤਿਗੁਰਾਂ ਨੇ ਉਹ ਵੀ ਸੱਤ ਕੀਤਾ। ਉਹ ਪ੍ਰਿਥੀ ਚੰਦ ਜਦੋਂ ਸੁਲਹੀ ਖਾਨ ਨੂੰ ਚੜਾ ਲਿਆਇਆ ਸੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੋਚਿਆ ਸੀਗਾ ਕਿ ਪ੍ਰਿਥੀ ਚੰਦ ਇਹ ਈਰਖਾ ਕਰਦਾ ਹੈ, ਇਹਨੂੰ ਇਹੀ ਹੈ ਕਿ ਜਿਹੜਾ ਇਹ ਸਾਰਾ ਪ੍ਰਬੰਧ ਮੇਰੇ ਕੋਲ ਹੋਵੇ। ਹਜੂਰ ਛੱਡ ਕੇ ਵਡਾਲੀ ਚਲੇ ਗਏ ਸੀ ਸੱਚੇ ਪਾਤਸ਼ਾਹ। ਤੋ ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਫਿਰ ਅਵਤਾਰ ਹੋਇਆ। ਅੱਜ ਵੀ ਉੱਥੇ ਉਹ 6 ਹਲਟਾ ਜਿਹੜਾ ਮਹਾਰਾਜ ਨੇ ਖੂਹ ਲਵਾਇਆ ਸੀ, ਉਹਦੇ ਨਾਂ ਤੇ ਹੀ ਨਗਰ ਪ੍ਰਸਿੱਧ ਹੋ ਗਿਆ। ਛਿਆਟਾ ਸਾਹਿਬ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ। ਸਤਿਗੁਰਾਂ ਜੀ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ, ਸਾਧ ਸੰਗਤ ਜੀ ਉੱਥੇ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਨਗਰ ਵਸਾਇਆ। ਸਤਿਗੁਰਾਂ ਦਾ ਪਵਿੱਤਰ ਸਥਾਨ ਉੱਥੇ ਵਿਦਿਮਾਨ ਹੈ। ਹਜੂਰ ਰੋਗੀਆਂ ਦੀ, ਕੋੜੀਆਂ ਦੀ ਸੰਭਾਲ, ਜਿਨ੍ਹਾਂ ਨੂੰ ਸੰਸਾਰ ਦੁਤਕਾਰਦਾ ਸੀ, ਦੁਆਦਾਰੂ ਕਰਿਆ ਕਰਦੇ, ਦੁਖੀਆਂ ਦੇ ਸੱਚੇ ਪਾਤਸ਼ਾਹ ਜੀ ਦੁੱਖ ਤੋੜ ਦਿੰਦੇ। ਹਜੂਰ ਨੇ ਜਲੰਧਰ ਦੇ ਨਜ਼ਦੀਕ ਜੋ ਕਰਤਾਰਪੁਰ ਸਾਹਿਬ ਹੈ, ਇਹ ਵੀ ਮਹਾਰਾਜ ਦਾ ਵਸਾਇਆ ਹੋਇਆ ਨਗਰ ਹੈ। ਬੇਅੰਤ ਸਤਿਗੁਰਾਂ ਜੀ ਨੇ ਪਰਉਪਕਾਰ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਹੋ ਜਿਹੇ ਸਾਧ ਸੰਗਤ ਜੀ ਜਿਹੜੇ ਸੀ ਸਿੱਖ ਪੈਦਾ ਕੀਤੇ ਸਮਰੱਥ, ਜਿਨ੍ਹਾਂ ਨੇ ਸੰਸਾਰ ਭਰ ਵਿੱਚ ਵਿਚਰ ਕੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ। ਜ਼ਿਕਰ ਆਉਂਦਾ ਹੈ
कि ਉਹ ਵਜ਼ੀਰ ਖਾਨ ਜਿਹੜਾ ਸੀ ਬੜਾ ਸ਼ਰਧਾਲੂ ਗੁਰੂ ਘਰ ਦਾ ਕਿਵੇਂ ਬਣਿਆ। ਇਹਨੂੰ ਜਲੋਦਰ ਦਾ ਰੋਗ ਹੋਇਆ ਸੀ ਤੇ ਸੁਖਮਨੀ ਸਾਹਿਬ ਦੀ ਬਾਣੀ ਸੁਣਨ ਵਾਲੇ ਨੂੰ ਸ਼ਾਂਤੀ ਆਈ। ਪੁੱਛਿਆ ਸਿੱਖ ਨੂੰ ਜਿਹੜਾ ਦਰਿਆ ਰਾਵੀ ਇਸ਼ਨਾਨ ਕਰਨ ਜਾਂਦਾ ਸੀ ਕਿ ਬਈ ਤੂੰ ਕਿਹੜੀ ਕਲਾਮ ਪੜ੍ਹਦਾ ਹੈ, ਇਹਦੇ ਸੁਣਨ ਨਾਲ ਮੈਨੂੰ ਬੜੀ ਸ਼ਾਂਤੀ ਆਈ ਹੈ। ਸਿੱਖ ਕਿਹਾ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ ਸੁਖਮਨੀ ਸਾਹਿਬ। ਤੇ ਉਹ ਫਿਰ ਕਹਿੰਦਾ ਮੈਨੂੰ ਗੁਰੂ ਸਾਹਿਬ ਦਾ ਦਰਸ਼ਨ ਕਰਾਓ। ਇਹ ਜਦੋਂ ਪਾਲਕੀ 'ਚ ਪਾ ਕੇ ਇਹਨੂੰ ਲੈ ਕੇ ਆਏ, ਸਤਿਗੁਰੂ ਜੀ ਉਦੋਂ 68 ਥੜਾ ਸਾਹਿਬ ਤੇ ਬੈਠੇ ਹੋਏ ਸੀਗੇ ਤੇ ਬੜਾ ਰੋਗ ਨਾਲ ਕੁਰਲਾ ਰਿਹਾ ਸੀ। ਹਜੂਰ ਦਾ ਦਰਸ਼ਨ ਕੀਤਾ ਤੇ ਇਸ ਨੂੰ ਪੀੜ ਤੋਂ ਨਿਜਾਤ ਮਿਲੀ। ਪੇਟ ਫੁੱਲਿਆ ਹੋਇਆ, ਜਲੋਦਰ ਦੇ ਰੋਗ ਨਾਲ ਸਾਰੇ ਸਰੀਰ 'ਚ ਹੀ ਪਾਣੀ ਭਰ ਜਾਂਦਾ, ਪੇਟ ਬਹੁਤ ਜ਼ਿਆਦਾ ਫੁੱਲ ਜਾਂਦਾ ਤੇ ਇਹ ਇਵੇਂ ਹੀ ਪਿਆ ਹੋਇਆ ਤੇ ਹਜੂਰ ਦੇ ਅੱਗੇ ਹੱਥ ਜੋੜੇ ਕਿ ਮਹਾਰਾਜ ਮੇਰੇ ਤੇ ਦਇਆ ਕਰੋ। ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਆਪ ਕਾਰ ਕਰ ਰਹੇ ਸੀ, ਸਿਰ ਤੇ ਟੋਕਰੀ ਚੱਕੀ ਮਿੱਟੀ ਕੱਢ ਰਹੇ ਸੀ ਬਾਬਾ ਬੁੱਢਾ ਸਾਹਿਬ ਜੀ ਆਪ। ਤੇ ਹਜੂਰ ਦੇ ਸਾਹਮਣੇ ਆਉਂਦੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਜਰੇ, ਸਤਿਗੁਰੂ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਇਹਦੇ ਤੇ ਕਿਰਪਾ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਜੀ ਦਾ ਬਚਨ ਤਾਂ ਸੁਣਿਆ ਪਰ ਅੱਗੇ ਨੂੰ ਤੁਰ ਪਏ। ਫਿਰ ਹਜੂਰ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਇਹਦੇ ਤੇ ਕਿਰਪਾ ਕਰੋ। ਤੇ ਬ੍ਰਹਮ ਗਿਆਨੀ ਦੀ ਮੌਜ, ਬਾਬਾ ਬੁੱਢਾ ਸਾਹਿਬ ਨੇ ਉਹ ਮਿੱਟੀ ਦੀ ਭਰੀ ਟੋਕਰੀ ਵਗਾ ਕੇ ਮਾਰੀ ਵਜ਼ੀਰ ਖਾਨ ਦੇ ਢਿੱਡ ਦੇ ਉੱਤੇ। ਉਹ ਸਾਰੀ ਗੰਦ ਬਲਾ ਉਹਦੇ ਅੰਦਰੋਂ ਨਿਕਲ ਗਈ, ਰਾਜੀ ਹੋ ਗਿਆ ਵਜ਼ੀਰ ਖਾਨ। ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਦਿੱਤਾ ਤੇ ਵਜ਼ੀਰ ਖਾਨ ਦਾ ਜਿੱਥੇ ਜਲੋਦਰ ਦਾ ਰੋਗ ਹਟਿਆ, ਮਹਾਰਾਜ ਜੀ ਦਾ ਇੱਕ ਸਿੱਖ ਉਹਨੇ ਪਿਆਰ ਨਾਲ ਆਪਣੇ ਨਾਲ ਰੱਖਿਆ। ਉਹਨੂੰ ਜਿਹੜਾ ਸੀ ਬਹੁਤ ਸਤਿਕਾਰ ਕਰਦਾ ਤੇ ਵਜ਼ੀਰ ਖਾਨ ਨੇ ਉਹਦੇ ਕੋਲੋਂ ਫਿਰ ਸੁਖਮਨੀ ਸਾਹਿਬ ਦੀ ਬਾਣੀ ਸਿੱਖੀ ਤੇ ਆਪ ਸੁਖਮਨੀ ਸਾਹਿਬ ਦਾ ਪਾਠ ਵਜ਼ੀਰ ਖਾਨ ਕਰਦਾ, ਕੜਾਹ ਪ੍ਰਸ਼ਾਦ ਦੀ ਦੇਗ ਰੋਜ਼ ਕਰਾਉਂਦਾ। ਇਹ ਬੜਾ ਸਤਿਗੁਰਾਂ ਜੀ ਦਾ ਸ਼ਰਧਾਲੂ ਹੋਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਬਹੁਤ ਜ਼ਿਆਦਾ ਯਤਨ ਕੀਤੇ ਸੁਲਹੀ ਖਾਨ ਨੂੰ, ਸੁਲੱਭੀ ਖਾਨ ਨੂੰ ਚੜਾਉਣ ਦੇ, ਪਰ ਸਤਿਗੁਰਾਂ ਜੀ ਤੱਕ ਕੋਈ ਵੀ ਪਹੁੰਚ ਨਾ ਸਕਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਇਕੱਤਰ ਕਰਨ ਦਾ ਸਤਿਗੁਰਾਂ ਜੀ ਨੇ ਇਹ ਸਾਧ ਸੰਗਤ ਜੀ ਜਿਸ ਵਾਸਤੇ ਅਵਤਾਰ ਧਾਰਿਆ, ਹਜੂਰ ਨੂੰ ਬਚਪਨ ਵਿੱਚ ਵਰਦਾਨ ਮਿਲੇ ਸੀ ਦੋਹਿਥਾ ਬਾਣੀ ਕਾ ਬੋਹਿਥਾ, ਉਸ ਕਾਰਜ ਨੂੰ ਸਤਿਗੁਰਾਂ ਜੀ ਨੇ ਪੂਰਾ ਕਰਨ ਵਾਸਤੇ ਜਦੋਂ ਸੰਗਤ ਵਿੱਚ ਇਹ ਬਚਨ ਕਹੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਸਾਨੂੰ ਆਗਿਆ ਦਿਓ, ਪਰ ਗਏ ਬਾਬਾ ਮੋਹਨ ਜੀ ਦੀ ਸਮਾਧੀ ਹੀ ਨਾ ਖੁੱਲ ਸਕੇ। ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਗਏ, ਸ਼ਬਦ ਉਚਾਰਿਆ ਗੌੜੀ ਰਾਗ ਵਿੱਚ ਤੇ ਬਾਬਾ ਮੋਹਨ ਜੀ ਦਾ ਸਮਾਧਾ ਖੁੱਲਿਆ। ਸਤਿਗੁਰਾਂ ਜੀ ਦੇ ਚਰਨੀ ਲੱਗੇ। ਮਹਾਰਾਜ ਪੋਥੀਆਂ ਸਾਹਿਬ ਲੈ ਕਰਕੇ ਸੱਚੇ ਪਾਤਸ਼ਾਹ ਜੀ ਆਏ, ਨੰਗੇ ਚਰਨੀ ਚੱਲ ਕੇ ਆਏ, ਚੌਰ ਸਾਹਿਬ ਕਰਦੇ ਹੋਏ ਸਤਿਗੁਰੂ ਜੀ ਆਏ। 68 ਥੜਾ ਸਾਹਿਬ ਤੇ ਪੋਥੀਆਂ ਸਾਹਿਬ ਬਿਰਾਜਮਾਨ ਕੀਤੀਆਂ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਆਗਿਆ ਕੀਤੀ ਕਿ ਤੁਸੀਂ ਸੰਗਤਾਂ ਨੂੰ ਸਾਡੇ ਸੁਦਰਸ਼ ਉਪਦੇਸ਼ ਦਿਆ ਕਰੋ। ਜਿੰਨਾ ਚਿਰ ਅਸੀਂ ਬਾਣੀ ਹੁਣ ਲਿਖਾਉਨੇ ਆ ਉਹਨਾਂ ਚਿਰ ਸਾਡੇ ਤੱਕ ਕੋਈ ਪਹੁੰਚ ਨਾ ਕਰੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਜੋ ਰਾਮਸਰ ਸਾਹਿਬ ਪਵਿੱਤਰ ਸਥਾਨ ਹੈ ਅੰਮ੍ਰਿਤਸਰ ਸਾਹਿਬ ਦੇ ਅੰਦਰ, ਇੱਥੇ ਸਤਿਗੁਰਾਂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਸਰੂਪ ਸੀ ਇਹ ਮਹਾਰਾਜ ਲਿਖਵਾਇਆ। ਇਹ ਤਵਾਰੀਖ ਨੇ ਜ਼ਿਕਰ ਕੀਤਾ ਹੈ ਕਿ ਅਕਬਰ ਦਾ ਵੀ ਸ਼ਾਸਨ ਕਾਲ ਹਜੂਰ ਦੇ ਸਮੇਂ ਤੱਕ ਥੋੜਾ ਸਮਾਂ ਰਿਹਾ ਹੈ, ਫਿਰ ਜਹਾਂਗੀਰ ਦਾ ਸ਼ਾਸਨ ਕਾਲ ਆਇਆ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਣੀ ਮਹਾਰਾਜ ਜੀ ਲਿਖਵਾਉਂਦੇ ਸੀਗੇ, ਕਹਿੰਦੇ ਹੈ ਕਿ ਅਕਬਰ ਦੇ ਕੋਲ ਵੀ ਚੁਗਲਖੋਰਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਸੀ ਮਹਾਰਾਜ ਦੀ ਬਾਬਤ, ਕਿ ਕਿਉਂਕਿ ਪ੍ਰਿਥੀ ਚੰਦ ਜੀ ਮਹਾਰਾਜ ਦੇ ਉਲਟ ਹੋ ਚੁੱਕਾ ਸੀਗਾ। ਹੁਣ ਜਦੋਂ ਘਰੋਂ ਹੀ ਵੈਰ ਕਰ ਰਿਹਾ ਸੀ ਬਹੁਤ ਜ਼ਿਆਦਾ, ਜਿੰਨਾ ਵੈਰ ਪ੍ਰਿਥੀ ਚੰਦ ਨੇ ਕੀਤਾ ਇਹ ਬਹੁਤ ਤਵਸਬੀ ਹੋਇਆ।
ਸੱਚੇ ਪਾਤਸ਼ਾਹ ਤਾਂ ਬਹੁਤ ਨਿਮਰਤਾ ਨਾਲ ਬੜੀ ਵਾਰ ਪ੍ਰਿਥੀ ਚੰਦ ਨੂੰ ਕਿਹਾ, ਜੋ ਚਾਹੀਦਾ ਭਰਾਤਾ ਜੀ ਤੁਸੀਂ ਲਓ, ਅਸੀਂ ਤੁਹਾਡੀ ਆਗਿਆ ਵਿੱਚ ਚੱਲਾਂਗੇ। ਪਰ ਪ੍ਰਿਥੀ ਚੰਦ ਸਦਾ ਸਤਿਗੁਰਾਂ ਜੀ ਨਾਲ ਵੈਰ ਕਮਾਇਆ। ਤੇ ਜਦੋਂ ਇਹ ਚੁਗਲਖੋਰਾਂ ਨੇ ਕਹਿੰਦੇ ਅਕਬਰ ਦੇ ਕੰਨ ਭਰੇ, ਤੇ ਇਹ ਅਕਬਰ ਜਿਹੜਾ ਸੀਗਾ ਕਸ਼ਮੀਰ ਨੂੰ ਜਾਂਦਾ ਹੋਇਆ ਬਟਾਲੇ ਰੁਕਿਆ। ਤੇ ਇਹਨੇ ਫਿਰ ਕਿਹਾ ਕਿ ਗੁਰੂ ਮਹਾਰਾਜ ਸਾਹਿਬ ਜੀ ਨੂੰ ਕਹੋ ਕਿ ਜਿਹੜੀ ਬਾਣੀ ਉਹਨਾਂ ਰਚੀ ਹੈ ਉਹ ਲੈ ਕੇ ਇੱਥੇ ਬਟਾਲੇ ਆਉਣ ਤੇ ਮੈਂ ਇੱਥੇ ਸੁਣਾਂਗਾ ਤੇ ਫਿਰ ਕੋਈ ਨਿਰਣਾ ਕਰਾਂਗੇ। ਗੁਰੂ ਸਾਹਿਬ ਜੀ ਆਪ ਤਾਂ ਆਏ ਨਹੀਂ। ਸੱਚੇ ਪਾਤਸ਼ਾਹ ਨੇ ਫਿਰ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਨੇ, ਗੁਰੂ ਮਹਾਰਾਜ ਨੇ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਰਕੇ ਫਿਰ ਸਤਿਗੁਰਾਂ ਜੀ ਨੇ ਭੇਜਿਆ। ਇੱਥੇ ਜਦੋਂ ਬਾਦਸ਼ਾਹ ਅਕਬਰ ਨੇ ਉਹ ਚੁਗਲਖੋਰ ਕਹਿੰਦੇ ਜੀ ਇਸਲਾਮ ਦੀ ਤੋਹੀਨ ਲਿਖੀ ਹੋਈ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਸਾਡੇ ਧਰਮ ਦੇ ਉਲਟ ਲਿਖਿਆ ਹੋਇਆ ਹੈ। ਜਦੋਂ ਫਿਰ ਕਹਿੰਦੇ ਹੈ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ, ਅਕਬਰ ਨੇ ਕਿਹਾ ਪੜੋ, ਤੇ ਸ਼ਬਦ ਆਇਆ ਹੈ ਅੱਲਾਹ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਜਦੋਂ ਇਹ ਆਇਆ ਤੇ ਅਕਬਰ ਉਸ ਸਮੇਂ ਬਹੁਤ ਜ਼ਿਆਦਾ ਹੈਰਾਨ ਹੋਇਆ। ਤੇ ਫਿਰ ਉਹ ਚੁਗਲਖੋਰਾਂ ਨੂੰ ਫਿਰ ਨਾ ਠੰਡ ਪਈ। ਕਹਿੰਦੇ ਇਹ ਨਾ ਬਾਦਸ਼ਾਹ ਸਲਾਮਤ ਤੁਹਾਨੂੰ ਸੁਣਾਉਣ ਲਈ ਇਹਨਾਂ ਪਹਿਲਾਂ ਹੀ ਕੱਢੇ ਹੋਏ ਸ਼ਬਦ ਸੀਗੇ, ਹੋਰ ਥਾਈਂ ਸੁਣੋ। ਜਦੋਂ ਅਕਬਰ ਨੇ ਕਿਹਾ ਵੀ ਇੰਨੇ ਅੰਗ ਪਲਟ ਕੇ ਫਿਰ ਸੁਣਾਓ, ਤੇ ਫਿਰ ਆਇਆ ਖਾਕ ਨੂਰ ਕਰਦੰ ਆਲਮ ਦੁਨੀਆਏ ਬੰਦੇ ਚਸ਼ਮ ਦੀਦੰ ਫਨਾਏ। ਅਕਬਰ ਦੇ ਮੂੰਹੋਂ ਇਹ ਸ਼ਬਦ ਨਿਕਲੇ ਸੁਭਾਨ ਅੱਲਾ ਸੁਭਾਨ ਅੱਲਾ। ਚੁਗਲਖੋਰ ਚੁੱਪ ਕਰ ਗਏ ਉੱਥੇ। ਜਦੋਂ ਅਕਬਰ ਨੇ ਜਾਣ ਲਿਆ ਕਿ ਇਹਦੇ ਵਿੱਚ ਕੇਵਲ ਤੇ ਕੇਵਲ ਸੱਚ ਦੀ ਤੇ ਖੁਦਾ ਦੀ ਗੱਲ ਕੀਤੀ ਹੋਈ ਹੈ, ਅਕਬਰ ਨੇ ਸਿਜਦਾ ਕੀਤਾ। ਉਸ ਸਮੇਂ ਬਹੁਤ ਮੋਹਰਾਂ ਅਸ਼ਰਫੀਆਂ ਭੇਟ ਕੀਤੀਆਂ ਤੇ ਆਪ ਉਹ ਕਸ਼ਮੀਰ ਨੂੰ ਚਲਿਆ ਗਿਆ। ਇੱਕ ਵਾਰੀ ਫਿਰ ਜਦੋਂ ਕਹਿੰਦੇ ਕਾਬਲ ਤੋਂ ਪਰਤਦਾ ਹੋਇਆ ਅਕਬਰ ਅੰਮ੍ਰਿਤਸਰ ਸਾਹਿਬ ਰੁਕਿਆ ਕਰਕੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਦਰਸ਼ਨ ਕੀਤਾ, ਬਹੁਤ ਇਹਦਾ ਮਨ ਜਿਹੜਾ ਸੀ ਪ੍ਰਭਾਵਿਤ ਹੋਇਆ, ਕਿਉਂਕਿ ਇਹਨ ਗੋਇੰਦਵਾਲ ਸਾਹਿਬ ਦੇ ਲੰਗਰ ਦਾ ਦਰਸ਼ਨ ਕੀਤਾ ਸੀ। ਜਿਸ ਸਮੇਂ ਉਹਨੇ ਵੇਖਿਆ ਕਿ ਇੱਥੇ ਤਾਂ ਸਾਰੇ ਗਰੀਬ ਗੁਰਬੇ ਲੰਗਰ ਛਕ ਰਹੇ ਆ, ਉਹ ਸਮਾਂ ਕਹਿੰਦੇ ਉਦੋਂ ਕਾਲ ਪਿਆ ਹੋਇਆ ਸੀਗਾ, ਤੇ ਪਰ ਗੁਰੂ ਕਾ ਲੰਗਰ ਅਟੁੱਟ ਚੱਲ ਰਿਹਾ ਸੀ। ਅਕਬਰ ਬਹੁਤ ਪ੍ਰਭਾਵਿਤ ਹੋਇਆ ਕਿ ਇੱਥੇ ਤਾਂ ਗਰੀਬ ਲੋਕ ਜਿਹੜੇ ਆ ਉਹ ਲੰਗਰ ਪਾ ਰਹੇ ਆ। ਅੱਜ ਵੀ ਸਾਧ ਸੰਗਤ ਜੀ ਕਈ ਤਵਸਬੀ ਜਿਹੜੇ ਆ ਉਹ ਦਰਬਾਰ ਸਾਹਿਬ ਦੀ ਨਿੰਦਾ ਨਹੀਂ ਕਰਨੋਂ ਹਟਦੇ। ਕੋਈ ਐਸਾ ਸੀਗਾ ਉਹ ਸਿੱਖ ਵਿਰੋਧੀਆਂ ਦੇ ਢਹਿ ਚੜਿਆ ਹੋਇਆ, ਜਦੋਂ ਆਪ ਆ ਕੇ ਉਹਨੇ ਵੇਖਿਆ ਤੇ ਫਿਰ ਬਹੁਤ ਜ਼ਿਆਦਾ ਉਸਨੇ ਜਿਹੜਾ ਸੀ ਤਰਕਾਰ ਪਾਈ। ਕਹਿੰਦੇ ਭਾਈ ਇਸ ਘਰ ਦੀ ਨਿੰਦਾ ਕਰਨ ਵਾਲਾ ਮਹਾ ਪਾਪੀ ਹੈ। ਇੱਥੇ ਤਾਂ ਬਿਨਾਂ ਭੇਦ ਭਾਵ ਦੇ ਸਭ ਨੂੰ ਹੀ ਲੰਗਰ ਮਿਲਦਾ ਹੈ, ਬਿਨਾਂ ਭੇਦ ਭਾਵ ਦੇ ਜਿਹੜਾ ਮਰਜ਼ੀ ਆ ਕੇ ਮੱਥਾ ਟੇਕ ਸਕਦਾ ਹੈ, ਸਭ ਨੂੰ ਇੱਥੇ ਅਧਿਕਾਰ ਹੈ ਸਰੋਵਰ ਵਿੱਚ ਇਸ਼ਨਾਨ ਕਰਨ ਦਾ, ਲੰਗਰ ਛਕਣ ਦਾ। ਜਿਹੜਾ ਇਸ ਘਰ ਦੀ ਨਿੰਦਾ ਕਰਦਾ ਹੈ ਉਹ ਤਾਂ ਪਰਮੇਸ਼ਰ ਦੇ ਹੀ ਵੱਲੋਂ ਮਾਰਿਆ ਹੋਇਆ ਹੈ। ਤੇ ਬਹੁਤ ਉਹਨੇ ਜਿਹੜੇ ਵਿਰੋਧੀ ਸੀਗੇ ਜਿਨ੍ਹਾਂ ਵਿੱਚ ਕਦੇ ਆਪ ਰਲਿਆ ਫਿਰਦਾ ਸੀ, ਬਹੁਤ ਸਾਰੀਆਂ ਗੱਲਾਂ ਕਹੀਆਂ। ਇਉਂ ਅਕਬਰ ਨੇ ਜਦੋਂ ਮਹਾਰਾਜ ਸਾਹਿਬ ਜੀ ਦੇ ਸਿੱਖਾਂ ਦਾ ਲਿਬਾਸ ਵੇਖਿਆ, ਉਹਨਾਂ ਦੀ ਰਹਿਣੀ ਵੇਖੀ, ਦੇਵਤਿਆਂ ਵਰਗੀਆਂ ਸਮਾਧੀਆਂ ਲਾਉਂਦੇ ਸਿੱਖ ਮਹਾਰਾਜ ਦੇ ਹਜ਼ੂਰ ਬੈਠੇ ਵੇਖੇ, ਤੇ ਜਦੋਂ ਗੁਰਬਾਣੀ ਦੇ ਸ਼ਬਦ ਸੁਣੇ ਅਕਬਰ ਨੇ ਬਹੁਤ ਪ੍ਰਭਾਵਿਤ ਹੋਇਆ। ਇਹਨ ਫਿਰ ਜਿਹੜਾ ਮਾਮਲਾ ਸੀ ਨਾ 12 ਪਿੰਡਾਂ ਦਾ ਪਟਾ, ਭਾਵੇਂ ਕਿ ਉਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਵਕਤ ਇਸ ਨੇ ਇਹ ਭੇਟ ਕੀਤੀ ਸੀ ਜ਼ਗੀਰ। ਜਦੋਂ ਇਹ ਮਾਮਲਾ ਲਾਉਣ ਲੱਗਾ ਤੇ ਹਜ਼ੂਰ ਨੇ ਕਿਹਾ ਬਈ ਸਾਨੂੰ ਇਹਦੀ ਇੱਛਾ ਨਹੀਂ ਬਾਦਸ਼ਾਹ, ਤੂੰ ਆਪਣੀ ਪ੍ਰਜਾ ਦੀ ਪ੍ਰਤਪਾਲਣਾ ਕਰ, ਇਹੀ ਗੁਰੂ ਘਰ ਦੀ ਸੇਵਾ ਹੈ। ਕਹਿੰਦਾ ਹਜ਼ੂਰ ਹੁਕਮ ਕਰੋ। ਸਤਿਗੁਰੂ ਜੀ ਕਹਿੰਦੇ ਇਸ ਸਮੇਂ ਕਾਲ ਪਿਆ ਹੈ ਤੇ ਸਾਰਾ ਹੀ ਮਾਮਲਾ ਜਿਹੜਾ ਮਾਫ ਕਰ ਦੇ। ਇਹ ਅਕਬਰ ਨੇ ਸਤਿਗੁਰਾਂ ਜੀ ਦੇ ਫਿਰ ਕਹੇ ਜਿੰਨਾ ਟੈਕਸ ਸੀ ਮਾਮਲਾ ਸੀ ਸਾਰਾ ਪੰਜਾਬ ਦਾ ਮਾਫ ਕੀਤਾ। ਇਹ ਜਿਹੜੇ ਚੁਗਲਖੋਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ। ਸਤਿਗੁਰੂ ਜੀ ਦੀ ਏਡੀ ਮਹਿਮਾ ਹੋਈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ। ਜਦੋਂ ਫਿਰ ਸਾਧ ਸੰਗਤ ਜੀ ਉਹ ਸਮਾਂ ਕਾਲ ਸੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਹਾਰਾਜ ਨੇ ਜਦੋਂ ਹਜ਼ੂਰ ਨੇ ਪਵਿੱਤਰ ਸਰੂਪ ਤਿਆਰ ਕੀਤਾ, ਤੇ ਭਾਵੇਂ ਕਿ ਮੌਕੇ ਤੇ ਕਾਨੇ ਵਰਗੇ ਹੋਰ ਵੀ ਆਏ,
महाराज ने ਇਹਦੇ ਵਿੱਚ ਜਿਨ੍ਹਾਂ ਦਾ ਸੁਰਤਾ ਬ੍ਰਹਮ ਨਾਲ ਜੁੜ ਚੁੱਕਾ ਸੀ ਉਹਨਾਂ ਭਗਤਾਂ ਦੀ ਬਾਣੀ ਮਹਾਰਾਜ ਦਰਜ ਕੀਤੀ ਸੱਚੇ ਪਾਤਸ਼ਾਹ ਜੀ ਨੇ। ਸੂਰਦਾਸ ਜੀ ਵਰਗਿਆਂ ਵੀ ਆਪਣੀ ਹਾਜ਼ਰੀ ਲਵਾਈ, ਪਰ ਜਿਨ੍ਹਾਂ ਦੀ ਕੋਈ ਕਵਿਤਾ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਆਸ਼ੇ ਨਾਲ ਮੇਲ ਨਹੀਂ ਖਾਂਦੀ ਉਹ ਨਹੀਂ ਮਹਾਰਾਜ ਦਰਜ ਕੀਤੀ ਸੱਚੇ ਪਾਤਸ਼ਾਹ ਨੇ। ਫਿਰ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਹ ਕਿੱਥੇ ਕਰੀਏ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਮਹਾਰਾਜ ਸ਼੍ਰੀ ਹਰਿਮੰਦਰ ਸਾਹਿਬ ਤੋਂ ਉੱਤਮ ਹੋਰ ਕਿਹੜੀ ਜਗ੍ਹਾ ਕਿਹੜਾ ਸਥਾਨ ਹੈ। ਤੋ ਤਿਆਰਾ ਕੀਤਾ। ਫਿਰ ਸਤਿਗੁਰਾਂ ਜੀ ਨੇ ਜਦੋਂ ਗੁਰੂ ਸਾਹਿਬ ਦੀ ਸਵਾਰੀ ਲੈਣੀ ਸੀ ਉਦੋਂ ਵੀ ਕਿਹਾ ਕਿ ਭਾਈ ਜਿਹਦਾ ਸ਼ੀਸ਼ ਸਭ ਤੋਂ ਪਵਿੱਤਰ ਹੈ ਗੁਰੂ ਸਾਹਿਬ ਦੀ ਸਵਾਰੀ ਲਵੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਅੱਗੇ ਹੋ ਕੇ ਮਹਾਰਾਜ ਤੁਹਾਡੇ ਤੋਂ ਸ਼ੀਸ਼ ਕਿਹਦਾ ਪਵਿੱਤਰ ਹੋ ਸਕਦਾ ਹੈ। ਤੇ ਫਿਰ ਹਜੂਰ ਨੇ ਸੇਵਾ ਦੀ ਮਹਿਮਾ ਜਣਾਉਂਦਿਆਂ ਹੋਇਆਂ ਕਿਹਾ ਬਾਬਾ ਬੁੱਢਾ ਸਾਹਿਬ ਜੀ ਸਾਡੇ ਨਾਲੋਂ ਵੀ ਤੁਹਾਡਾ ਸ਼ੀਸ਼ ਪਵਿੱਤਰ ਹੈ। ਮਹਾਰਾਜ ਉਹ ਕਿਵੇਂ ਹੈ? ਸਤਿਗੁਰਾਂ ਜੀ ਨੇ ਕਿਹਾ ਸਾਡੇ ਸ਼ੀਸ਼ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਨਹੀਂ ਪਰਸਿਆ ਹੈ, ਤੁਹਾਡੇ ਸ਼ੀਸ਼ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ ਹੈ, ਗੁਰੂ ਅੰਗਦ ਸਾਹਿਬ ਦੇ ਚਰਨ ਪਰਸੇ ਹੈ, ਇਸ ਕਰਕੇ ਤੁਹਾਡਾ ਸ਼ੀਸ਼ ਸਭ ਤੋਂ ਪਵਿੱਤਰ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ। ਸੱਚੇ ਪਾਤਸ਼ਾਹ ਜੀ ਆਪ ਚੌਰ ਕਰਦੇ ਐ, ਭਾਈ ਗੁਰਦਾਸ ਸਾਹਿਬ ਜੀ ਛਤਰ ਚਲਾਉਂਦੇ ਐ। ਬਾਣੀ ਦੀ ਕਿੱਡੀ ਵੱਡੀ ਮਹਿਮਾ ਮਹਾਰਾਜ ਨੇ ਆਪ ਪ੍ਰਗਟਾਈ ਹੈ ਸੱਚੇ ਪਾਤਸ਼ਾਹ ਜੀ ਨੇ। ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਬਿਆ ਆਪ ਵੀ ਬਹਿ ਸਕਦੇ ਸੀ ਨਾ, ਪਰ ਮਹਾਰਾਜ ਨਹੀਂ ਬੈਠੇ ਕਿ ਸਿੱਖ ਭਾਵਨਾ ਕਰਨਗੇ ਸਾਡੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਜਦੋਂ ਇਹ ਵੀ ਸ਼ਬਦ ਕਹਿ ਦਿੱਤੇ ਸੀ ਨਾ ਕਿ ਪੋਥੀ ਪਰਮੇਸ਼ਰ ਕਾ ਥਾਨ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਫਿਰ ਪੁੱਛਿਆ ਕੀ ਆਗਿਆ ਹੈ, ਬਾਬਾ ਬੁੱਢਾ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ ਲੈ ਆਵਾਜ਼ ਬੁੱਢਾ ਤਬ ਬੋਲਾ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਹ ਸੂਹੀ ਰਾਗ ਦਾ ਸ਼੍ਰੀ ਮੁਖਵਾਕ ਲਿਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹ ਸ਼੍ਰੀ ਮੁਖਵਾਕ ਲਿਆ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਸੰਗਤ ਵਿੱਚ ਗਰੀਬ ਨਵਾਜ ਬੈਠਦੇ। ਅਦੁੱਤੀ ਮਹਾਰਾਜ ਨੇ ਕੀਰਤਨ ਦੀ ਮਰਿਆਦਾ ਚਲਾਈ, ਜਿਹੜੀ ਕਦੇ ਸਾਧ ਸੰਗਤ ਜੀ ਉਹ ਸੱਤਾ ਤੇ ਬਲਵੰਡਾ ਮਰਾਸ਼ੀ ਸੀ, ਕਹਿੰਦੇ ਕਿ ਸਾਡੇ ਤੋਂ ਬਿਨਾਂ ਕੌਣ ਕੀਰਤਨ ਕਰੇਗਾ। ਜਦੋਂ ਆਫਰ ਗਏ ਤਾਂ ਸਤਿਗੁਰਾਂ ਨੇ ਆਪ ਦੇ ਸਿੱਖਾਂ ਨੂੰ ਹੀ ਦਾਤ ਬਖਸ਼ ਦਿੱਤੀ। ਆਪ ਮਹਾਰਾਜ ਸਰੰਦਾ ਪਕੜਿਆ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨਾਲ ਲੈ ਕੇ ਸਤਿਗੁਰਾਂ ਜੀ ਨੇ ਕੀਰਤਨ ਕੀਤਾ। ਆਖਿਆ ਅੱਜ ਤੋਂ ਸਾਡੇ ਸਿੱਖ ਬਾਣੀ ਦਾ ਕੀਰਤਨ ਕਰਿਆ ਕਰਨਗੇ। ਭਾਵੇਂ ਸੱਤੇ ਬਲਵੰਡੇ ਨੂੰ ਸਤਿਗੁਰਾਂ ਜੀ ਨੇ ਵੇਖੋ ਬਖਸ਼ਿਆ ਵੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਭਾਈ ਲੱਦਾ ਪਰਉਪਕਾਰੀ ਲਾਹੌਰ ਦੇ ਰਹਿਣ ਵਾਲਿਆਂ ਨੇ ਚਰਨੀ ਲਾਇਆ ਤੇ ਸਤਿਗੁਰਾਂ ਜੀ ਨੇ ਫਿਰ ਸਿੱਖ ਦੇ ਬੇਨਤੀ ਕਰਨ ਤੋਂ ਇਹਨਾਂ ਨੂੰ ਕੇਵਲ ਬਖਸ਼ਿਆ ਨਹੀਂ। ਮਹਾਰਾਜ ਨੇ ਕਿਹਾ ਕਿ ਭਾਈ ਗੁਰੂ ਸਾਹਿਬ ਜੀ ਦੀ ਉਸਤਤ ਕਰੋ ਤੁਹਾਡਾ ਕੋੜ ਮਿਟ ਜਾਏਗਾ। ਤੇ ਫਿਰ ਉੱਥੇ ਮਹਾਰਾਜ ਸਾਹਿਬ ਜੀ ਦੀ ਜਦੋਂ ਇਹਨਾਂ ਉਸਤਤ ਕੀਤੀ, ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਅੰਦਰ ਉਹ ਜਿਹੜੀ ਉਸਤਤ ਸੀ ਵੱਡਿਆਂ ਸਤਿਗੁਰਾਂ ਜੀ ਦੀ, ਮਹਾਰਾਜ ਨੇ ਬਾਣੀ 'ਚ ਦਰਜ ਕਰਕੇ ਰਾਏ ਬਲਵੰਡ ਤੇ ਰਾਏ ਸੱਤੇ ਨੂੰ ਵੀ ਅਮਰ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਦੀਨ ਦਿਆਲ ਸਤਿਗੁਰੂ ਜੀ ਏਡਾ ਵੱਡਾ ਮਹਾਰਾਜ ਦਾ ਪ੍ਰਤਾਪ ਵਧਿਆ। ਬਹੁਤ ਜ਼ਿਆਦਾ ਹਿੰਦੁਸਤਾਨ ਦੇ ਜਿਹੜੇ ਆਵਾਮ ਸੀ ਉਹ ਸਹਿਜ ਹੀ ਸਿੱਖੀ ਧਾਰਨ ਕਰ ਰਹੇ ਸੀ। ਬੜੇ ਬੜੇ ਮੁਸਲਮਾਨ ਮਹਾਰਾਜ ਜੀ ਦੇ ਸ਼ਰਧਾਲੂ ਪ੍ਰੇਮੀ ਕਾਜੀ ਆਉਂਦੇ, ਸਤਿਗੁਰਾਂ ਜੀ ਦੇ ਕੋਲੋਂ ਉਪਦੇਸ਼ ਲੈ ਲੈ ਕੇ ਨਿਹਾਲ ਹੁੰਦੇ। ਚੁਗਲਖਾਰਾਂ ਨੂੰ ਇਹ ਗੱਲਾਂ ਨਹੀਂ ਸੀ ਪਚਦੀਆਂ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਲਾਗੀਆਂ ਵੱਲੋਂ ਨਾਤਾ ਕਰਨਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਘਰ ਵਿੱਚ ਨਾਤਾ ਕਰਕੇ ਆਏ ਲਾਗੀਆਂ ਦੱਸਿਆ। ਚੰਦੂ ਨੇ ਦੀਵਾਨ ਸੀ ਜਿਹੜਾ, ਇਹ ਜਹਾਂਗੀਰ ਜਿਹੜਾ ਸੀ ਜਦੋਂ ਗੱਦੀ ਤੇ ਬੈਠਿਆ ਹੈ, ਇਹਦਾ ਇਹ ਜ਼ਿਕਰ ਆਉਂਦਾ ਹੈ ਕਿ ਇਹਦਾ ਨਾਮ ਸਲੀਮ ਸੀਗਾ। ਇਹ ਅਕਬਰ ਦਾ ਵੱਡਾ ਪੁੱਤਰ ਸੀ ਤੇ ਇਹਦਾ ਜਿਹੜਾ ਪੁੱਤਰ ਸੀ ਇਹ ਜਹਾਂਗੀਰ ਦਾ, ਉਹਦਾ ਨਾਂ ਸੀ ਖੁਸਰੋ। ਤੇ ਅਕਬਰ ਦੀ ਇੱਛਾ ਸੀ ਆਪਣੇ ਪੋਤਰੇ ਨੂੰ ਰਾਜ ਦੇਣ ਦੀ, ਖੁਸਰੋ ਨੂੰ ਰਾਜ ਦੇਣ ਦੀ। ਪਰ ਜਦੋਂ ਅਕਬਰ ਚੜ੍ਹਾਈ ਕੀਤਾ ਉਸ ਸਮੇਂ ਇਹ ਜਿਹੜਾ ਸਲੀਮ ਸੀ ਇਹਨੇ ਦਿੱਲੀ ਦੇ ਤਖਤ ਤੇ ਜ਼ਬਰਦਸਤੀ ਫਿਰ ਕਬਜ਼ਾ ਕੀਤਾ ਤੇ ਤਖਤ ਤੇ ਬਹਿੰਦਿਆਂ ਆਪਣਾ ਨਾਮ ਜਹਾਂਗੀਰ ਰੱਖਿਆ ਇਸਨੇ। ਤੇ ਖੁਸਰੋ ਨੇ ਫਿਰ ਬਗਾਵਤ ਕੀਤੀ ਆਗਰੇ ਤੋਂ
ਤੇ ਲੜਾਈ ਵਿੱਚ ਫਿਰ ਖੁਸਰੋ ਹਾਰ ਗਿਆ। ਜਦੋਂ ਹਾਰ ਗਿਆ ਤੇ ਇਹ ਫਿਰ ਪੰਜਾਬ ਵੱਲ ਨੂੰ ਨੱਠ ਆਇਆ ਕਿ ਪੰਜਾਬ ਤੇ ਅਫਗਾਨਿਸਤਾਨ ਤੇ ਮੈਂ ਆਪਣਾ ਰਾਜ ਤਹਿਤ ਬਿਠਾਵਾਂ। ਜਦੋਂ ਇੱਥੇ ਆਇਆ ਫਿਰ ਬੜਾ ਇਹ ਬਹੁਤ ਕਮਜ਼ੋਰ ਤੇ ਲਤੜਿਆ ਹੋਇਆ ਸੀਗਾ। ਇਹ ਤਰਨਤਾਰਨ ਸਾਹਿਬ ਉਦੋਂ ਗੁਰੂ ਸਾਹਿਬ ਸੀਗੇ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਉੱਥੇ ਮਹਾਰਾਜ ਦੀ ਸ਼ਰਨ ਚ ਆਇਆ ਫਿਰ ਇਹ ਖੁਸਰੋ। ਤੇ ਸਤਿਗੁਰੂ ਜੀ ਦੇ ਹੁਣ ਲੰਗਰ ਚੋਂ ਸਭ ਨੂੰ ਸ਼ਰਨਾਰਥੀਆਂ ਨੂੰ ਲੰਗਰ ਮਿਲਦਾ, ਇਹਨੂੰ ਵੀ ਉੱਥੋਂ ਲੰਗਰ ਪਾਇਆ। ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਜੇ ਮੈਨੂੰ ਲੱਖ ਰੁਪਈਆ ਦਿਓ ਤੇ ਪੰਜਾਬ ਦਾ ਰਾਜ ਮੈਂ ਤੁਹਾਡੇ ਮਤਹਿਤ ਕਰ ਦਿਆਂਗਾ। ਹਜੂਰ ਕਹਿੰਦੇ ਭਾਈ ਅਸੀਂ ਤਾਂ ਫਕੀਰ ਲੋਕ ਆ ਖੁਸਰੋ, ਸਾਨੂੰ ਤਾਂ ਰਾਜ ਭਾਗ ਦੀ ਲੋੜ ਨਹੀਂ। ਤੇ ਮਾਇਆ ਦੀ ਜਿਹੜੀ ਤੂੰ ਗੱਲ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਚਲਦੀ ਸਰਾਂ ਹੈ, ਸੰਗਤ ਦੀ ਮਾਇਆ ਆਉਂਦੀ ਹੈ, ਅਸੀਂ ਜਿਹੜਾ ਹੈ ਉਹ ਪਰਉਪਕਾਰ ਹਿਤ ਲਾਉਨੇ ਆ, ਸਾਡੇ ਕੋਲ ਇੰਨੀ ਮਾਇਆ ਕਿੱਥੋਂ ਹੈ। ਜਦੋਂ ਸਤਿਗੁਰਾਂ ਜੀ ਨੇ ਉਹ ਕਿਹਾ ਤੇ ਬੜਾ ਨਮਰ ਹੋ ਕੇ ਖੁਸਰੋ ਨੇ, ਕਿਉਂਕਿ ਉਸ ਸਮੇਂ ਕਿਹੜਾ ਕੁਛ ਪੱਲੇ ਸੀ, ਕਹਿੰਦਾ ਮਹਾਰਾਜ ਕੋਈ ਤਾਂ ਮਦਦ ਕਰੋ। ਫਿਰ ਹਜੂਰ ਨੇ 5000 ਰੁਪਈਆ ਸਤਿਗੁਰਾਂ ਜੀ ਨੇ ਦਿੱਤਾ ਸੀਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਨਾ ਜਹਾਂਗੀਰ ਦੇ ਕੋਲ ਬਹੁਤ ਕੰਨ ਭਰੇ ਕਿ ਬਾਗੀ ਖੁਸਰੋ ਦੀ ਮਦਦ ਕੀਤੀ ਹੈ, ਉਹਨੂੰ ਲੱਖ ਰੁਪਈਆ ਦਿੱਤਾ ਹੈ, ਆਪਣੇ ਸਿੱਖਾਂ ਦੀ ਫੌਜ ਉਹਦੇ ਵਿੱਚ ਭਰਤੀ ਕੀਤੀ ਹੈ। ਇਹ ਬਹੁਤ ਸਾਰੀਆਂ ਗੱਲਾਂ ਚੁਗਲਖੋਰਾਂ ਨੇ ਜਹਾਂਗੀਰ ਕੋਲ ਕੀਤੀਆਂ। ਉਦੋਂ ਤਾਂ ਫਿਰ ਅੰਤਹਾ ਹੋਈ ਨਾ ਜਦੋਂ ਦੀਵਾਨ ਚੰਦੂ ਹੀ ਮਹਾਰਾਜ ਦਾ ਵੈਰੀ ਬਣਿਆ, ਕਿਉਂਕਿ ਇਸ ਨੇ ਇਹ ਗੱਲ ਕਹੀ ਜਦੋਂ ਦਿੱਲੀ ਦੇ ਸਿੱਖਾਂ ਨੂੰ ਇਹ ਗਵਾਰਾ ਨਾ ਹੋਈ। ਕਹਿੰਦਾ ਕਿ ਤੁਸੀਂ ਚਬਾਰੇ ਦੀ ਟਮੋਰੀ ਨੂੰ ਲਾਤੀ, ਆਪਣੇ ਆਪ ਨੂੰ ਵੱਡਾ ਦੱਸਿਆ ਤੇ ਗੁਰੂ ਸਾਹਿਬ ਜੀ ਨੂੰ ਛੋਟਾ ਦੱਸਿਆ ਕਿ ਮੇਰੀ ਲੜਕੀ ਦਾ ਰਿਸ਼ਤਾ ਤੁਸੀਂ ਕਿੱਥੇ ਕਰ ਆਏ ਆ। ਤੇ ਜਦੋਂ ਇਹ ਦਿੱਲੀ ਦੀ ਸੰਗਤ ਨੇ ਪੱਤਰ ਲਿਖਿਆ ਮਹਾਰਾਜ ਜੀ ਨੂੰ ਕਿ ਮਹਾਰਾਜ ਇਹ ਆਪਣੇ ਆਪ ਨੂੰ ਚਬਾਰਾ ਸਮਝਦਾ ਹੈ ਤੇ ਗੁਰੂ ਘਰ ਨੂੰ ਮੋਰੀ ਦੀ ਨਿਆਈ ਛੋਟਾ ਸਮਝਦਾ ਹੈ। ਸਤਿਗੁਰੂ ਜੀ ਦਿੱਲੀ ਦੀ ਸਿੱਖ ਸੰਗਤ ਖਫੇ ਆਏ ਇਹਦੇ ਤੋਂ, ਤੇ ਮਹਾਰਾਜ ਸਾਡੀ ਇਹ ਬੇਨਤੀ ਹੈ ਕਿ ਇਹਦਾ ਰਿਸ਼ਤਾ ਪ੍ਰਵਾਨ ਨਾ ਕੀਤਾ ਜਾਵੇ। ਹਜੂਰ ਦੇ ਜਦੋਂ ਹਜੂਰੀ ਵਿੱਚ ਇਹ ਪੱਤਰ ਪੜ੍ਹਿਆ ਗਿਆ, ਮਹਾਰਾਜ ਨੇ ਕਿਹਾ ਭਾਈ ਸੰਗਤ ਦਾ ਬਚਨ, ਸਿੱਖਾਂ ਦਾ ਬਚਨ ਤਾਂ ਗੁਰੂ ਨਾਨਕ ਸਾਹਿਬ ਨਹੀਂ ਸੀ ਮੋੜਿਆ ਕਰਦੇ, ਅਸੀਂ ਕਿਉਂ ਮੋੜੀਏ। ਤੇ ਸਿੱਖਾਂ ਵਿੱਚ ਹੀ ਗੁਰੂ ਸਾਹਿਬ ਵਸਦੇ, ਇਸ ਕਰਕੇ ਤਾਂ ਗੁਰੂ ਸਾਹਿਬ ਦਾ ਹੀ ਬਚਨ ਹੈ। ਅਸੀਂ ਭਾਈ ਜੋ ਸੰਗਤ ਨੇ ਆਖਿਆ ਹੈ ਉਹਦੇ ਤੇ ਹੀ ਹੁਣ ਪਹਿਰਾ ਦੇਾਂਗੇ, ਸਾਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ ਹੈ। ਮਹਾਰਾਜ ਰਿਸ਼ਤਾ ਮੋੜਤਾ। ਚੰਦੂ ਨੂੰ ਬਹੁਤ ਅੱਗ ਲੱਗੀ, ਬੜਾ ਉਸਨੇ ਆਪਣੀ ਤੋਹੀਨ ਸਮਝੀ। ਇਹ ਵੀ ਜ਼ਿਕਰ ਆਉਂਦਾ ਕਿ ਬੜੀ ਵਾਰੀ ਉਸਨੇ ਫਿਰ ਜਿਹੜੇ ਸੀ ਦਾਅ ਪੇਚ ਵਰਤੇ, ਬੜੇ ਬੜੇ ਉਸਨੇ ਲਿਆ ਕਰਕੇ ਜਿਹੜੇ ਅਮੀਰ ਵਜ਼ੀਰ ਭੇਜੇ ਮਹਾਰਾਜ ਨੂੰ ਮਨਾਉਣ ਵਾਸਤੇ, ਬੜੀ ਹਲੀਮੀ ਨਾਲ ਵੀ ਕਹਿ ਵੇਖਿਆ। ਪਰ ਜਦੋਂ ਸਤਿਗੁਰਾਂ ਜੀ ਨੇ ਬਚਨ ਹੀ ਕਰਤਾ ਕਿ ਭਾਈ ਅਸੀਂ ਸੰਗਤ ਦਾ ਬਚਨ ਨਹੀਂ ਹੁਣ ਮੋੜ ਸਕਦੇ, ਤੇ ਉਹ ਫਿਰ ਜ਼ਿਕਰ ਆਉਂਦਾ ਹੈ ਕਿ ਚੰਦੂ ਨੇ ਆਖਰੀ ਵਾਰ ਜਦੋਂ ਆਪਣੇ ਭੇਜੇ ਹੈ ਲਾਗੀ ਤੇ ਨਾਲ ਕਹਿ ਭੇਜਿਆ ਕਿ ਫਿਰ ਜੇ ਨਹੀਂ ਨਾ ਕਿਸੇ ਤੁਲ ਆਏ ਤੇ ਫਿਰ ਦੱਸ ਆਇਓ ਕਿ ਤੁਹਾਡੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ, ਇੱਥੋਂ ਤੱਕ ਦੱਸ ਆਇਓ ਚੰਗੀ ਤਰ੍ਹਾਂ। ਸਤਿਗੁਰੂ ਜੀ ਉਸ ਸਮੇਂ ਹਰਿਮੰਦਰ ਸਾਹਿਬ ਅੰਦਰ ਬੈਠੇ ਹੋਏ ਸੀ। ਜਦੋਂ ਆ ਕਰਕੇ ਚੰਦੂ ਦੇ ਇਹ ਭੇਜੇ ਹੋਏ ਦੇ ਲਾਗੀ ਮਿਲੇ ਹੈ ਮਹਾਰਾਜ ਜੀ ਨੂੰ, ਇਹਨਾਂ ਨੇ ਆਖਿਆ ਤਾਂ ਸਤਿਗੁਰੂ ਜੀ ਨੇ ਫਿਰ ਕਿਹਾ ਕਿ ਭਾਈ ਸਾਡਾ ਉਹਦੇ ਨਾਲ ਕੋਈ ਮੇਲ ਨਹੀਂ ਹੈ, ਉਹ ਵੱਡਾ ਹੈ, ਕੋਈ ਵੱਡਾ ਥਾਂ ਲੱਭ ਲੇ। ਅਸੀਂ ਤਾਂ ਮਹਾਰਾਜ ਨੇ ਨਿਮਰਤਾ ਨਾਲ ਕਿਹਾ ਕਿ ਭਾਈ ਗਰੀਬ ਆ ਤੇ ਸਾਨੂੰ ਕੋਈ ਗਰੀਬ ਹੀ ਮਿਲੇਗਾ। ਇਹ ਸਤਿਗੁਰੂ ਜੀ ਨੇ ਜਦੋਂ ਵਾਕ ਕਹੇ, ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਉਸ ਸਮੇਂ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਬੈਠੇ ਹੋਏ ਸੀ ਸੰਗਤ ਦੇ ਅੰਦਰ, ਡੱਲੇ ਨਗਰ ਦੇ ਵਾਸੀ। ਉਹਨਾਂ ਦੇ ਮਨ 'ਚ ਖਿਆਲ ਆਇਆ ਕਿ ਮੈਂ ਆਪਣੀ ਪੁੱਤਰੀ ਦਾ ਨਾਤਾ ਕਰਨ ਵਾਸਤੇ ਬੇਨਤੀ ਕਰਦੇ ਆ। ਫਿਰ ਮਨ ਨੇ ਕਿਹਾ ਉਹ ਮਨਾ ਕਿੱਥੇ ਤੂੰ ਤੇ ਕਿੱਥੇ ਗੁਰੂ ਨਾਨਕ ਸਾਹਿਬ ਦਾ ਘਰ, ਸਿੱਖ ਹੱਸਣਗੇ ਨਹੀਂ ਕਿ ਤੂੰ ਕੀ ਉੱਠ ਕੇ ਗੱਲ ਕਹਿਤੀ ਹੈ। ਫਿਰ ਸ਼ਰਮਿੰਦਗੀ ਨਾਲ ਬੈਠ ਗਏ। ਹਜੂਰ ਨੇ ਦੂਜੀ ਵਾਰ ਵੀ ਲਾਗੀਆਂ ਜਦੋਂ ਕਿਹਾ ਤੇ ਇਹੀ ਬਾਕ ਕਿਹਾ ਕਿ ਸਾਨੂੰ ਤਾਂ ਭਾਈ ਕੋਈ ਗਰੀਬ ਹੀ ਮਿਲੇਗਾ, ਚੰਦੂ ਨੂੰ ਆਪ ਦੇ ਬਰਾਬਰ ਦਾ ਕੋਈ ਵੱਡਾ ਹੀ ਲੱਭਣਾ ਚਾਹੀਦਾ ਹੈ। ਜਦੋਂ ਦੂਜੀ ਵਾਰ ਕਿਹਾ ਫਿਰ ਹੌਸਲਾ ਪਿਆ ਕਿ ਮੈਂ ਆਖਾਂ। ਜਦੋਂ ਆਖਣ ਨੂੰ ਉੱਠਣ ਲੱਗੇ ਫਿਰ ਚਿੱਤ ਨੇ ਕਿਹਾ ਕਿ ਸਿੱਖ ਤੈਨੂੰ ਕਹਿਣਗੇ ਕਿ ਮੌਕਾ ਨਹੀਂ ਵੇਖਿਆ, ਤੇ ਝੱਟ ਹੀ ਇਹਨ ਬੇਨਤੀ ਕਰ ਦਿੱਤੀ ਹੈ। ਫਿਰ ਬੈਠ ਗਏ, ਸੰਗਦੇ ਹੋਏ ਬੋਲ ਨਾ ਸਕੇ। ਚੰਦੂ ਦੇ ਲਾਗੀ ਮਹਾਰਾਜ ਨੂੰ ਕਹਿਣ ਲੱਗੇ ਕਿ ਹਜੂਰ ਉਹ ਦੀਵਾਨ ਹੈ, ਵੇਖੋ ਜੇ ਤੁਸੀਂ ਇਹ ਨਹੀਂ ਕਿਸੇ ਤਰ੍ਹਾਂ ਵੀ ਮੰਨੋਗੇ ਤੇ ਚੰਦੂ ਤੁਹਾਡਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ। ਅਖੀਰ ਮਹਾਰਾਜ ਨੂੰ ਧਮਕੀਆਂ ਤੱਕ ਦੇਣ ਲੱਗ ਪਏ।
ਸਤਿਗੁਰਾਂ ਨੇ ਤੀਸਰੀ ਵਾਰ ਵੀ ਨਿਮਰਤਾ ਨਾਲ ਜਦੋਂ ਇਹ ਵਾਕ ਕਹੇ ਕਿ ਸਾਨੂੰ ਤਾਂ ਕੋਈ ਗਰੀਬ ਹੀ ਮਿਲੇਗਾ, ਅਸੀਂ ਤਾਂ ਭਾਈ ਚੰਦੂ ਨੂੰ ਚਾਹੀਦਾ ਕਿ ਆਪਦੇ ਬਰਾਬਰ ਵੱਡਿਆਂ ਨਾਲ ਕਿਤੇ ਨਾਤਾ ਕਰੇ। ਤੇ ਫਿਰ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਉੱਠ ਕੇ ਖਲੋ ਗਏ। ਆਖਿਆ ਮਹਾਰਾਜ ਮੂੰਹ ਮੇਰਾ ਬਹੁਤ ਛੋਟਾ ਹੈ, ਗੱਲ ਮੈਂ ਬਹੁਤ ਵੱਡੀ ਕਹਿਣ ਲੱਗਾ। ਮਹਾਰਾਜ ਆਪ ਗਰੀਬ ਨਵਾਜ ਹੋ, ਸਤਿਗੁਰੂ ਜੀ ਮੇਰੀ ਪੁੱਤਰੀ ਨੂੰ ਆਪਣੇ ਦਰ ਤੇ ਪ੍ਰਵਾਨ ਕਰੋ। ਮਹਾਰਾਜ ਨੇ ਉਸੇ ਵੇਲੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਕੜਾਹ ਪ੍ਰਸ਼ਾਦ ਦੀ ਦੇਗ ਲਿਆਓ, ਸਗਾਈ ਕਰੀਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਸੇ ਸਮੇਂ ਸਾਧ ਸੰਗਤ ਜੀ ਫਿਰ ਮਾਤਾ ਮਰਵਾਹੀ ਜੀ ਦੇ ਪਿਤਾ ਜੀ ਨੇ ਵੀ ਉੱਠ ਕੇ ਅਰਦਾਸ ਕੀਤੀ। ਮਹਾਰਾਜ ਸਾਹਿਬ ਜੀ ਨੇ ਸਿੱਖਾਂ 'ਚ ਗੱਲ ਪ੍ਰਚਲਿਤ ਹੋਈ ਕਿ ਚੰਦੂ ਦਾ ਇੱਕ ਰਿਸ਼ਤਾ ਹਟਾਇਆ, ਗੁਰੂ ਸਾਹਿਬ ਨੂੰ ਉਸੇ ਸਮੇਂ 2 ਰਿਸ਼ਤੇ ਹੋਏ, ਮਾਤਾ ਮਰਵਾਹੀ ਜੀ ਦਾ ਅਤੇ ਮਾਤਾ ਦਮੋਦਰੀ ਜੀ ਦਾ ਨਾਤਾ ਹੋਇਆ। ਫਿਰ ਮਾਤਾ ਨਾਨਕੀ ਜੀ ਦਾ ਜਿਹੜਾ ਨਾਤਾ ਹੈ ਉਹ ਬਾਅਦ ਵਿੱਚ ਹੁੰਦਾ ਹੈ। ਇਹ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਿਰ ਇਹ ਚੰਦੂ ਇਹ ਜਿਹਾ ਬੈਰੀ ਬਣਿਆ। ਇਸ ਨੇ ਫਿਰ ਜਿਹੜਾ ਸੀ ਉਧਰੋਂ ਇਹ ਪਿਰਥੀ ਚੰਦ ਰਲਿਆ, ਇੰਨੇ ਇਹ ਰਲ ਗਏ ਆਪਸ ਦੇ ਅੰਦਰ। ਚੰਦੂ ਨੇ ਸਾਰੀ ਕਚਹਿਰੀ ਖਰੀਦ ਲਈ, ਕਿਸੇ ਨੂੰ ਦਬਕਾ ਮਾਰ ਖਰੀਦਿਆ, ਕਿਸੇ ਨੂੰ ਪੈਸੇ ਨਾਲ ਖਰੀਦਿਆ, ਬਹੁਤ ਜ਼ਿਆਦਾ ਕਚਹਿਰੀ ਇਸ ਨੇ ਆਪਣੇ ਅਧੀਨ ਕਰ ਲਈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਇਹੋ ਜਿਹੀਆਂ ਗੱਲਾਂ ਜਹਾਂਗੀਰ ਨੂੰ ਕਹਿਣੀਆਂ ਸ਼ੁਰੂ ਕੀਤੀਆਂ ਕਿ ਉਹ ਤਾਂ ਉੱਥੇ ਡਾਕੂ ਰੱਖਦੇ ਐ, ਦਿਨ ਦੇ ਵਕਤ ਉਹਨਾਂ ਨੂੰ ਸ਼ਰਨ ਦਿੰਦੇ ਐ, ਰਾਤ ਨੂੰ ਉਹਨਾਂ ਕੋਲੋਂ ਡਾਕੇ ਮਰਾਉਂਦੇ ਐ। ਪੰਜਾਬ ਦੇ ਵਿੱਚ ਕਈ ਘਟਨਾਵਾਂ ਇਸ ਨੇ ਆਪ ਕਰਵਾਈਆਂ। ਜਿਹੜੇ ਰਾਜਨੀਤਿਕ ਹੁੰਦੇ ਆ ਨਾ, ਉਹ ਸਾਧ ਸੰਗਤ ਜੀ ਵੋਟਾਂ ਪ੍ਰਾਪਤ ਕਰਨ ਲਈ ਮਾਹੌਲ ਆਪ ਵਿਗਾੜਦੇ ਐ। ਕੋਈ ਕਿਧਰੋਂ ਜਿਹੜੇ ਐ ਇਹ ਉਪਦਰਵ ਕਰਨ ਵਾਲੇ, ਪਾਪ ਕਰਮ ਕਰਨ ਵਾਲੇ ਜਿਹੜੇ ਆ ਬਦਮਾਸ਼ ਲੋਕ, ਇਹ ਕਾਸ਼ੋਂ ਨਹੀਂ ਉਤਰਦੇ, ਇਹ ਆਪ ਹੀ ਪੈਦਾ ਕਰਦੇ, ਉਹਨਾਂ ਨੂੰ ਪੈਸੇ ਦੇ ਕਰਕੇ ਮਾਹੌਲ ਖਰਾਬ ਕਰਦੇ ਐ, ਲੋਕਾਂ ਨੂੰ ਡਰਾਉਂਦੇ ਐ ਕਿ ਲੋਕ ਸਾਡੀ ਸ਼ਰਨ ਵਿੱਚ ਆਉਣ ਤੇ ਕਿ ਅਸੀਂ ਮਾਹੌਲ ਹੁਣ ਠੀਕ ਕਰਾਂਗੇ। ਤੇ ਇਹ ਪਾਪੀ ਚੰਦੂ ਨੇ ਬਹੁਤ ਇਹੋ ਜਿਹੇ ਕਾਰਨਾਮੇ ਕਰਾਏ ਤੇ ਉਹਨਾਂ ਦੀਆਂ ਖਬਰਾਂ ਫਿਰ ਜਦੋਂ ਦਿੱਲੀ ਆਉਂਦੀਆਂ ਤੇ ਚੰਦੂ ਨੂੰ ਮੌਕਾ ਮਿਲਦਾ, ਕਿਉਂਕਿ ਆਪ ਹੀ ਤਾਂ ਉਹ ਸਾਰੀਆਂ ਗੱਲਾਂ ਕਰਾ ਰਿਹਾ ਸੀ। ਉਹ ਬੜਾ ਉਹਨੇ ਕਹਿਣਾ, ਵੇਖਿਆ ਬਾਦਸ਼ਾਹ ਸਲਾਮਤ, ਮੈਂ ਤਾਂ ਆਪ ਕੋਲ ਬਹੁਤ ਵਾਰੀ ਕਿਹਾ ਪੰਜਾਬ ਦਾ ਮਾਹੌਲ ਬਹੁਤ ਵਿਗੜਦਾ ਜਾ ਰਿਹਾ, ਗਊ ਗਰੀਬ ਨੂੰ ਉੱਥੇ ਕੋਈ ਵੀ ਨਹੀਂ ਸੰਭਾਲਦਾ। ਉਹ ਤਾਂ ਇਹੋ ਜਿਹਾ ਤਾਨਾਸ਼ਾਹੀ ਰਾਜ ਉਹਨਾਂ ਨੇ ਕਰ ਦਿੱਤਾ। ਗਰੀਬ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਸਹੀ ਜਿਹੜਾ ਹੈ ਉੱਥੇ ਮਹਿਫੂਜ਼ ਨਹੀਂ ਸਮਝਦੇ ਕਿ ਅਸੀਂ ਇੱਥੇ ਬਚ ਸਕਾਂਗੇ। ਲੋਕ ਸ਼ਿਰਕਤ ਕਰਨ ਲੱਗ ਗਏ ਆ। ਬੜੀਆਂ ਗੱਲਾਂ ਜਿਹੜੀਆਂ ਅਸੀਂ ਚੜਾ ਕੇ ਦਸੀਆਂ। ਜਹਾਂਗੀਰ ਨੇ ਵੀ ਜਦੋਂ ਪੰਜਾਬ ਦਾ ਦੌਰਾ ਕੀਤਾ, ਕਹਿੰਦੇ ਆ ਉਦੋਂ ਵੀ ਜਹਾਂਗੀਰ ਦੇ ਕਾਫਲੇ 'ਚ ਵੀ ਇਸ ਨੇ ਚੋਰੀ ਕਰਵਾਈ ਚੰਦੂ ਨੇ। ਤੇ ਜਦੋਂ ਚੋਰੀ ਹੋਈ, ਜਹਾਂਗੀਰ ਨੇ ਪੁੱਛਿਆ ਕਿ ਵੀ ਮੇਰੇ ਕਾਫਲੇ 'ਚ ਚੋਰੀ ਹੋਈ ਹੈ। ਇਹਨੇ ਕਿਹਾ, ਵੇਖਿਆ ਮਹਾਰਾਜ ਤੁਹਾਨੂੰ ਵੀ ਨਹੀਂ ਬਾਦਸ਼ਾਹ ਸਲਾਮਤ ਇਹਨਾਂ ਬਖਸ਼ਿਆ, ਇਹ ਗੁਰੂ ਅਰਜਨ ਸਾਹਿਬ ਦਾ ਕਾਰ ਹੈ। ਬਹੁਤ ਸਾਰਾ ਵੇਖੋ ਧੰਨ ਸਤਿਗੁਰਾਂ ਜੀ ਦੇ ਦਰਸ਼ਨ ਕਰ ਕਰਕੇ ਲੋਕਾਈ ਦਾ ਭਲਾ ਹੁੰਦਾ। ਇੰਨੇ ਲੋਕ ਉਥੇ ਲੰਗਰ ਛਕਦੇ ਐ। ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਸੰਦੇਸ਼ ਜਗਤ ਨੂੰ ਦਿੱਤਾ ਹੈ, ਪਰ ਨਿੰਦਕ ਲੋਕ ਵੇਖੋ ਜਿਵੇਂ ਚੜੇ ਹੋਏ ਸੂਰਜ ਨੂੰ ਉੱਲੂ ਕੀ ਜਾਣਦਾ, ਉਹਦੇ ਭਾ ਦਾ ਹਨੇਰ ਹੀ ਹੈ। ਇਹ ਨਿੰਦਕ ਲੋਕ ਸਤਿਗੁਰੂ ਜੀ ਦੀ ਬਾਬਤ ਬਹੁਤ ਕੁਝ ਉਗਲਦੇ। ਪਰ ਜਦੋਂ ਜਹਾਂਗੀਰ ਕੋਈ ਤਿਆਰੀ ਕਰਨ ਲੱਗਦਾ, ਵਜ਼ੀਰ ਖਾਨ ਫਿਰ ਉਹਨੂੰ ਪੁੱਛਦਾ ਨਾ, ਜਦੋਂ ਇੱਕ ਵਜ਼ੀਰ ਖਾਨ ਸੀ ਜਿਹਨੂੰ ਖਰੀਦ ਨਹੀਂ ਸੀ ਸਕਿਆ ਚੰਦੂ, ਜਿਹਦੇ ਉੱਤੇ ਆਪਣੇ ਜ਼ੋਰ ਦਾ ਵੀ ਪ੍ਰਭਾਵ ਨਹੀਂ ਸੀ ਕੋਈ ਪਾ ਸਕਿਆ, ਤੇ ਜਹਾਂਗੀਰ ਜਦੋਂ ਪੁੱਛਦਾ ਤੇ ਵਜ਼ੀਰ ਖਾਨ ਫਿਰ ਸਹੀ ਸਲਾਹ ਦਿੰਦਾ ਕਿ ਬਾਦਸ਼ਾਹ ਸਲਾਮਤ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੇਰੇ ਪੁਰਖੇ ਸਦਾ ਇਹਨਾਂ ਦੇ ਅਧੀਨ ਰਹੇ ਹੈ ਤੇ ਉਹਨਾਂ ਕੋਲੋਂ ਵਰ ਲੈਂਦੇ ਰਹੇ ਹੈ। ਬਾਦਸ਼ਾਹ ਦਾ ਜਿਹੜਾ ਵਰ ਹੈ ਨਾ, ਇਹ ਤੁਹਾਡੀ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਹੀ ਦਿੱਤਾ ਸੱਚੇ ਪਾਤਸ਼ਾਹ ਨੇ। ਇਸ ਕਰਕੇ ਇਹਨਾਂ ਚੁਗਲਖੋਰਾਂ ਦੀਆਂ ਗੱਲਾਂ ਤੁਹਾਨੂੰ ਨਹੀਂ ਸੁਣਨੀਆਂ ਚਾਹੀਦੀਆਂ। ਗੁਰੂ ਸਾਹਿਬ ਜੀ ਤਾਂ ਸਰਬੱਤ ਦਾ ਭਲਾ ਕਰਦੇ ਐ। ਫਿਰ ਜਹਾਂਗੀਰ ਨੇ ਟਲ ਜਾਣਾ, ਪਰ ਫਿਰ ਚੁਗਲਖੋਰਾਂ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ। ਇਹ ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਐ। ਆਖਰ ਫਿਰ ਜਹਾਂਗੀਰ ਨੇ ਨਾ ਚੰਦੂ ਦੇ ਕਹੇ ਲੱਗ ਕੇ ਇਹੋ ਜੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਦੀ ਇਹ ਲਿਖ ਪਰਵਾਨਾ ਭੇਜਿਆ ਕਿ 2.5 ਲੱਖ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਹਾਜ਼ਰ ਕੀਤਾ ਜਾਵੇ। ਇਹ
ਸਾਧ ਸੰਗਤ ਜੀ ਪਰਵਾਨਾ ਸਤਿਗੁਰਾਂ ਜੀ ਦੇ ਕੋਲ ਜਦੋਂ ਪਹੁੰਚਿਆ ਹੈ ਅੰਮ੍ਰਿਤਸਰ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਭਾਈ ਅਸੀਂ ਇਹ ਹਰਜਾਨਾ ਨਹੀਂ ਭਰਾਂਗੇ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਇਹਦੀ ਮਾਇਆ ਮਹਾਰਾਜ ਕਹਿੰਦੇ ਭਾਈ ਲੋੜਵੰਦਾਂ ਵਿੱਚ ਲੱਗਦੀ ਹੈ, ਇਹ ਗੁਰੂ ਘਰ ਵਾਸਤੇ ਹੈ, ਅਸੀਂ ਸਰਕਾਰੀ ਖਜ਼ਾਨੇ ਦੇ ਵਿੱਚ ਇਹ ਜਿਹੜੀ ਮਾਇਆ ਇਹ ਜਮ੍ਹਾਂ ਨਹੀਂ ਕਰਾਵਾਂਗੇ। ਤੇ ਜਹਾਂਗੀਰ ਦੇ ਕਾਲ ਵਿੱਚ ਵੀ ਚੁਗਲਖੋਰਾਂ ਨੇ ਇਹੀ ਗੱਲਾਂ ਕਹੀਆਂ ਸੀ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਜਿਹੜਾ ਇਸਲਾਮ ਦੀ ਤੋਹੀਨ ਲਿਖੀ ਹੈ, ਬਹੁਤ ਕੁਛ ਐਸਾ ਲਿਖਿਆ ਜਿਹਦਾ ਇਸਲਾਮ ਦੀ ਨਿੰਦਾ ਕੀਤੀ ਗਈ ਹੈ। ਤੋ ਜਹਾਂਗੀਰ ਨੇ ਵੀ ਸਿੱਖਿਆ ਸਿਖਾਇਆ। ਫਿਰ ਜਦੋਂ ਇਧਰੋਂ ਸਤਿਗੁਰਾਂ ਜੀ ਨੇ ਕਿਹਾ ਕਿ ਅਸੀਂ ਹਰਜਾਨਾ ਵੀ ਨਹੀਂ ਭਰਨਾ, ਜਹਾਂਗੀਰ ਨੇ ਕਿਹਾ ਮੈਂ ਲਾਹੌਰ ਆ ਰਿਹਾ ਤੇ ਗੁਰੂ ਸਾਹਿਬ ਜੀ ਨੂੰ ਇਹ ਲਾਹੌਰ ਸੱਦੋ, ਇੱਥੇ ਨਾਲੇ ਆਪਾਂ ਵੇਖਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੈ ਤੇ ਨਾਲੇ ਇਹਨਾਂ ਨਾਲ ਬਾਤਚੀਤ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਜਦੋਂ ਇਹ ਸਾਧ ਸੰਗਤ ਜੀ ਸਮਾਂ ਆਇਆ ਜਾਣ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਆਰਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹਜੂਰ ਨੇ 94 ਸਿੱਖਾਂ ਨੂੰ ਸੱਦ ਕਰਕੇ ਗੁਰਿਆਈ ਤਿਲਕ ਦਿੱਤਾ। ਇਹ ਜਦੋਂ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਲੰਘਿਆ ਆਪਾਂ ਪਿਛੇ ਦਿਨਾਂ ਵਿੱਚ ਸਰਵਣ ਕੀਤਾ ਸੀ ਤੇ ਸਤਿਗੁਰਾਂ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਉਦੋਂ ਪੁੱਛਿਆ ਸੀ, ਮਹਾਰਾਜ ਇਹ ਰਸਮ ਤਾਂ ਸਤਿਗੁਰੂ ਜੀ ਵੱਡੇ ਉਦੋਂ ਕਰਦੇ ਜਦੋਂ ਆਪ ਜੋਤੀ ਜੋਤ ਸਮਾਉਣਾ ਹੁੰਦਾ। ਤੇ ਸਤਿਗੁਰਾਂ ਜੀ ਨੇ ਫਿਰ ਇਹ ਬਚਨ ਕਹੇ ਸੀ, ਬਾਬਾ ਬੁੱਢਾ ਸਾਹਿਬ ਤੁਸੀਂ ਜਾਣਦੇ ਹੋ ਵਾਹਿਗੁਰੂ ਦਾ ਹੁਕਮ ਐਸਾ ਹੈ। ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਤੋਂ ਹੱਥੀਂ ਇਹ ਰਸਮ ਕਰਾਈ ਮਹਾਰਾਜ ਜੀ ਨੇ। ਫਿਰ ਰਾਤ ਦੇ ਵਕਤ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਜਿਹੜਾ ਸੀ ਇਹ ਸੰਕੇਤ ਦਿੱਤਾ ਕਿ ਅਸੀਂ ਲਾਹੌਰ ਜਾ ਰਹੇ ਹਾਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਮੁਖ ਤੋਂ ਇਹ ਬਚਨ ਸੁਣ ਕਰਕੇ ਕਿ ਦੁਬਾਰਾ ਅਸੀਂ ਸਰੀਰ ਕਰਕੇ ਵਾਪਸ ਨਹੀਂ ਆਉਣਾ ਹੈ। ਮਾਤਾ ਗੰਗਾ ਜੀ ਦਾ ਚਿੱਤ ਬਹੁਤ ਭਰਿਆ, ਹਜੂਰ ਨੇ ਤਰਵਾਸ ਦਿੱਤੀ, ਦ੍ਰਿਸ਼ਟੀ ਨਾਲ ਤੱਕ ਕੇ ਮਹਾਰਾਜ ਜੀ ਨੇ ਕਿਰਪਾ ਕੀਤੀ। ਮਾਤਾ ਗੰਗਾ ਜੀ ਨੂੰ ਬੜੇ ਵਰਦਾਨ ਦਿੱਤੇ। ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਬਾਬਤ ਦੱਸਿਆ ਕਿ ਇਹਨਾਂ ਨੂੰ ਛੋਟੇ ਨਾ ਸਮਝੋ, ਇਹ ਸਰੀਰਕ ਆਜੂ ਵੇਖ ਕਰਕੇ ਤੁਸੀਂ ਛੋਟੇ ਸਮਝਦੇ ਹੋ, ਬੜਾ ਵੱਡਾ ਪ੍ਰਤਾਪ ਹੋਵੇਗਾ, ਜ਼ੁਲਮ ਰਾਜ ਨੂੰ ਨਾਸ਼ ਕਰ ਦੇਣਗੇ, ਇਹੋ ਜਿਹੇ ਸ਼ਸਤਰਾਂ ਦਾ ਇਹ ਪ੍ਰਤਾਪ ਪ੍ਰਗਟ ਕਰਨਗੇ, ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਹੋਵੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਵਰਦਾਨ ਦੇ ਬਚਨ ਕਹੇ ਤੁਰਨ ਲੱਗਿਆ। ਤੇ ਵੱਡੀ ਸਵੇਰ ਸੱਚੇ ਪਾਤਸ਼ਾਹ ਜੀ ਨੇ 5 ਸਿੱਖਾਂ ਦੇ ਸਮੇਤ, ਜਿਨ੍ਹਾਂ ਵਿੱਚ ਭਾਈ ਜੇਠਾ, ਭਾਈ ਲੰਗਾਹਾ, ਭਾਈ ਪੁਰਾਣਾ, ਭਾਈ ਪੈੜਾ ਤੇ ਬਾਬਾ ਬਿਧੀ ਚੰਦ ਜੀ, ਇਹ 5 ਸਿੱਖ ਸੀ ਸੱਚੇ ਪਾਤਸ਼ਾਹ ਜੀ ਦੇ ਨਾਲ। ਤੇ ਲਾਹੌਰ ਦਾ ਸਿੱਖ ਭਾਈ ਸੁੱਧਾ, ਇਹ ਮਹਾਰਾਜ ਜੀ ਦੇ ਬਹੁਤ ਦਰਸ਼ਨਾਂ ਨੂੰ ਚੇਤੇ ਕਰਦਾ। ਇਹਦੀ ਭਾਵਨਾ ਜਾਣ ਕੇ ਸਤਿਗੁਰੂ ਜੀ ਦੇ ਘਰ ਉਤਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ। ਸਿੱਖਾਂ ਨੂੰ ਪਤਾ ਚੱਲਿਆ, ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬੜੀਆਂ ਸਿੱਖ ਸੰਗਤਾਂ ਇਕੱਤਰ ਹੋਈਆਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਸ਼ਜ ਜਿਹੜੇ ਸੀ ਉਹਨਾਂ ਨੂੰ ਬੁਲਾਇਆ ਤੇ ਹਜੂਰ ਨੇ ਆਪਣੀ ਸ਼ਹਾਦਤ ਦਾ ਜਿਹੜਾ ਸੀ ਉਹ ਭੇਦ ਦੱਸ ਦਿੱਤਾ। ਉਹਨਾਂ ਬੜਾ ਬਰਾਕ ਕੀਤਾ। ਸਤਿਗੁਰੂ ਜੀ ਕਹਿੰਦੇ ਨਿਰੰਕਾਰ ਦਾ ਹੁਕਮ ਐਸਾ ਹੈ, ਅਸੀਂ ਆਪਣੇ ਸਾਹਿਬਜ਼ਾਦੇ ਨੂੰ ਰਸਮ ਕਰ ਦਿੱਤੀ ਹੈ, ਸਾਡੀ ਸ਼ਹਾਦਤ ਤੋਂ ਬਾਅਦ ਮਹਾਰਾਜ ਕਹਿੰਦੇ ਆ ਇਹ ਰਸਮਾਂ ਤੁਸੀਂ ਜਾ ਕਰਕੇ ਉੱਥੀਆਂ ਪੂਰੀਆਂ ਕਰਨੀਆਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਆਰਾ ਕਰਕੇ ਹੀ ਤੁਰੇ ਸੀ, ਕਿਉਂਕਿ ਗਰੀਬ ਨਿਵਾਜ ਸਤਿਗੁਰੂ ਸਭ ਕੁਝ ਜਾਣਦੇ ਹੈ। ਇੱਥੇ ਫਿਰ ਬਾਦਸ਼ਾਹ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਲਾਕਾਤ ਹੁੰਦੀ ਹੈ। ਜਹਾਂਗੀਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਿਵੇਂ ਸ਼ਬਦ ਸੁਣਦਾ ਹੈ ਤੇ ਇਹ ਕਿਵੇਂ ਮਹਾਰਾਜ ਸਾਹਿਬ ਤੋਂ ਪ੍ਰਭਾਵਿਤ ਹੁੰਦਾ ਹੈ। ਚੰਦੂ ਦੀ ਜਿਹੜੀ ਹੈ ਉਹ ਕਿਵੇਂ ਉਹ ਕੁਟਲ ਨੀਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਗ੍ਰਿਫਤਾਰ ਕਰਦਾ ਹੈ। ਉਹ ਚੰਦੂ ਦੀ ਜਿਹੜੀ ਹਵੇਲੀ ਹੈ ਨਾ, ਇਹ ਲਾਹੌਰ ਦੇ ਅੰਦਰ ਉਹ ਲਾਲ ਖੂਹੀ ਦੇ ਨਾਮ ਨਾਲ ਵੱਜਦੀ ਹੈ ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ। ਜਿਹੜਾ ਸਤਿਗੁਰਾਂ ਜੀ ਦਾ ਜਿਹੜਾ ਸ਼ਹੀਦੀ ਸਥਾਨ ਹੈ, ਜਿੱਥੇ ਮਹਾਰਾਜ ਸਾਹਿਬ ਜੀ ਨੇ ਗਰੀਬ ਨਵਾਜ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਹਜੂਰ ਨੇ ਆਪਣਾ ਸਰੀਰ ਤਿਆਗਿਆ ਸੀਗਾ, ਉਹ ਗੁਰਦੁਆਰਾ ਦੇਰਾ ਸਾਹਿਬ ਹੈ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ। ਤੋਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਹਾਂਗੀਰ ਨਾਲ ਮੁਲਾਕਾਤ ਕਰਦੇ ਹੈ ਤੇ ਚੰਦੂ ਦੀਵਾਨ ਮਹਾਰਾਜ ਸਾਹਿਬ ਜੀ ਨੂੰ ਕਿਵੇਂ ਗ੍ਰਿਫਤਾਰ ਕਰਕੇ ਆਪਣੀ ਹਵੇਲੀ ਵਿੱਚ ਲੈ ਜਾਂਦਾ ਹੈ ਤੇ ਸਤਿਗੁਰਾਂ ਜੀ ਨੇ ਕਿਵੇਂ ਸਿਦਕ ਰੱਖ ਕੇ ਯਾਸਾ ਦੀਆਂ ਸਜ਼ਾਵਾਂ ਆਪਣੇ ਸਰੀਰ ਤੇ ਸਹੀਆਂ, ਉਹ ਕਥਾ ਆਪਾਂ ਕੱਲ ਦੇ ਦੀਵਾਨ ਵਿੱਚ ਮਹਾਰਾਜ ਦੀ ਸਰਵਣ ਕਰਾਂਗੇ। ਕੱਲ ਨੂੰ ਹਜੂਰ ਦਾ ਸ਼ਹੀਦੀ ਪੁਰਬ ਹੈ, ਮਹਾਰਾਜ ਦੀ ਸ਼ਹਾਦਤ ਦੀ ਕਥਾ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ।
ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਉਪਦੇਸ਼ ਲੜੀਵਾਰ ਕਥਾ ਵਿੱਚ ਚੱਲ ਰਿਹਾ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਆ। ਅਗਲਾਏ ਮਹੱਲੇ ਵਿੱਚ ਸਤਿਗੁਰੂ ਸਿੱਖਿਆ ਦਿੰਦੇ ਆ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਹਜੂਰ ਲੜੀਵਾਰ। ਇਹ ਜੋ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਾਰਾਂ ਦੀ ਬਾਣੀ ਸਤਿਗੁਰਾਂ ਜੀ ਨੇ ਲਿਖਵਾਈ ਹੈ। ਇਹਦੇ ਨਿਯਮ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬੰਨਿਆ ਹੈ। ਤੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਜੋ 8 ਪਹਿਰ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹਨਾਂ ਵਿੱਚ ਸਾਨੂੰ ਕਿਵੇਂ ਮਹਾਰਾਜ ਨਿਯਮਬੰਦ ਹੋਣਾ ਚਾਹੀਦਾ ਹੈ। ਤੇ ਸਤਿਗੁਰੂ ਜੀ ਇਹ ਜਿਹੜੇ 9 ਖੰਡ ਹੈ ਇਹਨਾਂ ਬਾਰੇ ਵੀ ਆਪ ਕਿਰਪਾ ਕਰਕੇ ਦੱਸੋ। ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਸਿੱਖਿਆ ਦਿੱਤੀ ਸੀ ਕਿ ਭਾਈ ਜਿਹੜਾ ਇਹ 8 ਪਹਿਰ ਹਨ ਇਹ 8 ਖੰਡ ਦੀ ਨਿਆਈ ਜਾਣਨਾ ਕਰੋ। ਤੇ 9ਵਾਂ ਖੰਡ ਮਹਾਰਾਜ ਕਹਿੰਦੇ ਭਾਈ ਸਰੀਰ ਹੈ, ਇਹਦੇ ਵਿੱਚੋਂ ਵਾਹਿਗੁਰੂ ਦੇ ਨਾਮ ਨੂੰ ਭਾਲਣਾ ਕਰੋ। ਜਿਹੜੇ ਭਾਲਦੇ ਆ ਨਾ ਮਹਾਰਾਜ ਕਹਿੰਦੇ ਭਾਈ ਪਹਿਰਾਂ ਦੀ ਸੰਗਿਆ ਨਾਲ 9ਵੇਂ ਖੰਡ ਸਰੀਰ ਦੇ ਅੰਦਰੋਂ ਸਤਿਗੁਰੂ ਕਹਿੰਦੇ ਉਹ ਗੁਣਾਂ ਦੇ ਗਹੀਰ ਖਜ਼ਾਨੇ ਬਣ ਜਾਂਦੇ ਆ। ਸਤਿਗੁਰੂ ਜੀ ਨੇ ਫਿਰ ਇਹ ਵੀ ਸਿੱਖਿਆ ਦਿੱਤੀ ਕਿ ਭਾਈ ਇਹਨਾਂ 8 ਪਹਿਰਾਂ ਦੇ ਅੰਦਰ 8 ਦਾ ਖੰਡਨ ਕਰਨਾ ਚਾਹੀਦਾ, ਭਾਵ ਉਹਨਾਂ ਨੂੰ ਨਾਸ਼ ਕਰਨਾ ਚਾਹੀਦਾ। ਉਹ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਅਸਤ ਜੜ ਦੁੱਖ ਰੂਪ ਜਿਹੜੀ ਮਹਾਰਾਜ ਕਹਿੰਦੇ ਭਾਈ ਮਾਇਆ ਹੈ। ਇਹਦਾ ਖੰਡਨ ਕਰੋ 8 ਦਾ 8 ਪਹਿਰਾਂ ਦੇ ਅੰਦਰ। ਤੇ 9ਵੇਂ ਖੰਡ ਸਰੀਰ ਦੇ ਅੰਦਰੋਂ ਮਹਾਰਾਜ ਕਹਿੰਦੇ 9ਵਾਂ ਕੀ ਸਰੀਰ ਦਾ ਦੇਹ ਦਿਆਸ ਵੀ ਨਾਸ਼ ਕਰਨਾ ਕਰੋ। ਤੇ ਫਿਰ ਜਦੋਂ ਭਾਲੋਗੇ ਨਾ ਇਸ ਤਰੀਕੇ ਨਾਲ ਅੰਦਰੋਂ ਹੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੀ ਜਿਹੜੀ ਹੈ ਨਾ ਉਹ ਨਾਮ ਦੀ ਦਾਤ ਲੱਭ ਪਵੇਗੀ। ਫਿਰ ਗੁਣਾਂ ਦੇ ਖਜ਼ਾਨੇ ਬਣ ਜਾਓਗੇ। ਤੇ ਸਤਿਗੁਰਾਂ ਜੀ ਨੇ ਫਿਰ ਵੰਡ ਵੀ ਕਰਕੇ ਦੱਸੀ ਹੈ। ਮਹਾਰਾਜ ਨੇ ਕਿਹਾ ਕਿ ਭਾਈ ਚੌਥਾ ਪੈਰ ਸੁਭਾ ਕੈ ਸੁਰਤਿਆ ਉਪਜੈ ਚਾਓ। ਮਹਾਰਾਜ ਕਹਿੰਦੇ ਜਿਹੜੇ ਸੁਰਤ ਵਾਲੇ ਸਿੱਖ ਹੈ ਨਾ, ਗਿਆਤ ਵਾਲੇ ਸਿੱਖ ਹੈ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜਦੀ ਹੈ, ਉਹਨਾਂ ਨੂੰ ਰਾਤ ਦੇ ਚੌਥੇ ਪੈਰ ਭਾਵ ਅੰਮ੍ਰਿਤ ਵੇਲਾ ਹੈ ਜਦੋਂ ਉਹਨੂੰ ਚਾਅ ਪੈਦਾ ਹੋ ਜਾਂਦਾ ਹੈ ਭਜਨ ਵਿੱਚ ਜੁੜਨ ਦਾ। ਤੇ ਮਹਾਰਾਜ ਕਿਹਾ ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦੀ ਜਲ ਨਾਲ ਮਿੱਤਰਤਾਈ ਹੁੰਦੀ ਹੈ। ਦਰਿਆ ਦੀ ਨਿਆਈ ਸਤ ਸੰਗਤ ਵੈ, ਗੁਰੂ ਸਾਹਿਬ ਹਨ ਦਬਰੀ ਭੂਤ ਹੋ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਝਾਟੀ ਦਇਆ ਕਰਦੇ ਘਰ ਵਿੱਚ ਆ ਜਾਂਦੇ ਆ। ਉਹਨਾਂ ਦੀ ਸਤਿਗੁਰਾਂ ਜੀ ਨਾਲ ਦੋਸਤੀ ਹੈ, ਉਹਨਾਂ ਦੀ ਸਤਸੰਗਤ ਨਾਲ ਦੋਸਤੀ ਹੈ। ਇਹ ਸਤਿਗੁਰਾਂ ਜੀ ਨੇ 1 ਪੈਰ ਚੌਥਾ ਪੈਰ ਦੱਸ ਕੇ ਨਾ ਤੇ 7 ਪੈਰ ਫਿਰ ਮਹਾਰਾਜ ਇਕੱਠੇ ਹੀ ਕਹਿ ਦਿੱਤੇ ਕਿ 7 ਪੈਰੀ 7 ਭਲਾ। ਹਜੂਰ ਕਹਿੰਦੇ ਬਾਕੀ ਜਿਹੜੇ 7 ਪੈਰ ਹੈ ਨਾ ਉਹਦੇ ਵਿੱਚ ਮਹਾਰਾਜ ਕਹਿੰਦੇ ਭਾਈ ਸੱਚ ਬੋਲੋ ਤੇ ਸਰਬੱਤ ਦਾ ਭਲਾ ਮੰਗੋ। ਤੇ ਇਉਂ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ ਕਿ 7 ਪੈਰੀ 7 ਭਲਾ। ਫਿਰ ਇਹ ਪੰਕਤੀ ਪੜੋ। 7 ਪਹਿਰੀ 7 ਭਲਾ ਬਹੀਏ ਪੜਿਆ ਪਾਸ। ਤੇ ਮਹਾਰਾਜ ਜੀ ਨੇ ਆਖਿਆ ਕਿ ਬਹੀਏ ਪੜਿਆ ਪਾਸ। ਪੜਿਆਂ ਦੇ ਕੋਲ ਭਾਈ ਬਹਿਣਾ ਚਾਹੀਦਾ ਕਿ ਭਾਵ 7 ਪਹਿਰਾਂ 'ਚ 1 ਪੈਰ ਤਾਂ ਜੇ ਤੁਸੀਂ ਟਿਕ ਕੇ ਸ਼ਬਦ ਨਾਲ ਸੁਰਤ ਜੋੜੀ ਹੈ ਤਾਂ ਮਹਾਰਾਜ ਕਹਿੰਦੇ ਬਾਕੀ ਜਿਹੜੇ 7 ਪੈਰ ਵੈ ਉਹ ਵੀ ਜਿਹੜੀ ਹੈ ਸੱਚ ਦੀ ਕਮਾਈ ਵਿੱਚ ਕਿਵੇਂ ਲਾਉਣੇ ਐ। ਇੱਕ ਤਾਂ ਸਰਬੱਤ ਦਾ ਭਲਾ ਲੋਚੋ, ਹਰੇਕ ਦਾ ਭਲਾ ਮਹਾਰਾਜ ਕਹਿੰਦੇ ਚਾਹੋ ਮਨ ਦੇ ਅੰਦਰ। ਜੇ ਤੁਸੀਂ ਇਹ ਨਹੀਂ ਕਿ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਹੋ ਕਿ ਇਹ ਭਾਵੇਂ ਚਾਹਤ ਨਹੀਂ ਉਹਨਾਂ ਦੇ ਉਪਜਦਾ, ਜਿਨ ਦਿਨ ਨਹੀਂ ਚੰਗਾ ਕਰਮ ਕਰਨਾ ਉਹਨੂੰ ਅੰਮ੍ਰਿਤ ਵੇਲੇ ਕਿੱਥੋਂ ਚਾਹ ਹੋਣਾ। ਪਰ ਫਿਰ ਵੀ ਕਈ ਉੱਠ ਕੇ ਜੇ ਭਜਨ ਕਰਦੇ ਵੀ ਆ, ਨਿਤਨੇਮ ਕਰਦੇ ਵੀ ਆ, ਤਾਂ ਬਾਹਰੀ ਕਰਮ ਹੀ ਰਹਿ ਜਾਂਦਾ ਹੈ। ਜੇ ਬਾਕੀ 7 ਪੈਰਾਂ ਦੇ ਅੰਦਰ ਫਿਰ ਕੋਈ ਝੂਠ ਬੋਲੇ, ਘੱਟ ਤੋਲੇ ਤੇ ਜਿਹੜਾ ਠੱਗੀਆਂ ਮਾਰੇ, ਤੇ ਉਹ ਫਿਰ ਸਾਧ ਸੰਗਤ ਜੀ ਕੀ ਹੈ
ਕਿਸੇ ਦਾ ਭਲਾ ਨਹੀਂ ਲੋਚਦਾ। ਤੇ ਉਹ ਮਹਾਰਾਜ ਕਹਿੰਦੇ ਭਾਈ ਇਉਂ ਨਹੀਂ, ਜਿਹੜੇ 7 ਪੈਰ ਹੈ ਨਾ ਬਾਕੀ ਦੇ ਵੀ, ਉਹ ਮਹਾਰਾਜ ਕਹਿੰਦੇ ਸੱਚ ਹੀ ਬੋਲੋ ਭਾਈ। ਤੇ ਫਿਰ ਜਿਹੜਾ ਹੈ ਸਰਬੱਤ ਦਾ ਭਲਾ ਮੰਗੋ, ਭਲੇ ਗੁਣ ਜਿਹੜੇ ਆ ਉਹਨਾਂ ਨੂੰ ਧਾਰਨ ਕਰੋ। ਤੇ ਉਹ ਧਾਰਨ ਕਿਵੇਂ ਹੁੰਦੇ ਆ? ਬਹੀਏ ਪੜ੍ਹਿਆਂ ਪਾਸ। ਪੜ੍ਹਿਆਂ ਦੇ ਕੋਲ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤਿ ਪੜ੍ਹੀ ਹੈ ਨਾ, ਕਮਾਈ ਹੈ। ਹੁਣ ਜੇ ਵੇਖੀਏ ਤੇ ਬਾਬਾ ਬੁੱਢਾ ਸਾਹਿਬ ਜੀ, ਸਾਧ ਸੰਗਤ ਜੀ, ਹੋਰ ਕੋਈ ਉਸਤਾਦ ਨਹੀਂ ਧਾਰਨ ਕੀਤਾ, ਹੋਰ ਕੋਈ ਪਾਠਸ਼ਾਲਾ ਵਿੱਚ ਬਾਬਾ ਬੁੱਢਾ ਸਾਹਿਬ ਨੇ ਪੜ੍ਹਾਈ ਨਹੀਂ ਕੀਤੀ। ਬਾਬਾ ਬੁੱਢਾ ਸਾਹਿਬ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਗੁਰਮਤਿ ਪੜ੍ਹੀ ਹੈ। ਤੇ ਫਿਰ ਐਡੀ ਗੁਰਮਤਿ ਪੜ੍ਹੀ ਹੈ, ਜਿਨ੍ਹਾਂ ਦੀ ਗੁਰਮਤਿ ਪੜ੍ਹਾਉਣ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੰਗੇ ਚਰਨੀ ਚੱਲ ਕੇ ਬੀੜ ਸਾਹਿਬ ਆਏ। ਤੇ ਹਜੂਰ ਨੇ ਜਦੋਂ ਇਉਂ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਆਏ ਤੇ ਬਾਬਾ ਬੁੱਢਾ ਸਾਹਿਬ ਨੂੰ ਸਿੱਖਾਂ ਦੱਸਿਆ ਕਿ ਗੁਰੂ ਅਰਜਨ ਸਾਹਿਬ ਆਪ ਹੀ ਚਲੇ ਆਉਂਦੇ। ਤੇ ਬਾਬਾ ਬੁੱਢਾ ਸਾਹਿਬ ਜੀ ਬੜੀ ਕਾਹਲੀ ਨਾਲ, ਬਹੁਤ ਤੇਜ਼ੀ ਨਾਲ ਚੱਲਦੇ ਹੋਏ ਜਦੋਂ ਆਏ ਤੇ ਬੜੀ ਨਿਮਰਤਾ ਨਾਲ ਹੱਥ ਜੋੜ ਮੱਥਾ ਟੇਕਿਆ, ਆਖਿਆ ਮਹਾਰਾਜ ਆਪ ਨੇ ਕਿਉਂ ਖੇਚਲ ਕੀਤੀ ਹੈ? ਸੱਚੇ ਪਾਤਸ਼ਾਹ ਤੁਸੀਂ ਸੇਵਕ ਨੂੰ ਸੁਨੇਹਾ ਘੱਲਦੇ ਤੇ ਅਸੀਂ ਆਪ ਦੇ ਹਜੂਰ ਹਾਜ਼ਰ ਹੋ ਜਾਂਦੇ। ਗੁਰੂ ਸਾਹਿਬ ਨੇ ਬੜੀ ਹਲੀਮੀ ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਨਾ, ਉਹ ਮਹਾਰਾਜ ਕਹਿੰਦੇ ਭਾਈ ਆਪ ਹੀ ਚੱਲ ਕੇ ਆਉਂਦੇ ਆ। ਜਦੋਂ ਇਹ ਹਜੂਰ ਨੇ ਕਿਹਾ ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ, ਮਹਾਰਾਜ ਅਸੀਂ ਤਾਂ ਮੰਗਤੇ ਹਾਂ ਸੱਚੇ ਪਾਤਸ਼ਾਹ, ਆਪ ਦੇ ਦਰ ਦੇ ਕੂਕਰਵਾਂ ਮਹਾਰਾਜ, ਮਾਲਕ ਨੂੰ ਕੀ ਦੇ ਸਕਦੇ ਆ? ਤੇ ਸਤਿਗੁਰਾਂ ਜੀ ਨੇ ਕਿਹਾ ਸੀ, ਬਾਬਾ ਬੁੱਢਾ ਸਾਹਿਬ ਜੋ ਤੁਸੀਂ ਦੇ ਸਕਦੇ ਹੋ ਕੋਈ ਹੋਰ ਨਹੀਂ ਦੇ ਸਕਦਾ, ਸਾਡੇ ਤੇ ਉਪਕਾਰ ਕਰੋ, ਸਾਡੇ ਸਾਹਿਬਜ਼ਾਦੇ ਨੂੰ ਗੁਰਮਤਿ ਪੜ੍ਹਾਓ। ਇਹ ਵੇਖੋ ਵੱਡੀ ਵਡਿਆਈ ਮਹਾਰਾਜ ਪ੍ਰਗਟ ਕੀਤੀ। ਬਹੀਏ ਪੜ੍ਹਿਆਂ ਪਾਸ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਨੇ ਫਿਰ ਵੀ ਹਲੀਮੀ ਨਾਲ ਕਿਹਾ, ਮਹਾਰਾਜ ਆਪ ਦੀ ਜੋਤ ਅਨ ਸੱਚੇ ਪਾਤਸ਼ਾਹ, ਸੇਵਕ ਨੂੰ ਵਡਿਆਈ ਦਿੰਦੇ ਹੋ, ਆਪ ਦਾ ਸੁਭਾਅ ਹੈ ਮੁੱਢ ਕਦੀਮੀ ਦਾ। ਮਹਾਰਾਜ ਜੇ ਆਪ ਆਗਿਆ ਕਰਦੇ ਹੋ ਤੇ ਜ਼ਰੂਰ ਅਸੀਂ ਜੋ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ, ਆਪ ਦੇ ਘਰ ਚੋਂ ਸਿੱਖਿਆ ਹੈ, ਜ਼ਰੂਰ ਮਹਾਰਾਜ ਅਸੀਂ ਪੜ੍ਹਾਵਾਂਗੇ। ਗੁਰਮੁਖੀ ਅੱਖਰ ਬਾਬਾ ਬੁੱਢਾ ਸਾਹਿਬ ਨੇ ਪੜ੍ਹਾਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਤੇ ਫਿਰ ਜਦੋਂ ਮਹਾਰਾਜ ਪੜ੍ਹਾਈ ਬਾਬਾ ਬੁੱਢਾ ਸਾਹਿਬ ਸੰਪੂਰਨ ਕਰਕੇ ਆਏ, ਅੰਮ੍ਰਿਤਸਰ ਸਾਹਿਬ ਲੈ ਕੇ ਆਏ, ਆਖਿਆ ਮਹਾਰਾਜ ਅਸੀਂ ਆਪ ਦੀ ਆਗਿਆ ਮੁਤਾਬਕ ਜੋ ਹੁਕਮ ਕੀਤਾ ਸੀ ਉਹ ਪੂਰਾ ਵਜਾ ਦਿੱਤਾ ਹੈ। ਤੇ ਸਤਿਗੁਰੂ ਜੀ ਨੇ ਫਿਰ ਆਖਿਆ ਕਿ ਬਾਬਾ ਬੁੱਢਾ ਸਾਹਿਬ ਸਾਡੇ ਸਾਹਿਬਜ਼ਾਦੇ ਨੂੰ ਸ਼ਸਤਰ ਵਿਦਿਆ ਵੀ ਸਿਖਾਓ। ਜਿਹੜੇ ਕਈ ਖਿਆਲ ਕਰਦੇ ਨੇ ਕਿ ਬਾਬਾ ਬੁੱਢਾ ਸਾਹਿਬ ਸ਼ਾਇਦ ਮਾਲਾ ਹੀ ਫੇਰਦੇ ਹੋਣਗੇ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਸ਼ਨ ਕਰਨ ਜਾਓ ਨਾ, ਉੱਥੇ ਬਾਬਾ ਬੁੱਢਾ ਸਾਹਿਬ ਦੀ ਵੀ ਸ੍ਰੀ ਸਾਹਿਬ ਦਾ ਦਰਸ਼ਨ ਕਰਾਇਆ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਨੇ ਵੀ ਸ੍ਰੀ ਸਾਹਿਬ ਧਾਰਨ ਕੀਤੀ ਸੀ ਆਪ ਦੇ ਗਾਤਰੇ। ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਜਿੱਥੇ ਸ਼ਸਤਰ ਪਾਏ, ਹਜੂਰ ਨੇ ਆਪ ਪਾਏ, ਬਾਬਾ ਬੁੱਢਾ ਸਾਹਿਬ ਜੀ ਵੀ ਸ੍ਰੀ ਸਾਹਿਬ ਧਾਰਨ ਕਰਕੇ ਰੱਖਿਆ ਕਰਦੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਤਾਂ ਕੀ ਸਿਖਾ ਸਕਦੇ ਹਾਂ, ਪਰ ਜੇ ਆਪ ਏਡੀ ਵਡਿਆਈ ਦਿੰਦੇ ਹੋ। ਤੇ ਬਾਬਾ ਬੁੱਢਾ ਸਾਹਿਬ ਨੇ ਫਿਰ ਇਹ ਵਰਦਾਨ ਦੇ ਬਚਨ ਕਹੇ ਸੀ, ਮਹਾਰਾਜ ਜਿਹੜਾ ਵੀ ਸ਼ਸਤਰ ਆਪ ਜੀ ਆਪਣੇ ਕਰ ਕਮਲਾਂ 'ਚ ਪਕੜੋਗੇ, ਉਹਦੇ ਚਲਾਉਣ ਦੀ ਵਿਦਿਆ ਉਸੇ ਵੇਲੇ ਆਪ ਦੇ ਅੰਦਰ ਸੰਪੂਰਨ ਹੋਵੇਗੀ। ਇਹ ਸ਼ਸਤਰ ਚਲਾਉਣ ਦੀ ਵਿਦਿਆ ਦਾ ਵਰ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਤਾ ਹੈ। ਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਦਿੱਤਾ ਹੋਇਆ ਵਰ ਇਤਿਹਾਸ ਜ਼ਿਕਰ ਕਰਦਾ ਹੈ ਕਿ ਗੁਰੂ ਸਾਹਿਬ ਜੀ ਨੇ ਜਿਹੜਾ ਵੀ ਵਾਰ ਛੱਡਿਆ ਨਾ ਮੈਦਾਨੇ ਜੰਗ ਵਿੱਚ, ਉਹ ਕਾਲੇ ਖਾਂ ਵਰਗਿਆਂ ਨੂੰ ਘੋੜਿਆਂ ਦੀਆਂ ਕਾਠੀਆਂ ਤੱਕ ਵੜ ਦਿੱਤੇ ਸੀ ਮਹਾਰਾਜ ਜੀ ਨੇ। ਲੋਹੇ ਦੇ ਟੋਪ ਤੱਕ, ਸੰਜੋਗ ਬਖਤਰਾਂ ਤੱਕ ਮਹਾਰਾਜ ਨੇ ਵੜ ਦਿੱਤੀਆਂ ਸੀਗੀਆਂ। ਇਹੋ ਜਿਹੇ ਵਾਰ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੇ ਜ਼ਿਕਰ ਕੀਤਾ ਹੈ। ਜਿਹਦੇ ਵੀ ਮਾਰਿਆ, ਜੇ ਮੁਗਲ ਖਾਨ ਦੇ ਮਾਰਿਆ ਤੇ ਉਹਦੇ ਵੀ 2 ਹੀ ਟੋਟੇ ਕਰ ਦਿੱਤੇ। ਕਾਲੇ ਖਾਂ ਵੱਢਿਆ ਤੇ ਨੱਕ ਦੀ ਸੇਧ ਨਾਲੀ ਸਮੇਤ ਲੋਹੇ ਦੇ ਟੋਪ ਦੇ ਚੀਰ ਦਿੱਤਾ ਸੀ। ਪੈਂਦੇ ਖਾਨ ਦੇ ਮਾਰਿਆ ਸੀ ਤੇ ਮੋਢੇ ਦੇ ਉੱਤੋਂ ਧਰ ਕੇ ਮਹਾਰਾਜ ਨੇ ਸਾਰਾ ਧਾੜੀ ਚੀਰ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਜਿੱਥੇ ਜਿੱਥੇ ਮਹਾਰਾਜ ਦਾ ਵਾਰ ਵੱਜਿਆ, ਲੋਹੇ ਦੀਆਂ ਸੰਜੋਗ ਬਖਤਰਾਂ ਤੇ ਸ਼ਰੀਰਾਂ ਵਿੱਚ ਨਹੀਂ ਸੀ ਅਟਕਿਆ। ਇਉਂ ਦੂਸਰੇ ਯੁੱਧ ਵਿੱਚ ਤਾਂ ਮਹਾਰਾਜ ਨੇ ਜਦੋਂ ਰਤਨ ਚੰਦ ਨੇ ਢਾਲ ਆਡੀ ਕਰ ਦਿੱਤੀ ਤੇ ਉਹਦੀ ਢਾਲ ਤੋਂ ਤਿਲਕ ਕੇ ਮਹਾਰਾਜ ਦਾ ਵਾਰ ਘੋੜੇ ਦੀ ਧੌਣ ਹੀ ਵੱਢ ਕੇ ਲੈ ਗਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹ ਚੱਲੇ ਹੋਏ ਵਾਰਾਂ ਦਾ ਬੇਅੰਤ ਜ਼ਿਕਰ ਹੈ। ਇਹ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਆ ਕਿ ਬਹੀਏ ਪੜਿਆਂ ਪਾਸ। ਜੇ ਸਤਿਗੁਰਾਂ ਜੀ ਨੇ ਨਿਯਮ ਤੋਰਿਆ ਕਿ ਬਾਬਾ ਬੁੱਢਾ ਸਾਹਿਬ ਨੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੁਰਮਤਿ ਪੜ੍ਹੀ ਹੈ,
ਉਸ ਗੁਰਮਤ ਨੂੰ ਲੈਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਬਿਠਾਇਆ। ਸਤਿਗੁਰੂ ਜੀ ਸਿੱਖਿਆ ਦਿੰਦੇ ਆ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਿ ਜਿਨ੍ਹਾਂ ਨੇ ਭਾਈ ਗੁਰੂ ਨਾਨਕ ਸਾਹਿਬ ਦੀ ਗੁਰਮਤ ਪੜ੍ਹੀ ਹੈ ਉਹਨਾਂ ਦੇ ਕੋਲ ਬੈਠਣਾ ਕਰੀਏ, ਉਹ ਪੜ੍ਹੇ ਹੋਏ ਐ। ਇੱਥੇ ਹੁਣ ਸੰਸਾਰੀ ਵਿਦਿਆ ਦੇ ਪੜ੍ਹੇ ਹੋਏ ਨਾ ਸਮਝ ਲੈਣਾ, ਕਿਉਂਕਿ ਉਹ ਤਾਂ ਫਿਰ ਹੰਕਾਰ ਨਹੀਂ ਨਾਸ਼ ਹੁੰਦਾ ਨਾ। ਜੇਤਾ ਪੜਿਆ ਤੇਤਾ ਕੜਿਆ ਵਾਲੀ ਗੱਲ ਵਾ, ਉੱਥੇ ਤੇ ਕੜ ਜੀਦਾ ਹੈ। ਗੁਰੂ ਸਾਹਿਬ ਦੀ ਗੁਰਮਤ ਜਿਹੜੀ ਜਿਨ੍ਹਾਂ ਪੜ੍ਹੀ ਹੈ ਉਹਨਾਂ ਦੇ ਪਾਸ ਬਹਿਣਾ ਕਰੀਏ। ਮਹਾਰਾਜ ਕਹਿੰਦੇ ਫਿਰ ਭਾਈ ਸੱਤੇ ਪਹਿਰ ਹੀ ਸਫਲੇ ਹੋ ਜਾਂਦੇ ਆ। 8ਵੇਂ ਪਹਿਰ ਚ ਨਾਮ ਜਪੀਦਾ ਹੈ, ਜਿਹੜਾ ਚੌਥਾ ਪਹਿਰ ਮਹਾਰਾਜ ਦੱਸਿਆ ਹੈ। ਤੇ ਜਿਹੜੀ ਨੀਂਦਰ ਲਈ ਦੀ ਹੈ, ਖਾਣ ਪੀਣ ਦਾ ਨਿਯਮ ਹੈ, ਕਿਉਂਕਿ 8 ਪਹਿਰਾਂ ਚ ਹੀ ਸਭ ਕੁਝ ਵਾ ਨਾ, ਉਹਨਾਂ ਦਾ ਫਿਰ ਸਫਲਾ ਹੀ ਹੋਇਆ ਰਹਿੰਦਾ। ਸੰਗਤ ਦਾ ਪ੍ਰਭਾਵ ਰਹਿੰਦਾ ਹੈ। ਜੇ ਪੜ੍ਹਿਆਂ ਦੇ ਪਾਸ ਬਈਏ ਤਾਂ ਸਤਪੁਰਸ਼ਾਂ ਦੀ ਸੰਗਤ ਕਰੀਏ, ਉਹ ਕਿਉਂਕਿ ਨਾਮ ਦਾ ਪ੍ਰਬਲ ਜ਼ੋਰ ਰਹਿੰਦਾ। ਫਿਰ ਫੁਰਨੇ ਜਿੱਥੇ ਚੱਲਦੇ ਰਹਿੰਦੇ ਆ ਨਾ, ਜੇ ਬੁਰੀ ਸੰਗਤ ਕਰੋਗੇ ਬੁਰੇ ਫੁਰਨੇ ਚੱਲਦੇ ਰਹਿਣਗੇ। ਤੇ ਜਦੋਂ ਪੜ੍ਹਿਆਂ ਦੀ ਸੰਗਤ ਕਰਾਂਗੇ, ਗੁਰਮਤ ਦੇ ਇਹੋ ਜਿਹੇ ਫੁਰਨੇ ਅੰਦਰ ਚੱਲਣਗੇ, ਖਾਂਦਿਆਂ ਪੀਂਦਿਆਂ ਨਹਾਉਂਦਿਆਂ ਸੌਂਦਿਆਂ ਜਾਗਦਿਆਂ ਵਿਹਾਰ ਕਰਦਿਆਂ। ਇਹ ਫਿਰ ਸਾਧ ਸੰਗਤ ਜੀ ਉਹ ਸਾਰਾ ਹੀ ਸਮਾਂ ਸਫਲਾ ਹੀ ਹੋਈ ਚਲਿਆ ਜਾਂਦਾ ਹੈ, ਨਾਮ ਰੂਪ ਹੀ ਹੋ ਜਾਂਦਾ ਹੈ ਸਾਰਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਿਆ ਦਿੱਤੀ। ਤੇ ਗਰੀਬ ਨਵਾਜ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਦੁੱਖ ਤੇ ਸੁੱਖ ਖਸਮ ਦੇ ਕੋਲ ਨੇ, ਭਾਣੇ ਚ ਪ੍ਰਸੰਨ ਰਹਿਣਾ ਚਾਹੀਦਾ। ਬਾਕੀ ਤਾਂ ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੈ ਪਾਸ। ਬਾਕੀ ਹਜੂਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਬੋਲਣਾ ਫਜ਼ੂਲ ਹੀ ਆ ਭਾਈ, ਪਰਮੇਸ਼ਰ ਦੇ ਭਾਣੇ ਚ ਹੀ ਗੁਰਸਿੱਖੋ ਰਹਿਣਾ ਚਾਹੀਦਾ। ਦੁੱਖ ਸੁੱਖ ਉਹਦੇ ਹੁਕਮ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਜੀ ਨੂੰ ਪ੍ਰਾਪਤ ਹੁੰਦੇ ਆ। ਇਹ ਸਤਿਗੁਰਾਂ ਜੀ ਨੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ। ਅੱਗੇ ਮਹਾਰਾਜ ਹੁਣ ਮਹੱਲੇ ਵਿੱਚ ਬਖਸ਼ਿਸ਼ ਕਰਦੇ ਆ। ਪੌਣ ਗੁਰੂ ਪਾਣੀ ਪਿਤਾ। ਇਹ ਸ਼ਬਦ ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਸ਼ਲੋਕ ਥੋੜੇ ਅੱਖਰਾਂ ਦੇ ਭੇਦ ਨਾਲ ਮਹਾਰਾਜ ਜੀ ਨੇ ਉਚਾਰਨ ਕੀਤਾ। ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਧ ਸੰਗਤ ਜੀ ਪੌਣ ਗੁਰੂ ਪਾਣੀ ਪਿਤਾ, ਤੇ ਜਪਜੀ ਸਾਹਿਬ ਵਿੱਚ ਪਵਨ ਗੁਰੂ ਵਾਵੇ ਨਾਲ ਹੈ, ਇੱਥੇ ਊੜੇ ਨਾਲ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਹੈ। ਤੇ ਪੌਣ ਗੁਰੂ ਪਾਣੀ ਪਿਤਾ, ਇਹ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਸਿੱਧਾਂ ਦੇ ਪ੍ਰਥਾਏ ਉਚਾਰ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਖਡੂਰ ਸਾਹਿਬ ਦੇ ਅੰਦਰ ਮਲ ਅਖਾੜਾ ਗੁਰਦੁਆਰਾ ਸਾਹਿਬ ਹੈ, ਮਹਾਰਾਜ ਦੀ ਪਵਿੱਤਰ ਯਾਦਗਾਰ, ਹਜੂਰ ਇੱਥੇ ਸਜੇ ਬੈਠੇ ਸੀ ਸੱਚੇ ਪਾਤਸ਼ਾਹ ਜੀ। ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਮਹਾਰਾਜ ਕਰਾ ਰਹੇ ਸੀ। ਤੇ ਇੱਕਦਮ ਜਿਹੜੇ ਸੀ ਨਾ ਉਹ ਸਿੱਧ ਪ੍ਰਗਟ ਹੋਏ, ਉੱਥੇ ਆਦੇਸ਼ ਕਰਦੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਦੇ ਬੈਠ ਗਏ। ਸਿੱਖ ਬੜੇ ਹੈਰਾਨ ਹੋਏ ਕਿ ਕਿੱਧਰੋਂ ਆ ਗਏ ਇੱਕਦਮ, ਇੱਥੇ ਵੇਖੇ ਨਹੀਂ ਨਾ ਪਹਿਲੋਂ ਇਹਨਾਂ ਨੂੰ ਕੋਈ ਭੇਦ ਸੀ, ਇੱਥੇ ਇੱਕਦਮ ਹੀ ਕਿੱਧਰੋਂ ਆ ਗਏ। ਤੇ ਆਪਣੀ ਸ਼ਕਤੀ ਨਾਲ ਹੀ ਸਿੱਧ ਪ੍ਰਗਟ ਹੋ ਜਾਂਦੇ ਸੀ। ਇਹਨਾਂ ਨੂੰ ਪਤਾ ਲੱਗਾ ਜਦੋਂ ਸਿੱਧਾਂ ਨੂੰ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਾਂ ਆਪਦੇ ਸੇਵਕ ਨੂੰ ਗੁਰਿਆਈ ਤਖਤ ਬਖਸ਼ਿਆ ਏ। ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਫਿਰ ਇਹ ਖਡੂਰ ਸਾਹਿਬ ਵੇਖਣ ਆਏ ਕਿ ਚੱਲੀਏ ਦਰਸ਼ਨ ਕਰੀਏ, ਕਿਉਂਕਿ ਮਹਾਰਾਜ ਇਹਨਾਂ ਨੂੰ ਜਪਜੀ ਸਾਹਿਬ ਵਿੱਚ ਸਾਰਾ ਦੱਸ ਦਿੱਤਾ ਸੀ ਨਾ ਕਿ ਅਸੀਂ 10 ਜਾਮੇ ਧਾਰਾਂਗੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਤਖਤ ਦੇਵਾਂਗੇ। ਇਹ ਮਹਾਰਾਜ ਨੇ ਸਿੱਧਾਂ ਨੂੰ ਸਭ ਬਚਨ ਕਹੇ ਸੀ। ਗਰੀਬ ਨਵਾਜ ਨੇ ਜਦੋਂ ਸਿੱਧਾਂ ਨਾਲ ਚਰਚਾ ਹੋਈ, ਫਿਰ ਸਿੱਧੇ ਇੱਛਾ ਲੈ ਕੇ ਆਏ ਕਿ ਵੇਖੀਏ ਭਲਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਲਾ ਗਿਆਨ ਹੈ ਇਹ ਸਤਿਗੁਰੂ ਜੀ ਦੇ ਕੋਲ ਪਰਖਣ ਲਈ ਜਿਹੜੇ ਸੀ ਸਿੱਧ ਪ੍ਰਗਟ ਹੋਏ। ਤੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਆ ਕਰਕੇ ਕਹਿਣ ਲੱਗੇ ਕਿ ਮਹਾਰਾਜ ਤੁਹਾਡੇ ਗੁਰੂ ਕੌਣ ਹਨ? ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਈ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੈ। ਤਾਂ ਫਿਰ ਇਹ ਕਹਿੰਦੇ ਮਹਾਰਾਜ ਤੁਹਾਡੇ ਗੁਰੂ ਕੈਸੇ ਹੈ ਦੱਸੋ? ਹਜੂਰ ਹੱਸ ਪਏ। ਮਹਾਰਾਜ ਕਹਿੰਦੇ ਭਾਈ ਸਿੱਧੋ ਇਹ ਤਾਂ ਤੁਹਾਡੇ ਨਾਲ ਸਾਡੀ ਚਰਚਾ ਹੋ ਚੱਕੀ ਹੈ ਪਹਿਲਾਂ। ਤੇ ਬੜੇ ਸ਼ਰਮਿੰਦੇ ਹੋਏ, ਕਹਿੰਦੇ ਮਹਾਰਾਜ ਫਿਰ ਵੀ ਸਾਡੀ ਇੱਛਾ ਹੈ, ਅਸੀਂ ਜਾਣਨਾ ਚਾਹੁੰਦੇ ਆ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਪੁੱਛਿਆ ਸੀ ਤੁਹਾਡੇ ਗੁਰੂ ਕੈਸੇ ਹੈ, ਤੇ ਗੁਰੂ ਸਾਹਿਬ ਨੇ ਦੱਸਿਆ ਸੀ ਨਾ ਤੁਹਾਨੂੰ? ਕਹਿਣ ਲੱਗੇ ਹਾਂ ਮਹਾਰਾਜ ਦੱਸਿਆ ਸੀ। ਮਹਾਰਾਜ ਕਹਿੰਦੇ ਜਿਹੋ ਜੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਾਰ ਬ੍ਰਹਮ ਗੁਰੂ ਦੱਸੇ ਆ ਨਾ, ਗੁਰੂ ਨਾਨਕ ਸਾਹਿਬ ਆਪ ਖੁਦ ਪਾਰ ਬ੍ਰਹਮ ਰੂਪ ਹਨ। ਸਾਡਾ ਉਹੋ ਹੀ ਨਿਸ਼ਚਾ ਹੈ ਗੁਰੂ ਨਾਨਕ ਸਾਹਿਬ ਦੇ ਅੰਦਰ। ਕਿਹਾ ਮਹਾਰਾਜ ਸਾਨੂੰ ਦੱਸੋ ਫਿਰ ਇਹ ਸ਼ਲੋਕ ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੱਸਿਆ ਸੀ ਉਹ ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇੱਥੇ ਉਚਾਰਨ ਕੀਤਾ ਹੈ। ਪਹਿਲੋਂ ਅੰਤਰੀਵ ਅਰਥ ਹਨ ਇਸ ਸ਼ਬਦ ਦੇ ਜੋ ਗੁਰੂ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਉੱਪਰ ਨਿਸ਼ਚਾ ਦੱਸ ਰਹੇ, ਆਪਣਾ ਸਿੱਧਾਂ ਨੂੰ ਦੱਸ ਰਹੇ ਆ ਸੱਚੇ ਪਾਤਸ਼ਾਹ। ਫਿਰ ਜਿਹੜੇ ਜਪ ਸਾਹਿਬ ਦੇ ਵਿੱਚ ਅਰਥ ਹਨ ਉਹ ਆਪਾਂ ਸਰਵਣ ਕਰਾਂਗੇ। ਹਜੂਰ ਨੇ ਫਰਮਾਇਆ ਉਸ ਸਮੇਂ ਸਿੱਧਾਂ ਦੇ ਪ੍ਰਥਾਏ ਪੌਣ ਗੁਰੂ ਪਾਣੀ ਪਿਤਾ। ਮਹਾਰਾਜ ਕਹਿੰਦੇ ਭਾਈ ਸਿੱਧੋ ਗੁਰੂ ਨਾਨਕ ਸਾਹਿਬ ਜੀ ਪੌਣ ਵਰਗੇ ਨਿਰਲੇਪ ਹਨ। ਜਿਵੇਂ
ਹਵਾ ਜਿਹੜੀ ਹੁੰਦੀ ਹੈ ਨਾ, ਉਹ ਸਾਧ ਸੰਗਤ ਜੀ ਸੁਗੰਧੀ ਨੂੰ ਖਵੇ ਤੇ ਸੁਗੰਧੀ ਤੋਂ ਵੀ ਨਿਰਲੇਪ ਹੀ ਹੁੰਦੀ ਹੈ। ਤੇ ਜੇ ਗੰਦਗੀ ਦੇ ਉੱਪਰੋਂ ਦੀ ਗੁਜਰੇ ਤੇ ਗੰਦਗੀ ਦੇ ਵਿੱਚ ਵੀ ਉਹਨੂੰ ਕੋਈ ਖੋਭ ਨਹੀਂ ਹੈ, ਨਿਰਲੇਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਵੇਂ ਪੌਣ ਨਿਰਲੇਪ ਹੈ ਨਾ, ਇਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਸਾਹਿਬ ਜੀ ਪੌਣ ਦੀ ਤਰ੍ਹਾਂ ਮਹਾਰਾਜ ਕਹਿੰਦੇ ਨਿਰਲੇਪ ਹਨ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪੌਣ ਗੁਰੂ ਪਾਣੀ ਪਿਤਾ। ਫਿਰ ਸਾਡੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਪਾਣੀ ਦੀ ਤਰ੍ਹਾਂ ਸ਼ੀਤਲ ਹਨ। ਜਿਨ ਜਿਨ ਵੀ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਪਾਇਆ ਤੇ ਉਹ ਤਪ ਦਾ ਕੜਾਹਾ ਬੁਝ ਗਿਆ ਸੀ। ਜੀਆਂ ਦੀ ਕੀ ਬਾਤ ਵੈ, ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਸੀਤਲ ਹਨ, ਜਲ ਵਰਗੇ ਠੰਡੇ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤੇ ਇਸ ਪ੍ਰਕਾਰ ਪਿਤਾ ਦੀ ਨਿਆਈ ਫਿਰ ਮਹਾਰਾਜ ਕਹਿੰਦੇ ਭਾਈ ਸੁਭ ਗੁਣਾਂ ਦੀ ਉਤਪਤੀ ਦਾ ਕਾਰਨ ਹਨ। ਜਿਵੇਂ ਸਾਰੇ ਜੀਆਂ ਦੀ ਉਤਪਤੀ ਪਿਤਾ ਦੇ ਰਾਹੀਂ ਹੁੰਦੀ ਹੈ ਨਾ, ਮਹਾਰਾਜ ਕਹਿੰਦੇ ਭਾਈ ਸਿੱਖੀ ਦੇ ਗੁਣ ਜਿਹੜੇ ਆ ਨਾ, ਉਹ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਪ੍ਰਗਟ ਹੁੰਦੇ। ਇਸ ਕਰਕੇ ਪਿਤਾ ਦੀ ਨਿਆਈ ਹਨ। ਪਵਨ ਗੁਰੂ ਪਾਣੀ ਪਿਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਗੁਣ ਹਜੂਰ ਗੁਰੂ ਅੰਗਦ ਸਾਹਿਬ ਨੇ ਦੱਸੇ ਹਨ ਕਿ ਇਹ ਤੱਤਾਂ ਤੋਂ ਲੈ ਕਰਕੇ ਮਹਾਰਾਜ ਨੇ ਕਿਹਾ ਭਾਈ ਸਾਡੇ ਗੁਰੂ ਸਾਹਿਬ ਦੇ ਅੰਦਰ ਇਹੋ ਜੀ ਨਿਰਲੇਪਤਾਈ ਹੈ, ਪੌਣ ਵਰਗੀ ਤੇ ਪਾਣੀ ਵਰਗੀ ਸ਼ੀਤਲਤਾਈ ਹੈ। ਪਿਤਾ ਦੀ ਨਿਆਈ ਮਹਾਰਾਜ ਕਹਿੰਦੇ ਭਾਈ ਗੁਣਾਂ ਨੂੰ ਉਤਪੰਨ ਕਰਦੇ ਹਨ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ। ਮਾਤਾ ਧਰਤ ਮਹਤ। ਫਿਰ ਮਹਾਰਾਜ ਕਹਿੰਦੇ ਭਾਈ ਮਾਤਾ ਦੀ ਨਿਆਈ ਪਾਲਣਾ ਕਰਨ ਵਾਲੇ ਐ। ਗੁਰੂ ਸਾਹਿਬ ਜੀ ਆਪਣਾ ਨਾਮ ਰੂਪੀ ਦੁੱਧ ਚੁੰਘਾ ਕਰਕੇ ਸਿੱਖਾਂ ਦੀ ਪਾਲਣਾ ਕਰਦੇ ਐ। ਜਿਹੜਾ ਮਹਾਰਾਜ ਨੇ ਕਿਹਾ ਕਿ ਮੁਖ ਨਾਮ ਤੁਮਾਰੋ ਖੀਰਾ, ਵਾਹਿਗੁਰੂ ਤੇਰਾ ਨਾਮ ਹੀ ਸਾਡੇ ਵਾਸਤੇ ਇਹ ਦੁੱਧ ਵੈ ਮੁਖ ਦੇ ਅੰਦਰ। ਇਹ ਗੁਰੂ ਸਾਹਿਬ ਜੀ ਮਾਤਾ ਦੀ ਨਿਆਈ ਪਾਲਣਾ ਕਰਨ ਵਾਲੇ ਆ ਸਿੱਖਾਂ ਦੀ। ਇਸ ਪ੍ਰਕਾਰ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹਤ। ਧਰਤੀ ਦੀ ਨਿਆਈ ਧੀਰਜ ਵਾਲੇ ਆ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤੇ ਆਕਾਸ਼ ਦੀ ਨਿਆਈ ਮਹਤ ਵੱਡੇ ਐ, ਵਿਆਪਕ ਵੈ, ਸਭ ਥਾਵਾਂ ਦੇ ਉੱਤੇ ਸਮਾਏ ਹੋਏ ਆ, ਨਿਰਖੋਭ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਡੇ ਗੁਰੂ ਨਾਨਕ ਸਾਹਿਬ ਜੀ ਐਸੇ ਹਨ। ਦਿਨ ਰਾਤ ਦੋਏ ਦਾਈ ਦਾਇਆ। ਇੱਥੇ ਹੁਣ ਸਾਧ ਸੰਗਤ ਜੀ ਦੂਸਰਾ ਅੰਤਰ ਆਇਆ ਹੈ। ਦਿਨਸ, ਉੱਥੇ ਮਹਾਰਾਜ ਨੇ ਦਿਵਸ ਕਿਹਾ। ਦਿਵਸ ਜਿਹੜਾ ਜਪਜੀ ਸਾਹਿਬ ਦਾ ਸ਼ਲੋਕ ਹੈ ਨਾ, ਉੱਥੇ ਵਾਵਾ ਹੈ। ਇੱਥੇ ਮਹਾਰਾਜ ਦਿਨਸ ਨੰਨੇ ਨਾਲ ਕਹਿ ਰਹੇ ਸੱਚੇ ਪਾਤਸ਼ਾਹ। ਹਜੂਰ ਕਹਿੰਦੇ ਭਾਈ ਸਾਡੇ ਗੁਰੂ ਸਾਹਿਬ ਨਾ ਦਿਨ ਦੀ ਨਿਆਈ ਹੈ। ਜਿਵੇਂ ਸੂਰਜ ਚੜ੍ਹਦਾ ਸਭ ਨੂੰ ਰਾਹ ਦਿਸਣ ਲੱਗ ਪੈਂਦੇ ਐ, ਇਵੇਂ ਗੁਰੂ ਸਾਹਿਬ ਜੀ ਸੂਰਜ ਵੱਤ ਚੜੇ ਹੋਏ ਆ ਸੱਚੇ ਪਾਤਸ਼ਾਹ। ਸਾਰੇ ਉਹ ਜਿਹੜੇ ਐ ਧਰਮ ਦੇ ਵੇਦ ਸ਼ਾਸਤਰਾਂ ਦੇ ਸਾਰੇ ਹੀ ਰਾਹ ਦਿਸ ਪੈਂਦੇ ਐ। ਨਿਰੰਕਾਰ ਦਾ ਪ੍ਰਾਪਤੀ ਦਾ ਰਾਹ ਦਿਸ ਪੈਂਦਾ, ਪਰਮਾਰਥ ਦਾ ਰਾਹ ਦਿਸ ਪੈਂਦਾ। ਗੁਰੂ ਸਾਹਿਬ ਜੀ ਇਹੋ ਜਿਹੇ ਸੂਰਜ ਹਨ। ਤੋ ਇਸ ਪ੍ਰਕਾਰ ਦਿਨਸ ਫਿਰ ਪੜੋ। ਦਿਨਸ ਰਾਤ ਦੋਏ ਦਾਈ ਦਾਇਆ। ਤੇ ਰਾਤ ਦੋਏ, ਰਾਤਾਂ ਕਿਹੜੀਆਂ? ਦੋ ਰਾਤਾਂ ਹੁੰਦੀਆਂ। ਇੱਕ ਪੂਰਨਮਾਸ਼ੀ ਦੀ ਰਾਤ ਹੁੰਦੀ ਹੈ, ਇੱਕ ਮੱਸਿਆ ਦੀ ਰਾਤ ਹੁੰਦੀ ਹੈ। ਸਾਧ ਸੰਗਤ ਜੀ ਮੱਸਿਆ ਦੀ ਰਾਤ ਦੀ ਨਿਆਈ ਤਾਂ ਨਿਰਵਿਕਲਪ ਸਮਾਧੀ ਲਾਉਣ ਵਾਲੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤੇ ਜਿਹੜੀ ਪੂਰਨਮਾਸ਼ੀ ਦੀ ਰਾਤ ਹੈ, ਇਹ ਸਿੱਖਾਂ ਦੇ ਹਿਰਦੇ ਦੇ ਅੰਦਰ ਬੈਰਾਗ ਰੂਪੀ ਚੰਦਰਮਾ ਚੜਾਉਣ ਵਾਲੇ ਆ ਸੱਚੇ ਪਾਤਸ਼ਾਹ। ਸੁਭ ਗੁਣਾ ਰੂਪੀ ਤਾਰਿਆਂ ਨੂੰ ਮਹਾਰਾਜ ਟਮਕਾਉਣ ਵਾਲੇ ਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਇਸ ਪ੍ਰਕਾਰ ਹਜੂਰ ਫਰਮਾਉਂਦੇ ਆ ਦਿਨ ਰਾਤ ਦੋਏ ਦਾਈ ਦਾਇਆ। ਫਿਰ ਦਾਈ ਦੀ ਤਰ੍ਹਾਂ ਜਿਵੇਂ ਦਾਈ ਖਡਾਉਂਦੀ ਆ ਨਾ, ਇਵੇਂ ਸੱਚੇ ਪਾਤਸ਼ਾਹ ਜੀ ਪ੍ਰੇਮ ਦੀ ਖੇਡ ਖਡਾਉਣ ਵਾਲੇ ਆ ਸੱਚੇ ਪਾਤਸ਼ਾਹ। ਸਿੱਖਾਂ ਨੂੰ ਪ੍ਰੇਮ ਦੀ ਖੇਡ ਖਡਾਉਂਦੇ ਆ। ਤੇ ਇਹ ਬਚਨ ਕਹੇ ਆ ਪਹਿਲੇ ਸਰੂਪ ਦੇ ਅੰਦਰ ਕਿ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪ੍ਰੇਮ ਦੀ ਖੇਡ ਮਹਾਰਾਜ ਸਾਹਿਬ ਜੀ ਦਾਈ ਦੀ ਨਿਆਈ ਖਡਾਉਂਦੇ ਆ। ਤੇ ਦਾਇਆ ਜਿਵੇਂ ਬਾਗਾਂ ਦੀਆਂ ਸੈਰਾਂ ਖਡਾਵੇ ਕਰਾਉਂਦੇ ਹੁੰਦੇ ਆ, ਸੱਚੇ ਪਾਤਸ਼ਾਹ ਦੇ ਵਿੱਚ ਜਿਨ੍ਹਾਂ ਦੀ ਸੁਰਤ ਜੁੜਦੀ ਸਭ ਖੰਡਾਂ ਬ੍ਰਹਮੰਡਾਂ ਦੀ ਸੈਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਰਾ ਦਿੰਦੇ ਆ। ਸੁਰਤ ਨਾਲ ਬੈਠੇ ਹੀ ਸਿੱਖ ਵੇਖ ਲੈਂਦੇ ਆ ਕਿ ਬ੍ਰਹਮਪੁਰੀ ਚ ਕੀ ਹੁੰਦਾ, ਵਿਸ਼ਨਪੁਰੀ ਚ ਕੀ ਹੁੰਦਾ। ਸਭ ਖੰਡਾਂ ਬ੍ਰਹਮੰਡਾਂ ਦੀਆਂ, ਜਿੱਥੇ ਦੇਵਤਿਆਂ ਦੀ ਪਹੁੰਚ ਵੀ ਨਹੀਂ ਉੱਥੇ ਵੀ ਸਿੱਖਾਂ ਦੀ ਪਹੁੰਚ ਮਹਾਰਾਜ ਕਰਾ ਦਿੰਦੇ ਆ। ਖੇਲੈ ਸਗਲ ਜਗਤ। ਇਹ ਸਾਰਾ ਜਗਤ ਜਿਹੜਾ ਖੇਲ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਿਖਾ ਦਿੰਦੇ ਆ। ਪਤਾ ਲੱਗ ਜਾਂਦਾ ਸਿੱਖ ਨੂੰ ਕਿ ਇਹ ਤਾਂ ਖੇਲ ਹੀ ਆ ਕੇਵਲ। ਉਥੇ ਇਹ ਤਮਾਸ਼ਾ ਵੇਖਦੇ ਹੋਏ ਨਿਰਲੇਪ ਰਹਿ ਕੇ ਸਿੱਖ ਅਸੰਗ ਹੀ ਰਹਿੰਦੇ। ਆਪ ਦਾ ਸਰੀਰ ਜਿਹੜਾ ਖੇਲ ਦੀ ਤਰ੍ਹਾਂ ਹੀ ਧਾਰਨ ਕੀਤਾ, ਖੇਲ ਦੀ ਤਰ੍ਹਾਂ ਛੱਡ ਜਾਂਦੇ ਆ। ਚੰਗਿਆਈਆਂ ਬੁਰਿਆਈਆਂ। ਫਿਰ ਜਿਹਨਾਂ ਸਿੱਖਾਂ ਦੇ ਅੰਦਰ ਜਿਹੜੇ ਚੰਗੇ ਗੁਣ ਮੈਂ, ਜਿਹੜੇ ਬੁਰੇ ਕੋਈ ਔਗਣ ਹਨ,
ਵਾਚੇ ਧਰਮ ਹਦੂਰ। ਧਰਮ ਸਰੂਪ ਸਤਿਗੁਰਾਂ ਜੀ ਦੇ ਅੱਗੇ ਵਾਚੇ ਜਾਂਦੇ ਆ, ਹਜੂਰ ਵੇਖ ਲੈਂਦੇ ਆ ਕਿ ਭਈ ਸਿੱਖ ਕੀ ਕਰ ਰਿਹਾ। ਖੀਰ ਖਾਣੇ ਸਿੱਖ ਵਰਗੇ ਵੀ ਗੁਰੂ ਅੰਗਦ ਸਾਹਿਬ ਨੇ ਪਛਾਣ ਹੀ ਲਏ ਸੀ ਨਾ ਕਿ ਭਈ ਇਹ ਕੀ ਕਰਦਾ, ਕੋਈ ਸੇਵਾ ਤਾਂ ਕਰਦਾ ਹੀ ਨਹੀਂ। ਮਹਾਰਾਜ ਸਾਹਿਬ ਜੀ ਚੰਗੇ ਗੁਣ ਤੇ ਔਗਣ ਪਹਿਚਾਨਣ ਵਾਲੇ ਆ, ਸੱਚੇ ਪਾਤਸ਼ਾਹ ਦੇ ਹਜੂਰ ਵੇਖੇ ਜਾਂਦੇ ਆ। ਕਰਮੀ ਆਪੋ ਆਪਣੀ, ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਦੇ ਨਾਲ ਸਾਧ ਸੰਗਤ ਜੀ ਸੇਵਾ ਕੀਤੀ ਹੈ ਸਤਿਗੁਰੂ ਜੀ ਦੇ ਕੋਲ, ਆਪੋ ਆਪਣੇ ਕਰਮਾਂ ਦੀ ਜਿਹੜੀ ਕਿਰਿਆ ਹੈ ਉਹਦੇ ਕਰਕੇ ਕੇ ਨੇੜੇ ਕੇ ਦੂਰ। ਕੋਈ ਫਿਰ ਸਾਧ ਸੰਗਤ ਜੀ ਨੇੜੇ ਹੋ ਜਾਂਦੇ ਆ, ਭਾਵ ਸਰੂਪ ਦੀ ਲਖਤਾ ਪਾ ਜਾਂਦੇ ਆ, ਕੋਈ ਫਿਰ ਦੂਰ ਚਲੇ ਜਾਂਦੇ ਆ। ਜਦੋਂ ਗੁਰੂ ਘਰ ਦੇ ਅੰਦਰ ਮਾਇਆ 'ਚ ਹੀ ਜੁੜੇ ਰਹਿੰਦੇ ਆ, ਲੰਗਰ ਹੀ ਛਕ ਛੱਡਿਆ, ਹਜ਼ੂਰ ਦੀ ਸਿੱਖਿਆ ਸੁਣੀ ਨਾ, ਮਹਾਰਾਜ ਉੱਤੇ ਵੀ ਇਹ ਜਿਹੜਾ ਸੀ ਮਨ ਦੇ ਅੰਦਰ ਬੁੱਧੀ ਵਿੱਚ ਖਿਆਲ ਰੱਖਿਆ ਕਿ ਸਾਡੇ ਵਰਗੇ ਹੀ ਹੈ, ਉਹ ਫਿਰ ਦੂਰ ਹੀ ਚਲੇ ਜਾਂਦੇ ਆ, ਫਿਰ ਜੂਨਾਂ 'ਚ ਜਾ ਡਿੱਗਦੇ ਆ। ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਕੀਤਾ ਹੋਇਆ ਨਾਮ ਸਿੱਧੋ ਧਿਆਉਣਾ ਕੀਤਾ ਹੈ, ਗਏ ਮਸਕਤ ਘਾਲ। ਉਹ ਮਸ਼ੱਕਤ ਕਮਾਈ ਜਿਹੜੀ ਉਹਨਾਂ ਨੇ ਘਾਲਣਾ ਘਾਲੀ। ਮਹਾਰਾਜ ਕਹਿੰਦੇ ਭਾਈ ਮਸ਼ੱਕਤ ਜਿਹੜੀ ਮਿਹਨਤ ਕੀਤੀ ਨਾ, ਉਹਨੂੰ ਮਹਾਰਾਜ ਕਹਿੰਦੇ ਭਾਈ ਫਲ ਲੱਗ ਗਿਆ। ਉਹ ਫਿਰ ਜਦੋਂ ਇੱਥੋਂ ਗਏ, ਮਹਾਰਾਜ ਕਹਿੰਦੇ ਉਹਨਾਂ ਦੀ ਘਾਲ ਕਮਾਈ ਪੂਰੀ ਥਾਂ ਪੈ ਗਈ। ਨਾਨਕ ਤੇ ਮੁਖ ਉਜਲੇ, ਸਤਿਗੁਰੂ ਜੀ ਕਹਿੰਦੇ ਭਾਈ ਨਾਨਕ ਤੇ ਮੁਖ ਉਜਲੇ। ਤੀਸਰਾ ਫਰਕ ਸਾਧ ਸੰਗਤ ਜੀ ਇੱਥੇ ਆ ਚੁੱਕਾ ਹੈ। ਜਿੱਥੇ ਆਇਆ ਸੀ ਵਾਚੇ ਧਰਮ ਹਦੂਰ, ਉੱਥੇ ਜਪਜੀ ਸਾਹਿਬ ਚ ਆ ਕੇ ਵਾਚਾ ਧਰਮ ਹਦੂਰ, ਦਲਾਵਾਂ ਨਾਲ ਹੈ, ਇੱਥੇ ਲਾਂ ਨਾਲ। ਇਹ ਤੀਸਰਾ ਫਰਕ ਆਇਆ। ਅੱਗੇ ਚੌਥਾ ਇੱਕ ਫਰਕ ਹੋਰ ਆਵੇਗਾ। ਨਾਨਕ ਤੇ ਮੁਖ ਉਜਲੇ, ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਮੁਖ ਉਜਲੇ ਹੁੰਦੇ, ਪ੍ਰਕਾਸ਼ਮਈ ਹੁੰਦੇ ਹਨ। ਹੋਰ ਕੀਤੀ ਛੁੱਟੀ ਨਾਲ, ਹੋਰ ਸ਼ਬਦ ਇੱਥੇ ਮਹਾਰਾਜ ਸਾਹਿਬ ਜੀ ਨੇ ਧਰਿਆ ਹੈ ਨਾਲ। ਤੇ ਇਹ ਚੌਥਾ ਫਰਕ ਇਸ ਸ਼ਲੋਕ ਦੇ ਅੰਦਰ ਮਹਾਰਾਜ ਨੇ ਧਰਿਆ ਕਿ ਹੋਰ ਕਿੰਨੀ ਵੀ ਸ੍ਰਿਸ਼ਟੀ ਜਿਹੜੀ ਆ ਉਹਨਾਂ ਦੇ ਨਾਲ ਹੀ ਛੁੱਟ ਜਾਂਦੀ ਹੈ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਸੰਗਤ ਕਰਕੇ ਹੀ। ਇਹ ਸਾਧ ਸੰਗਤ ਜੀ ਜਦੋਂ ਭੇਦ ਨਾ ਹੋਵੇ, ਇੱਕ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਾਗੀ ਸਿੰਘ ਕੀਰਤਨ ਕਰਨ ਇਸ ਜਿਹੜਾ ਸੀ ਮਹੱਲੇ ਦਾ, ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਜਪਜੀ ਸਾਹਿਬ ਹੀ ਇਕੱਲਾ ਪੜ੍ਹਿਆ ਤੇ ਗੁਰੂ ਸਾਹਿਬ ਦੀ ਵਿਦਿਆ ਨਹੀਂ ਲਈ, ਉਹ ਬਾਹਰੋਂ ਦਰਸ਼ਨ ਕਰਨ ਕੋਈ ਆਏ ਸੀ ਤਾਂ ਸਿੱਖੀ, ਉਹ ਕਹਿਣ ਲੱਗੇ ਵੇਖੋ ਰਾਗੀ ਸਿੰਘ ਗਲਤ ਬਾਣੀ ਪੜ੍ਹੀ ਜਾਂਦੇ ਆ, ਤੇ ਕਹਿ ਰੱਖੇ ਆ ਹੋਰ ਕੀਤੀ ਛੁੱਟੀ ਨਾਲ। ਕਹਿੰਦੇ ਜਪਜੀ ਸਾਹਿਬ ਚ ਮਹਾਰਾਜ ਹੋਰ ਆਖਿਆ ਹੀ ਨਹੀਂ। ਫਿਰ ਉਹ ਸਿੰਘ ਕਹਿੰਦੇ ਭਾਈ ਇਹ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੀ ਹੈ, ਪਰ ਤੁਸੀਂ ਅਜੇ ਜਪਜੀ ਸਾਹਿਬ ਹੀ ਸਿੱਖਿਆ ਹੋਣਾ, ਕੱਲਾ ਹੋਰ ਬਾਣੀ ਨਹੀਂ ਸਿੱਖੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹੀ। ਕਹਿਣ ਲੱਗੇ ਅੱਛਾ ਸਾਨੂੰ ਤਾਂ ਪਤਾ ਨਹੀਂ ਸੀ। ਭਾਈ ਜੇ ਪਤਾ ਨਹੀਂ ਹੋਵੇ ਤਾਂ ਕਿਸੇ ਪ੍ਰਕਾਰ ਝਾਟੀ ਜੱਜ ਬਣ ਕੇ ਨਿਰਣਾ ਨਹੀਂ ਕਰਨਾ ਚਾਹੀਦਾ, ਗੁਰੂ ਸਾਹਿਬ ਦੀ ਗੁਰਮਤਿ ਸਿੱਖਿਆ ਲੈਣੀ ਚਾਹੀਦੀ ਹੈ ਪਹਿਲੋਂ। ਐਡਾ ਕੇਂਦਰੀ ਸਥਾਨ ਹੈ ਤੇ ਉੱਥੇ ਐਵੇਂ ਕੋਈ ਕਿਵੇਂ ਆਪਣੇ ਕੋਲੋਂ ਸ਼ਬਦ ਮਿਲਾ ਕੇ ਪੜ੍ਹ ਸਕਦਾ ਹੈ। ਦੁਨੀਆ ਸਾਰੀ ਅੱਜ ਵੇਖੋ ਭਾਵੇਂ ਜਿਹੜੀ ਆ ਨੈਟ ਰਾਹੀਂ ਸੁਣਦੀ ਹੈ, ਉੱਥੇ ਕੀਰਤਨ ਕਰਨ ਦੀ ਪੂਰੀ ਨਿਯਮਬੰਦ ਮਰਿਆਦਾ ਹੈ। ਕੋਈ ਆਪਣੇ ਤਰੀਕੇ ਨਾਲ ਸਾਧ ਸੰਗਤ ਜੀ ਕੋਈ ਉੱਥੇ ਸਾਰੇ ਗਾਮਾਂ ਵੀ ਨਹੀਂ ਪੜ੍ਹੀ ਜਾ ਸਕਦੀ, ਉੱਥੇ ਬਹੁਤ ਨਿਯਮ ਹੈ। ਤੋ ਇਹ ਸਾਰੇ ਨਿਯਮ ਜਿਹੜੇ ਆ ਗੁਰੂ ਸਾਹਿਬ ਦੇ ਘੜੇ ਹੋਏ, ਜਿਵੇਂ ਬਾਹਰ ਰਾਗੀ ਸਿੰਘ ਲਾ ਲੈਂਦੇ ਆ ਨਾ ਸਾਰੇ ਗਾਮਾਂ ਦੀ ਜਿਹੜੀ ਆ ਸੁਰਾਂ ਲਾ ਦਿੰਦੇ ਆ, ਪਰ ਉੱਥੇ ਨਹੀਂ ਉਹ ਪੜ੍ਹੀ ਜਾ ਸਕਦੀ ਸਰਗਮ। ਉੱਥੇ ਤਾਂ ਬਾਣੀ ਪੜ੍ਹਦੇ ਆ ਜਾਂ ਰਾਗ ਜ਼ਰੂਰ ਅਲਾਪਿਆ ਜਾ ਸਕਦਾ ਹੈ। ਇਉਂ ਸਾਧ ਸੰਗਤ ਜੀ ਇਹ ਨਿਯਮ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਭਾਈ ਹੋਰ ਜਿੰਨੇ ਵੀ ਆ ਉਹਨਾਂ ਦੀ ਸੰਗਤ ਕਰਨ ਵਾਲੇ ਸਭ ਛੁੱਟ ਜਾਂਦੇ ਹਨ। ਇਸੇ ਪ੍ਰਕਾਰ ਹੀ ਪੌਣ ਗੁਰੂ ਪਾਣੀ ਪਿਤਾ। ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਜਪ ਸਾਹਿਬ ਦੇ ਅੰਦਰ ਭਾਵ ਰੱਖਿਆ ਹੈ, ਮਹਾਰਾਜ ਨੇ ਕਿਹਾ ਵੀ ਸਿੱਧੋ ਇਹ ਸਾਡੇ ਗੁਰੂ ਸਾਹਿਬ ਨਾਲ ਤੁਹਾਡੀ ਚਰਚਾ ਹੋਈ ਹੈ, ਪਰ ਜੇ ਤੁਸੀਂ ਸਾਡੀ ਪਰਖ ਕਰਨਾ ਚਾਹੁੰਦੇ ਹੋ ਤਾਂ ਮਹਾਰਾਜ ਕਹਿੰਦੇ ਭਾਈ ਅਸੀਂ ਦੱਸ ਦਿੰਨੇ ਆ ਤੁਹਾਨੂੰ, ਫਿਰ ਤੁਸੀਂ ਸੁਣ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜੀ ਪੌਣ ਹੈ ਨਾ ਇਹ ਗੁਰੂ ਰੂਪ ਹੈ, ਕਿਉਂਕਿ ਸਾਰਿਆਂ ਦੇ ਸਵਾਸਾਂ ਦਾ ਆਧਾਰ ਪੌਣ ਹੀ ਹੈ। ਸਾਧ ਸੰਗਤ ਜੀ ਸਵਾਸਾਂ ਤੋਂ ਬਿਨਾਂ ਜੀਵ ਮੁਰਦਾ ਹੈ ਤੇ ਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਆਤਮਾ ਮੁਰਦਾ ਹੈ। ਜਿਹਨੂੰ ਗੁਰੂ ਨਹੀਂ ਨਾ ਧਾਰਨ ਕੀਤਾ ਉਹ ਜਿਉਂਦਿਆਂ ਚ ਨਹੀਂ ਹੁੰਦੇ, ਮੁਰਦੇ ਹੀ ਹੁੰਦੇ ਆ। ਗੁਰੂ ਸਾਹਿਬ ਹੀ ਜੀਵਨ ਦਾਨ ਦਿੰਦੇ, ਅੰਦਰ ਆਤਮਿਕ ਜੀਵਨ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਕਿਵੇਂ ਸਾਧ ਸੰਗਤ ਜੀ ਪ੍ਰਾਪਤ ਹੋ ਸਕਦਾ ਹੈ। ਕਿੰਨਾ ਬਾਣੀ ਵਿੱਚ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਗੁਰੂ ਤੋਂ ਬਿਨਾਂ ਮੁਰਦਾ ਹੈ ਜੀਵ। ਇਸ ਕਰਕੇ
ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਮਹਾਰਾਜ ਕਹਿੰਦੇ ਭਾਈ ਸਮਝ ਆ ਹੀ ਨਹੀਂ ਸਕਦੀ, ਸੋਝੀ ਪੈ ਹੀ ਨਹੀਂ ਸਕਦੀ। ਇਸ ਤਰ੍ਹਾਂ ਜਿਵੇਂ ਪੌਣ ਸਭ ਦਾ ਆਧਾਰ ਰੂਪ ਹੈ ਨਾ, ਜੀਵਨ ਦਾ ਆਸਰਾ ਰੂਪ ਹੈ, ਇਵੇਂ ਆਤਮਿਕ ਜੀਵਨ ਦਾ ਆਸਰਾ ਰੂਪ ਗੁਰੂ ਸਾਹਿਬ ਜੀ ਹਨ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜੀ ਪੌਣ ਹੈ ਉਹ ਗੁਰੂ ਦੀ ਨਿਆਈ ਹੈ, ਤੇ ਪਾਣੀ ਤੋਂ ਸਭ ਦੀ ਉਤਪਤੀ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਾਣੀ ਹੀ ਸਭ ਜਗਤ ਦਾ ਪਿਤਾ ਹੈ। ਮਾਤਾ ਧਰਤ ਮਹਤ, ਤੇ ਧਰਤੀ ਹੀ ਸਭ ਦੀ ਪਾਲਣਾ ਕਰਦੀ ਹੈ। ਵੇਖੋ ਜੋ ਕੁਝ ਪੈਦਾ ਹੁੰਦਾ ਹੈ ਧਰਤੀ ਤੋਂ ਹੀ ਸਾਧ ਸੰਗਤ ਜੀ ਉਗਦਾ ਹੈ, ਤੇ ਖਾਣ ਵਾਲੇ ਸਭ ਪਦਾਰਥ ਜਿਹੜੇ ਹੈ ਇਸ ਪ੍ਰਕਾਰ ਭਾਵੇਂ ਹੋਰ ਵੀ ਚੀਜ਼ਾਂ ਵੇਖਦੇ ਆ, ਇਹ ਧਰਤੀ ਜਿਹੜੀ ਹੈ ਇੱਥੇ ਸਭ ਦੀ ਪ੍ਰਤਪਾਲਣਾ ਹੋ ਰਹੀ ਹੈ। ਮਹਾਰਾਜ ਕਹਿੰਦੇ ਭਾਈ ਮਹੱਤ ਵੱਡੀ ਜਿਹੜੀ ਹੈ ਨਾ ਮਾਤਾ, ਉਹ ਧਰਤੀ ਹੈ ਜਿਹੜੀ ਸਭ ਦੀ ਪਾਲਣਾ ਕਰਦੀ ਆ। ਦਿਨ ਰਾਤ ਦੋਏ ਦਾਈ ਦਾਇਆ, ਫਿਰ ਦਿਨ ਤੇ ਰਾਤ ਜਿਹੜੇ ਹੈ ਇਹ ਦਿਨ ਦਾਏ ਦੀ ਤਰ੍ਹਾਂ ਮਹਾਰਾਜ ਕਹਿੰਦੇ ਹੈ, ਤੇ ਰਾਤ ਜਿਹੜੀ ਉਹ ਦਾਈ ਦੀ ਨਿਆਈ ਹੈ। ਖੇਲੈ ਸਗਲ ਜਗਤ, ਸਾਰਾ ਜਗਤ ਜਿਹੜਾ ਉਹ ਇਹਨਾਂ ਦੇ ਖਡਾਇਆਂ ਖੇਡ ਰਿਹਾ ਹੈ। ਰਾਤ ਨੂੰ ਜਿਹੜੀ ਦਾਈ ਹੁੰਦੀ ਹੈ ਨਾ ਉਹ ਲੋਰੀ ਸੁਣਾ ਕੇ ਸਮਾਉਂਦੀ ਹੈ, ਤੇ ਦਾਇਆ ਜਿਹੜਾ ਹੈ ਉਹ ਸੈਰ ਕਰਾਉਂਦਾ ਹੈ, ਖਡਾਉਂਦਾ ਹੈ, ਖਡਾਵੇ ਹੁੰਦੇ ਹਨ। ਮਹਾਰਾਜ ਕਹਿੰਦੇ ਭਾਈ ਜਿਹੜਾ ਦਿਨ ਮੈਂ ਤਾਂ ਖਡਾਵਿਆਂ ਦੀ ਤਰ੍ਹਾਂ ਜਿਹੜਾ ਹੈ ਕਦੇ ਧੰਦਿਆਂ ਚ ਲਾਉਂਦਾ ਹੈ, ਕਦੇ ਸੈਰ ਕਰਾਉਂਦਾ ਹੈ, ਕਦੇ ਕਿੱਧਰ ਜੀਵ ਦੌੜੇ ਫਿਰਦੇ ਹੈ। ਰਾਤ ਜਿਹੜੀ ਹੈ ਦਾਈ ਦੀ ਨਿਆਈ ਹੈ, ਲੋਰੀ ਦੇ ਕੇ ਸੁਆ ਦਿੰਦੀ ਹੈ, ਸਾਰੇ ਲੋਕ ਰਾਤ ਨੂੰ ਸੌਂ ਜਾਂਦੇ ਆ। ਇਹ ਮਹਾਰਾਜ ਕਹਿੰਦੇ ਭਾਈ ਦਾਈ ਤੇ ਦਾਏ ਦੀ ਤਰ੍ਹਾਂ ਦਿਨ ਤੇ ਰਾਤ ਜਿਹੜੇ ਹੈ ਸਾਰਾ ਜਗਤ ਇਹਨਾਂ ਦੇ ਖਿਲਾਇਆਂ ਖੇਲ ਰਿਹਾ ਹੈ। ਰਾਤ ਸੁਆ ਰਹੀ ਹੈ, ਖਡਾਵਾ ਦਿਨ ਨੂੰ ਖਡਾ ਰਿਹਾ ਹੈ। ਚੰਗਿਆਈਆਂ ਬੁਰਿਆਈਆਂ, ਫਿਰ ਜੀਵ ਦੀਆਂ ਜਿਹੜੀਆਂ ਚੰਗਿਆਈਆਂ ਤੇ ਬੁਰਿਆਈਆਂ ਨਾ, ਜਿਵੇਂ ਸਾਧ ਸੰਗਤ ਜੀ ਇਹ ਦਾਈ ਤੇ ਦਾਇਆ ਹੁੰਦੇ ਆ ਨਾ, ਜਦੋਂ ਬੱਚਿਆਂ ਨੂੰ ਜਿਹੜਾ ਹੈ ਪ੍ਰਤਪਾਲਣਾ ਕਰਦੇ ਆ, ਖਿਲਾਉਂਦੇ ਆ ਜਾਂ ਸਵਾਉਂਦੀ ਆ ਦਾਈ, ਤੇ ਫਿਰ ਜਿਹੜੀ ਉਦੋਂ ਗਲਤੀ ਕਰੇ ਬੱਚਾ ਤੇ ਦਾਈ ਵੀ ਦੱਸ ਦਿੰਦੀ ਹੈ ਉਹ ਮਾਤਾ ਪਿਤਾ ਮਾਲਕ ਦੇ ਤਾਈ ਕਿ ਵੀ ਇਹ ਸੌਂਦਾ ਨਹੀਂ, ਇਹ ਖਰਾਬੀ ਕਰਦਾ। ਦਾਇਆ ਵੀ ਦੱਸ ਦਿੰਦਾ ਹੈ ਵੀ ਚੂਰੀ ਨਹੀਂ ਖਾਂਦਾ, ਡੋਲ ਦਿੰਦਾ ਹੈ, ਭੱਜਦਾ ਹੈ, ਖਰਾਬੀ ਕਰਦਾ। ਇਉਂ ਦੱਸ ਦਿੰਦਾ ਨਾ ਦਾਇਆ ਵੀ ਤੇ ਦਾਈ ਵੀ ਮਾਲਕ ਨੂੰ, ਕਿ ਕਿਉਂਕਿ ਮਾਲਕ ਦੇ ਹਨ ਨਾ ਅੱਗੇ ਰੱਖੇ ਹੋਏ ਦਾਈ ਤੇ ਦਾਇਆ। ਇਹ ਸਾਧ ਸੰਗਤ ਜੀ ਜਿਹੜਾ ਦਿਨ ਰੂਪੀ ਦਾਇਆ ਹੈ ਨਾ, ਇਹ ਦਿਨ ਵਿੱਚ ਜਿਹੜੇ ਕਰਮ ਕੀਤੇ ਹੈ ਇਹ ਦਿਨ ਰੂਪੀ ਦਾਇਆ ਹੀ ਦੱਸ ਦਿੰਦਾ ਹੈ ਕਿ ਵੀ ਇਹਨੇ ਬੁਰੇ ਕਰਮ ਕੀਤੇ ਹੈ ਕਿ ਚੰਗੇ ਕਰਮ ਕੀਤੇ ਹੈ। ਚੰਗਿਆਈਆਂ ਬੁਰਿਆਈਆਂ, ਜਿਹੜੀਆਂ ਚੰਗਿਆਈਆਂ ਤੇ ਬੁਰਿਆਈਆਂ ਹਨ ਨਾ, ਇਹ ਰਾਤ ਜਿਹੜੀ ਹੈ ਪੈ ਗਈ ਤੇ ਸਮਝਦੇ ਕਿ ਕੌਣ ਵੇਖਦਾ ਹੈ, ਤੇ ਫਿਰ ਪਾਪ ਕਰਮ ਕਰਦੇ ਆ। ਇਹ ਰਾਤ ਰੂਪੀ ਦਾਈ ਦੱਸ ਦਿੰਦੀ ਹੈ ਉੱਥੇ ਕਿ ਵੀ ਇਹਨੇ ਆਹ ਬੁਰਾ ਕਰਮ ਜਿਹੜਾ ਹੈ ਨਾ ਇਹ ਪਾਪ ਕਰਮ ਇਹਨੇ ਕੀਤਾ ਹੈ। ਤੇ ਉਹ ਫਿਰ ਜਿਹੜੀਆਂ ਚੰਗਿਆਈਆਂ ਤੇ ਬੁਰਾਈਆਂ ਹਨ ਜੀਵ ਦੀਆਂ ਕੀਤੀਆਂ ਹੋਈਆਂ ਇਸ ਸੰਸਾਰ ਦੇ ਅੰਦਰ, ਚੰਗੇ ਕਰਮ ਕੀਤੇ ਐ, ਪੁੰਨ ਕਰਮ ਐ, ਉਹ ਵੀ ਸਾਰੇ, ਤੇ ਜਿਹੜੇ ਬੁਰੇ ਕਰਮ ਕੀਤੇ, ਪਾਪ ਕੀਤੇ, ਕਿ ਕਿਹੜਾ ਕੋਈ ਵੇਖਦਾ ਹੈ, ਉਹ ਸਾਰੇ ਦੇ ਸਾਰੇ ਹੀ। ਵਾਚੇ ਧਰਮ ਹਦੂਰ, ਇੱਥੇ ਸਾਧ ਸੰਗਤ ਜੀ ਉਹ ਵਾਚੇ ਦਾ ਫਰਕ ਮਹਾਰਾਜ ਦੱਸਿਆ ਹੈ। ਚਾਰ ਅੰਤਰ ਹਨ। ਵਾਚੇ ਧਰਮ ਹਦੂਰ, ਜਿਹੜਾ ਧਰਮ ਰਾਜਾ ਥਾਪਿਆ ਹੋਇਆ ਨਾ ਮਹਾਰਾਜ ਦੇ ਹਜੂਰ ਹੀ ਰਹਿੰਦਾ ਜਿਹੜਾ, ਤੇ ਅਥਵਾ ਉਹਦੇ ਹਦੂਰ ਸਾਹਮਣੇ ਫਿਰ ਵਾਚੇ ਜਾਂਦੇ ਐ। ਉਹ ਵਹੀ ਖਾਤਾ ਦਫ਼ਤਰ ਦਈ ਜਬ ਕਾਢ ਹੈ ਤਬ ਹੋਏਗੋ ਕੌਣ ਹਵਾਲ, ਬਾਣੀ ਨੇ ਕਿਹਾ। ਜਦੋਂ ਇਹ ਫਿਰ ਸਾਧ ਸੰਗਤ ਜੀ ਕੱਢਿਆ ਜਾਂਦਾ ਨਾ, ਕਈ ਵੇਖੋ ਇੰਨੇ ਗਾਫਲ ਵਾ ਬਾਣੀ ਤੋਂ ਹੀ ਉਲਟ ਉਪਦੇਸ਼ ਦਿੰਦੇ ਆ, ਕਹਿੰਦੇ ਕੋਈ ਧਰਮ ਰਾਜਾ ਨਹੀਂ, ਇਹ ਕਹਿੰਦੇ ਐਵੇਂ ਬਸ ਕਹਿਣ ਦੀਆਂ ਗੱਲਾਂ ਨੇ, ਡਰਾਵੇ ਦਿੰਦੇ ਆ। ਬਾਣੀ 'ਚ ਕਿੱਥੇ ਲਿਖਿਆ? ਆ ਵੇਖ ਲਓ, ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਲਿਖਿਆ ਹੋਇਆ, ਤੇ ਹੋਰ ਤਾਂ ਅੱਗੇ ਲੱਭੋਗੇ ਤਾਂ ਬਹੁਤ ਆ ਜਾਂਦਾ ਹੈ। ਕਬੀਰ ਸਾਹਿਬ ਨੇ ਕਿਹਾ, ਕਬੀਰ ਜੇਤੇ ਪਾਪ ਕੀਏ ਰਾਖੈ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਜਦੋਂ ਪੁੱਛੇਗਾ ਫਿਰ ਕੱਢ ਲੈ ਜਾਣੇ ਸਾਰੇ। ਉਹ ਜਦੋਂ ਉਹਨੇ ਆਪਦੇ ਦਫ਼ਤਰ ਵਿੱਚ ਤੇਰਾ ਹਿਸਾਬ ਕਿਤਾਬ ਕੱਢਿਆ ਨਾ, ਤੇ ਫਿਰ ਵਾਚਣਾ ਹੈ, ਉਹਨੇ ਵਾਚਣਾ ਕੀ, ਵੇਖਣਾ ਹੈ, ਨਿਰਣੇ ਕਰਨਾ ਹੈ। ਉਹਨੇ ਪਾਪ ਤੇ ਪੁੰਨ ਵਿਚਾਰਨੇ ਆ। ਜੇ ਤਾਂ ਪਾਪ ਤੇ ਪੁੰਨ ਸਾਧ ਸੰਗਤ ਜੀ ਬਰਾਬਰ ਰਹਿ ਜਾਣ ਤਾਂ ਫਿਰ ਕਹਿੰਦੇ ਆ ਮਨੁੱਖਾ ਜਨਮ ਦੁਬਾਰਾ ਮਿਲ ਜਾਂਦਾ ਹੈ, ਤੇ ਜੇ ਪੁੰਨ ਵੱਧ ਜਾਣ ਤਾਂ ਦੇਵਦੇਹੀ ਮਿਲ ਜਾਂਦੀ ਹੈ। ਜੇ ਪਾਪ ਵੱਧ ਜਾਣ ਤਾਂ ਫਿਰ 84 ਲੱਖ ਜੂਨਾਂ ਦਾ ਜਿਹੜਾ ਪ੍ਰਸਾਦ ਉਹ ਮਿਲਦਾ ਜੀਵ ਨੂੰ। ਫਿਰ ਭਟਕਦਾ, ਜਿਹੜੀਆਂ ਢਿੱਡ ਘਸਾ ਕੇ ਜੂਨਾਂ ਜਿਹੜੀਆਂ ਹਨ, ਜਿਵੇਂ ਸੱਪ ਵੈ, ਕਿਰਲੇ ਐ, ਤੇ ਇਹ ਢਿੱਡ ਘਸਾ ਕੇ ਤੁਰਦੇ ਐ। ਇਸ ਤਰ੍ਹਾਂ ਇਹਨਾਂ ਦੀਆਂ ਜੂਨਾਂ ਟੇਢੀਆਂ ਜਿਹੜੀਆਂ ਨਾ ਫਿਰ ਉਹ ਪ੍ਰਾਪਤ ਹੁੰਦੀਆਂ।
ਇਹ ਤਾਂ ਫਿਰ ਧਰਮ ਰਾਜਾ ਵਾਚਣ ਨੂੰ ਬਿਠਾਇਆ ਮਹਾਰਾਜ ਜੀ ਨੇ, ਤੇ ਉਹ ਵਾਹਿਗੁਰੂ ਦੇ ਹਜ਼ੂਰ ਬੈਠਾ ਹੋਇਆ। ਤੇ ਅੱਜ ਕੱਲ ਤਾਂ ਇੱਥੇ ਵੇਖੋ ਉਹ ਕਹਿੰਦੇ ਆ ਕਿ ਕੰਪਿਊਟਰ ਦੇ ਉੱਤੇ ਇੱਕ ਹੀ ਉਂਗਲ ਮਾਰਦੇ ਤੇ ਝੱਟ ਹੀ ਵੇਖੋ ਸਾਰਾ ਹਿਸਾਬ ਕਿਤਾਬ ਨਿਕਲ ਆਉਂਦਾ ਹੈ ਝੱਟ ਹੀ। ਤੇ ਉਹ ਸਾਧ ਸੰਗਤ ਜੀ ਜਿਹੜਾ ਨਾ ਪਰਮੇਸ਼ਰ ਦਾ ਲੇਖਾ ਜੋਖਾ ਉਹ ਬੜਾ ਅਦੁੱਤੀ ਹੈ। ਉਹ ਤਾਂ ਜੀਵ ਨੂੰ ਇਹ ਸਾਧ ਸੰਗਤ ਜੀ ਜਿਹੜਾ ਹੈ, ਭਾਵੇਂ ਕਿ ਕਈ ਜਿਹੜੇ ਹੈ ਇਹੋ ਜਿਹੇ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਧਰਮ ਰਾਜੇ ਦੀ ਕਚਹਿਰੀ ਵੀ ਵੇਖ ਲਈ, ਇਹੋ ਜਿਹੀਆਂ ਬੜੀਆਂ ਘਟਨਾਵਾਂ ਹਨ, ਪਰ ਸਾਧ ਸੰਗਤ ਜੀ ਜਿਹੜਾ ਸਤਿਗੁਰਾਂ ਜੀ ਦਾ ਬਾਣੀ ਵਿੱਚ ਦਿੱਤਾ ਹੋਇਆ ਉਪਦੇਸ਼ ਹੈ ਨਾ, ਇਹਨੂੰ ਆਪਣੇ ਮਨ ਵਿੱਚ ਅਟਲ ਸਮਝਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਨੇ ਜੇ ਕਿਹਾ ਤਾਂ ਕੋਈ ਥਾਂ ਹੈ ਜਿੱਥੇ ਜਾ ਕਰਕੇ ਮੇਰੇ ਹਿਸਾਬ ਕਿਤਾਬ ਨੂੰ ਵਾਚਿਆ ਜਾਣਾ। ਇਸ ਕਰਕੇ ਭਾਈ ਨਿਰੰਕਾਰ ਦਾ ਭੈ ਮੰਨਦੇ ਹੋਏ ਜਿਹੜੇ ਹੈ ਨਾ ਸਦਾਚਾਰੀ ਲੋਕ, ਉਹ ਫਿਰ ਪਾਪ ਕਰਮ ਤੋਂ ਬਚਦੇ ਆ, ਤੇ ਇਹ ਨਹੀਂ ਸੋਚਦੇ ਕਿ ਕਿਹੜਾ ਕੋਈ ਵੇਖਦਾ ਹੈ। ਉਹ ਤਾਂ ਫਿਰ ਸਭ ਲੇਖਾ ਜਿਹੜਾ ਜਦੋਂ ਹੋਣਾ ਹੈ ਕੱਢਿਆ ਜਾਣਾ, ਧਰਮ ਰਾਜੇ ਦੇ ਹਜ਼ੂਰ ਜਿਹੜਾ ਹੈ ਵਾਚਿਆ ਜਾਣਾ। ਤੇ ਇਹ ਫਿਰ ਸਾਧ ਸੰਗਤ ਜੀ ਪਾਪ ਤੇ ਪੁੰਨ ਦੀ, ਬੁਰੇ ਤੇ ਚੰਗੇ ਕਰਮਾਂ ਦੀ ਵਿਚਾਰ ਜਿਹੜੀ ਹੈ ਫਿਰ ਉੱਥੇ ਧਰਮ ਰਾਜਾ ਕਰਦਾ ਹੈ, ਤੇ ਜੀਵ ਨੂੰ ਉਹਦੇ ਕੀਤੇ ਕਰਮਾਂ ਦਾ ਫਿਰ ਫਲ ਭੁਗਤਾਨ ਜਿਹੜਾ ਉੱਥੇ ਹੁੰਦਾ ਹੈ। ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਸਿੱਧਾ ਨੂੰ ਦੱਸਿਆ ਸੀਗਾ, ਉਹੋ ਹੀ ਮਹਾਰਾਜ ਸਾਹਿਬ ਜੀ ਜਿਹੜਾ ਹੈ ਕਿ ਸਾਡਾ ਨਿਸ਼ਚਾ ਸਾਡੇ ਗੁਰੂ ਸਾਹਿਬ ਦੇ ਵਿੱਚ ਹੈ ਸਿੱਧੋ। ਮਹਾਰਾਜ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੇ ਵੀ ਇਹੀ ਸ਼ਬਦ ਕਿਹਾ ਕਿ ਭਾਈ ਧਰਮ ਰਾਜੇ ਦੇ ਹਜ਼ੂਰ ਨਿਰੰਕਾਰ ਦੀ ਬਣਾਈ ਹੋਈ ਹੈ ਸਭਾ ਜਿਹੜੀ ਹੈ, ਉੱਥੇ ਫਿਰ ਵਾਚੇ ਜਾਂਦੇ ਆ ਜੀਵ ਦੇ ਚੰਗੇ ਤੇ ਬੁਰੇ ਕਰਮ। ਕਰਮੀ ਆਪੋ ਆਪਣੀ, ਫਿਰ ਆਪੋ ਆਪਣੇ ਕਰਮਾਂ ਦੇ ਮੁਤਾਬਕ, ਜੇ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਚੰਗੇ ਕਰਮ ਕੀਤੇ ਐ ਤੇ ਫਿਰ ਜਿਹੜਾ ਹੈ ਉਹ ਅੱਗੇ ਪੜ੍ਹ ਦਿਓ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿ ਕੋਈ ਤਾਂ ਮਹਾਰਾਜ ਕਹਿੰਦੇ ਚੰਗੇ ਕਰਮ ਕੀਤੇ ਐ ਤੇ ਭਾਈ ਪਰਮੇਸ਼ਰ ਦੇ ਨੇੜੇ ਚਲੇ ਜਾਂਦੇ ਐ, ਵਾਹਿਗੁਰੂ ਉਹਨਾਂ ਨੂੰ ਭਾਵ ਭਗਤੀ ਲਾ ਦਿੰਦੇ ਐ। ਇਹ ਸਾਧ ਸੰਗਤ ਜੀ ਜੇ ਬਹੁਤ ਚੰਗੇ ਕਰਮ ਹੈ ਨਾ ਜਿੰਨੇ, ਤੇ ਉਹਨੂੰ ਫਿਰ ਜਨਮ ਮਿਲਦਾ ਹੈ ਬੰਦਗੀ ਦਾ, ਤੇ ਜਿੰਨੇ ਨਾਮ ਹੀ ਜਪਿਆ ਹੈ ਉਹਦੀ ਬਾਬਤ ਤਾਂ ਮਹਾਰਾਜ ਨੇ ਫਿਰ ਜਿਵੇਂ ਵਕੀਲਾਂ ਕੋਲ ਕਿਤਾਬਾਂ ਹੁੰਦੀਆਂ ਨਾ, ਉਹ ਦੱਸਦੇ ਆ ਕਿ ਇਹਦੇ ਤੇ ਕਿਹੜੀ ਧਾਰਾ ਲਾਗੂ ਹੁੰਦੀ ਹੈ। ਧਰਮ ਰਾਜੇ ਕੋਲ ਵੀ ਇਹੀ ਕਾਨੂੰਨ ਦੀਆਂ ਬਣਾਈਆਂ ਹੋਈਆਂ ਸਾਰੀਆਂ ਕਿਤਾਬਾਂ ਨੇ ਪਰਮੇਸ਼ਰ ਦੀਆਂ, ਤੇ ਉਹ ਜਿਹੜੀ ਫਿਰ ਧਾਰਾ ਮਹਾਰਾਜ ਸਾਹਿਬ ਨੇ ਦੱਸਿਆ ਉਵੇਂ ਉਵੇਂ ਲਾਉਂਦਾ ਹੈ। ਤੇ ਜਿਹੜੇ ਨਾਮ ਜਪਦੇ ਐ ਉਹਨਾਂ ਤੇ ਉਹਨੂੰ ਪਤਾ ਹੈ ਕਿ ਧਾਰਾ ਲੱਗਦੀ ਕੋਈ ਨਹੀਂ, ਇਸ ਕਰਕੇ ਉਹ ਧਰਮ ਰਾਜਾ ਵੀ ਉਹਨਾਂ ਨੂੰ ਫਿਰ ਕਹਿੰਦਾ ਵੀ ਮੈਂ ਤੁਹਾਡੇ ਤੇ ਕਾਨੂੰਨ ਕੋਈ ਫਿੱਟ ਹੀ ਨਹੀਂ ਹੁੰਦਾ, ਕੀ ਕਰਾਂ। ਇਸ ਕਰਕੇ ਉਹਨੂੰ ਛੱਡਣਾ ਹੀ ਪੈਂਦਾ ਹੈ। ਤੇ ਜਿਹੜੇ ਨਾਮ ਦੇ ਰਸੀਏ ਹੋ ਜਾਂਦੇ ਆ ਉਹਨਾਂ ਨੂੰ ਜਾਣਾ ਹੀ ਨਹੀਂ ਪੈਂਦਾ ਧਰਮ ਰਾਜੇ ਦੀ ਕਚਹਿਰੀ ਦੇ ਅੰਦਰ। ਇਹ ਵੀ ਸਤਿਗੁਰਾਂ ਨੇ ਬਾਣੀ ਦੇ ਅੰਦਰ ਸ਼ਬਦ ਕਹੇ ਆ। ਪਰ ਜਿਹੜੇ ਸਾਧ ਸੰਗਤ ਜੀ ਚੰਗੇ ਤੇ ਬੁਰੇ ਕਰਮਾਂ 'ਚ ਹੀ ਫਸੇ ਰਹਿੰਦੇ ਆ ਨਾ, ਉਹਨਾਂ ਦੀ ਬਾਬਤ ਮਹਾਰਾਜ ਕਹਿੰਦੇ ਵਾਚਿਆ ਧਰਮ ਹਦੂਰ, ਉਹ ਫਿਰ ਧਰਮ ਰਾਜੇ ਦੇ ਸਾਹਮਣੇ ਵਾਚੇ ਜਾਂਦੇ ਸਾਰੇ। ਜਿਹੜੇ ਚੰਗੇ ਕਰਮਾਂ ਦਾ ਪੁੰਨਾਂ ਦਾ ਸਾਧ ਸੰਗਤ ਜੀ ਕੀ ਹੈ ਕਿ ਉਹਨਾਂ ਨੂੰ ਇਹ ਸਮਝ ਕੇ ਨਹੀਂ ਕਰਦੇ ਕਿ ਫਲ ਮਿਲੂਗਾ, ਪਾਪਾਂ ਤੋਂ ਉਹ ਬਚ ਜਾਂਦੇ ਐ, ਭਜਨ ਵਿੱਚ ਹੀ ਲੱਗੇ ਰਹਿੰਦੇ ਐ। ਦੱਸੋ ਧਰਮ ਰਾਜਾ ਵਿਚਾਰੂਗਾ ਕੀ ਉਹਨਾਂ ਦਾ? ਧਰਮ ਰਾਜਾ ਤਾਂ ਜਦੋਂ ਵਿਚਾਰਦਾ ਤੇ ਮਹਾਰਾਜ ਨੇ ਕਹਿਣਾ ਕਿ ਚੰਗਿਆਈਆਂ ਬੁਰਿਆਈਆਂ, ਚੰਗੇ ਤੇ ਬੁਰੇ ਕਰਮ ਹੀ ਵਾਚਿਆ ਧਰਮ ਹਦੂਰ, ਜਿਨ੍ਹਾਂ ਦੇ ਅੰਤःਕਰਣ ਦੇ ਉੱਤੇ ਨਾਮ ਹੀ ਲਿਖਿਆ ਗਿਆ ਹੈ। ਨਾ ਚੰਗੇ ਕਰਮਾਂ ਦਾ ਉਹਨਾਂ ਨੂੰ ਕੋਈ ਸਾਧ ਸੰਗਤ ਜੀ ਲਪਾਏ ਮਾਨਗੀ ਰਹਿ ਗਈ ਕਿ ਫਲ ਮਿਲੇਗਾ ਪੁੰਨ ਕਰਮ ਦਾ, ਤੇ ਨਾ ਕੋਈ ਪਾਪ ਕਰਮ ਹੀ ਉਹਨਾਂ ਦਾ ਰਿਹਾ। ਇਸ ਕਰਕੇ ਉਹ ਧਰਮ ਰਾਜੇ ਦੀ ਕਚਹਿਰੀ 'ਚ ਨਹੀਂ ਜਾਂਦੇ। ਉਹ ਵੀ ਸਤਿਗੁਰਾਂ ਜੀ ਨੇ ਬਾਣੀ ਵਿੱਚ ਸਿੱਖਿਆ ਦਿੱਤੀ ਹੈ, ਪਰ ਜਿਹੜੇ ਚੰਗੇ ਤੇ ਬੁਰੇ ਕਰਮ ਕਰਦੇ ਆ ਉਹਨਾਂ ਵਿੱਚ ਫਸੇ ਆ। ਉਹ ਮਹਾਰਾਜ ਕਹਿੰਦੇ ਸਾਰੇ ਜੀਵ ਜਿਹੜੇ ਧਰਮ ਰਾਜੇ ਦੀ ਕਚਹਿਰੀ 'ਚ ਜਾਂਦੇ ਆ, ਤੇ ਫਿਰ ਮਹਾਰਾਜ ਨੇ ਕਿਹਾ ਕਿ ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕੋਈ ਤਾਂ ਨੇੜੇ ਚਲੇ ਜਾਂਦੇ ਆ। ਨੇੜੇ ਦਾ ਰਾਹ ਕਿਹੜਾ ਹੈ? ਭਾਵ ਭਗਤੀ ਵਾਲਾ ਜਨਮ। ਫਿਰ ਕਹਿੰਦੇ ਆ ਧਰਮ ਰਾਜਾ ਕਹਿੰਦਾ ਵੀ ਤੂੰ ਕਰਮ ਬੜੇ ਚੰਗੇ ਕੀਤੇ ਐ, ਨਿਸ਼ਕਾਮ ਕਰਮ ਤੇਰੇ ਹਨ, ਤਾਂ ਤੈਨੂੰ ਮਨੁੱਖਾ ਜਨਮ ਦਿੰਨੇ ਆ ਹੁਣ। ਤੇ ਫਿਰ ਨਿਰੰਕਾਰ ਦੀ ਮਰਜ਼ੀ ਨਾਲ ਸੰਗਤ ਦਾ ਲੇਖ ਪਾਉਂਦੇ ਐ, ਫਿਰ ਭਾਵ ਭਗਤੀ ਦਾ ਲੇਖ ਪਾਉਂਦੇ ਐ, ਜੀਵ ਨੂੰ ਮੁਕਤ ਹੋਣ ਦੀ ਵਾਰੀ ਦਿੰਦੇ ਆ। ਤੇ ਫਿਰ ਸਾਧ ਸੰਗਤ ਜੀ ਜੇ ਕੋਈ ਪਾਪ ਕਰਮ ਵਾਲੇ ਕੀਤੇ ਐ ਤੇ ਉਹ ਫਿਰ ਦੂਰ ਚਲੇ ਜਾਂਦੇ ਆ, ਹੋਰ ਲੰਮੀ ਵਾਟ ਤੇ ਪੈ ਜਾਂਦੇ ਆ ਕਿ ਚੰਗਾ ਬਈ ਤੂੰ ਹੁਣ 84 ਲੱਖ ਜੂਨਾ ਭੋਗ ਕੇ ਫਿਰ ਆਈ, ਤੈਨੂੰ ਮਨੁੱਖਾ ਜਨਮ ਦੀ ਕਦਰ ਕੋਈ ਨਹੀਂ। ਕਦਰ ਨਹੀਂ ਕਰਦੇ ਜਦੋਂ ਮਨੁੱਖਾ ਜਨਮ ਕਿੰਨਾ ਇਹ ਅਮੋਲਕ ਮਿਲਿਆ ਹੈ।
ਤੇ ਜਿਹੜੇ ਵਿਸ਼ਿਆਂ 'ਚ ਲੱਗੇ ਐ, ਜੂਏ ਖੇਡਣ 'ਚ, ਸ਼ਰਾਬਾਂ ਦੇ ਪੀਣ 'ਚ ਲੱਗੇ ਐ, ਉਹਨਾਂ ਨੂੰ ਕੀ ਕਦਰ ਐ ਇਸ ਮਨੁੱਖਾ ਜਨਮ ਦੀ। ਉਹ ਫਿਰ ਕਹਿੰਦੇ ਤੂੰ ਕਦੇ ਕਦਰ ਨਹੀਂ ਪਾਈ ਤੇ ਹੁਣ ਤੂੰ ਜਿਹੜੀਆਂ ਜਿਹੋ ਜੇ ਆਦਤਾਂ ਪਾ ਛੱਡੀਆਂ ਨਾ, ਚੱਲ ਉਹਨਾਂ ਜੂਨਾਂ 'ਚ ਹੀ ਜਾ। ਫਿਰ ਕੇ ਨੇੜਾ ਕਿ ਦੂਰ, ਉਹ ਕੋਈ ਦੂਰ ਹੀ ਚਲੇ ਜਾਂਦੇ ਆ, ਲੰਮਾ ਗੇੜ ਪੈ ਜਾਂਦਾ ਏ। ਜਿਨੀ ਨਾਮ ਧਿਆਇਆ, ਪਰ ਜਿਨ੍ਹਾਂ ਨੇ ਨਾਮ ਧਿਆਇਆ ਨਾ, ਇੱਥੇ ਮਹਾਰਾਜ ਹੁਣ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਕਿ ਉਹਨਾਂ ਨੂੰ ਭਾਈ ਜਿਹੜਾ ਹੈ ਉਹ ਧਰਮ ਰਾਜੇ ਦੀ ਕਚਹਿਰੀ 'ਚ ਨਹੀਂ ਜਾਣਾ ਪੈਂਦਾ। ਗਏ ਮਸਕਤ ਘਾਲ, ਉਹਨਾਂ ਨੇ ਜਿਹੜੀ ਮਸਕਤ ਮਿਹਨਤ ਕੀਤੀ ਹੈ ਨਾ, ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਘਾਲ ਫਿਰ ਥਾਂ ਪੈ ਜਾਂਦੀ ਹੈ, ਉਹ ਕਮਾਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਆਪਣੇ ਜੀਵਨ ਦੀ ਜਿੰਨੀ ਵੀ ਆਜੂ ਸੀ ਉਹਨੂੰ ਮਹਾਰਾਜ ਕਹਿੰਦੇ ਸਫਲਿਆਂ ਹੀ ਕਰ ਗਏ। ਇਸ ਸੰਸਾਰ ਦੇ ਉੱਤੇ ਜਿੰਨੇ ਸਾਹ ਉਹਨਾਂ ਨੇ ਲਏ, ਕਿੰਨਾ ਨੇ, ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਇੱਕ ਇੱਕ ਸਾਹ ਨਾਲ, ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਮਸਕਤ ਕੀਤੀ ਹੋਈ ਜਿਹੜੀ ਕਮਾਈ ਸੀਗੀ, ਮਿਹਨਤ ਸੀਗੀ, ਉਹ ਘਾਲ ਮਹਾਰਾਜ ਕਹਿੰਦੇ ਭਾਈ ਘਾਲਣਾ ਜਿਹੜੀ ਆ ਉਹ ਥਾਂ ਪੈ ਗਈ, ਸਫਲੀ ਹੋ ਗਈ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਹਜੂਰ ਕਹਿੰਦੇ ਮੁਖ ਉਜਲੇ ਹੁੰਦੇ ਆ, ਪ੍ਰਕਾਸ਼ਮਈ ਚਿਹਰਾ ਵੇਖ ਕੇ ਧਰਮ ਰਾਜਾ ਵੀ ਸਿੰਘਾਸਨ ਛੱਡ ਕੇ ਖਲੋ ਜਾਂਦਾ ਜੇ ਚਲੇ ਜਾਣ। ਜਨਕ ਰਾਜਾ ਜੀ ਗਏ ਸੀ ਤੇ ਧਰਮ ਰਾਜਾ ਹੱਥ ਜੋੜ ਕੇ ਖਲੋ ਗਿਆ ਸੀ ਕਿ ਮਹਾਰਾਜ ਤੁਸੀਂ ਕਿਉਂ ਆਏ ਆ ਇੱਧਰ? ਕਹਿੰਦੇ ਮਰਜ਼ੀ ਹੈ ਸਾਡੀ, ਵੇਖਣ ਆ ਗਏ ਆ। ਕਹਿੰਦੇ ਮਹਾਰਾਜ ਜੀ ਆਇਆਂ ਨੂੰ ਅਸੀਂ ਤਾਂ, ਮੈਂ ਤਾਂ ਇਹ ਪੁੱਛਿਆ ਸੀਗਾ ਕਿ ਭਈ ਇੱਥੇ ਤਾਂ ਪਾਪੀ ਲੋਕ ਆਉਂਦੇ ਆ, ਧੰਨ ਭਾਗ ਮਹਾਰਾਜ ਮੈਂ ਤਾਂ ਪੁੰਨੀਆਂ ਦੇ ਜਾਂ ਪਾਪੀਆਂ ਦੇ ਦਰਸ਼ਨ ਕਰਦਾ, ਰੱਬ ਦੇ ਪਿਆਰੇ ਦਾ ਦਰਸ਼ਨ ਨਹੀਂ ਮੈਨੂੰ ਹੁੰਦਾ। ਧੰਨ ਹੀ ਹੈ ਮਹਾਰਾਜ ਜੋ ਤੁਸੀਂ ਮੈਨੂੰ ਦਰਸ਼ਨ ਦਿੱਤਾ ਹੈ। ਤੁਹਾਡਾ ਦਰਸ਼ਨ ਵੇਖ ਕੇ ਮਹਾਰਾਜ ਏਡਾ ਉਜਲਾ ਮੁਖ, ਇੰਨਾ ਪ੍ਰਤਾਪ ਵਾਲਾ ਮੁਖ, ਉਹਨਾਂ ਦੇ ਮੁਖ ਉਜਲੇ ਹੁੰਦੇ ਆ, ਪ੍ਰਕਾਸ਼ਮਈ ਹੁੰਦੇ ਆ, ਕਿਉਂਕਿ ਸਾਧ ਸੰਗਤ ਜੀ ਨਾ ਉਹਨਾਂ ਕੋਲ ਪੁੰਨ ਵੈ ਨਾਲ ਪਾਪ ਵੈ। ਪੁੰਨ ਕਰਮ ਤਾਂ ਇਦੋਂ ਨਹੀਂ ਨਾ ਕਿ ਉਹਨਾਂ ਨੂੰ ਸੰਕਲਪ ਨਹੀਂ ਹੈ, ਇੱਛਾ ਨਹੀਂ ਹੈ, ਉਦਾਂ ਤਾਂ ਪੁੰਨ ਕਰਮ ਇੰਨੇ ਜ਼ਿਆਦੇ ਹੈ। ਸਭ ਤੋਂ ਵੱਡਾ ਪੁੰਨ ਤਾਂ ਸਾਧ ਸੰਗਤ ਜੀ ਪਰਮੇਸ਼ਰ ਦੀ ਬੰਦਗੀ ਦਾ ਹੀ ਹੈ। ਬਾਕੀ ਉਹ ਇੰਨੇ ਪੁੰਨ ਕਰਦੇ ਆ ਕਿ ਉਹਨਾਂ ਦੇ ਬਰਾਬਰ ਤਾਂ ਹੋਰ ਕੋਈ ਪੁੰਨ ਹੋ ਨਹੀਂ ਸਕਦੇ, ਪਰ ਉਹਨਾਂ ਨੂੰ ਇੱਛਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮੁਖ ਉਜਲੇ ਹੁੰਦੇ ਆ ਜਿਨ੍ਹਾਂ ਨਾਮ ਦੀ ਘਾਲ ਕਮਾਈ ਕੀਤੀ ਆ। ਹੋਰ ਕੀਤੀ ਛੁੱਟੀ ਨਾਲ, ਆਪ ਤਾਂ ਉਹਨਾਂ ਨੂੰ ਮਹਾਰਾਜ ਕਹਿੰਦੇ ਧਰਮ ਰਾਜੇ ਨੇ ਉਹ ਵਾਚਣਾ ਕੀ ਹੈ, ਬੰਨਣਾ ਕੀ ਹੈ, ਜਿਹੜੇ ਉਹਨਾਂ ਦੀ ਸੰਗਤ ਕਰਨ ਵਾਲੇ ਹੋਰ ਹਨ ਨਾ ਉਹ ਵੀ ਨਾਲ ਹੀ ਛੁੱਟ ਜਾਂਦੇ। ਕਹਿੰਦੇ ਭਾਈ ਤੂੰ ਤਾਂ ਰੱਬ ਦੇ ਪਿਆਰੇ ਦੀ ਸੰਗਤ ਚ ਰਿਹਾ, ਮੈਂ ਤੈਨੂੰ ਕੀ ਕਹਿ ਸਕਦਾ ਹਾਂ। ਉਹ ਧਰਮ ਰਾਜਾ ਜਿਹੜਾ ਉਹਨੂੰ ਵੀ ਹੋਰ ਕਿੰਨਿਆਂ ਨੂੰ ਨਾਲ ਹੀ ਛੱਡ ਦਿੰਦਾ ਕਿ ਬਈ ਇਹਨ ਸੰਗਤ ਕੀਤੀ ਹੈ। ਹੋਰ ਕਿੰਨੀ ਕੁ ਸ੍ਰਿਸ਼ਟੀ ਮਹਾਰਾਜ ਕਹਿੰਦੇ ਭਾਈ ਨਾਲ ਹੀ ਜਿਹੜੀ ਹੈ ਨਾ ਉਹ ਛੁੱਟ ਜਾਂਦੀ ਹੈ। ਤੋ ਪੌੜੀ ਦੇ ਅਰਥ ਆਪਾਂ ਸੰਪੂਰਨ ਕਰ ਲਈਏ, ਫਿਰ ਸ਼ਬਦ ਸੰਪੂਰਨ ਹੋਵੇਗਾ ਤੋ 5 ਮਿੰਟ ਹੋਰ ਲੱਗਣਗੇ। ਪੌੜੀ ਦੁਆਰਾ ਹਜੂਰ ਫਰਮਾਉਂਦੇ ਹਨ, ਸੱਚਾ ਭੋਜਨ ਭਾਵ। ਮਹਾਰਾਜ ਕਹਿੰਦੇ ਭਾਈ ਸੱਚਾ ਭੋਜਨ ਹੈ ਨਾ ਜਿਹੜਾ ਛਕਣ ਵਾਲਾ, ਉਹ ਤਾਂ ਪ੍ਰੇਮ ਦਾ ਹੈ। ਪ੍ਰੇਮ ਦਾ ਭੋਜਨ ਮਹਾਰਾਜ ਕਹਿੰਦੇ ਭਾਈ ਸੱਚਾ ਏ। ਸਤਿਗੁਰ ਦੱਸਿਆ, ਇਹ ਮਹਾਰਾਜ ਕਿੱਥੋਂ ਪਤਾ ਲੱਗਦਾ ਹੈ? ਹਜੂਰ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਸਤਿਗੁਰੂ ਜੀ ਦੱਸਦੇ ਆ, ਗੁਰੂ ਸਾਹਿਬ ਹੀ ਦੱਸ ਸਕਦੇ ਆ। ਇਹ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਦੱਸਿਆ, ਤੇ ਗੁਰੂ ਸਾਹਿਬ ਜੀ ਕਿੰਨਾ ਪਿਆਰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਕਰਦੇ। ਮਹਾਰਾਜ ਕਹਿੰਦੇ ਭਾਈ ਸੱਚਾ ਭੋਜਨ ਜਿਹੜਾ ਹੈ ਨਾ ਪ੍ਰੇਮ ਦਾ, ਜਿਹਦੇ ਨਾਲ ਤ੍ਰਿਪਤੀ ਹੋ ਜਾਂਦੀ ਹੈ, ਵਾਹਿਗੁਰੂ ਨਾਲ ਪਿਆਰ ਕਰੋ। ਮਹਾਰਾਜ ਕਹਿੰਦੇ ਭਾਈ ਇਹ ਸਾਨੂੰ ਸਤਿਗੁਰਾਂ ਜੀ ਨੇ ਦੱਸਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਦੱਸਿਆ, ਗੁਰੂ ਸਾਹਿਬ ਨੇ ਦੱਸਿਆ, ਉਹਨਾਂ ਨੂੰ ਭਾਈ ਇਹ ਪ੍ਰਾਪਤ ਹੁੰਦਾ ਹੈ। ਸੱਚੇ ਹੀ ਪਤਿਆਇ, ਫਿਰ ਸੱਚੇ ਨਾਮ ਦੇ ਅੰਦਰ ਹੀ ਉਹਨਾਂ ਦਾ ਮਨ ਪਤੀਜਦਾ ਹੈ। ਸੱਚ ਵਿਗਸਿਆ, ਸੱਚ ਨਾਲ ਹੀ ਖੇੜਾ ਆਉਂਦਾ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ ਉਹਨਾਂ ਨੂੰ ਖੇੜਾ ਆਉਂਦਾ। ਨਾਮ ਨਾਲ ਹੀ ਲਾਲੀਆਂ ਚੜ੍ਹਦੀਆਂ, ਸੰਗਤ ਕਰਦਿਆਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ ਐਨ ਚਿਹਰਾ ਉਹਨਾਂ ਦਾ ਹਰਿਆ ਭਰਿਆ ਹੋ ਜਾਂਦਾ ਹੈ। ਬਹੁਤ ਮਨ ਦੇ ਅੰਦਰ ਵਿਗਾਸ ਆਉਂਦਾ, ਖੇੜਾ ਆਉਂਦਾ ਹੈ। ਉਹ ਕਿਸੇ ਚੀਜ਼ ਦੇ ਖਾਣ ਨਾਲ ਨਹੀਂ, ਪਹਿਰਨ ਨਾਲ ਨਹੀਂ ਆਉਂਦਾ, ਇਹੋ ਜਿਹਾ ਉਹਨਾਂ ਨੂੰ ਵਿਗਾਸ ਆਉਂਦਾ ਹੈ। ਮਹਾਰਾਜ ਕਹਿੰਦੇ ਭਾਈ ਮਨ ਉਹਨਾਂ ਦਾ ਸੱਚੇ ਨਾਮ 'ਚ ਹੀ ਪਤੀਜਦਾ ਹੈ। ਸੱਚਾ ਕੋਟ ਗਿਰਾਂ, ਇਹ ਜਿਹੜਾ ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਸਰੀਰ ਹੈ ਨਾ, ਇਹ ਸੱਚੇ ਦਾ ਕੋਟ ਕਿਲਾ ਹੈ।
ਤੇ ਮਹਾਰਾਜ ਕਹਿੰਦੇ ਭਾਈ ਅੰਤਸ਼ਕਰਨ ਜਿਹੜਾ ਹੈ ਇਹ ਗ੍ਰਾਂ ਹੈ, ਪਿੰਡ ਹੈ। ਨਿਜ ਘਰ ਵਸਿਆ ਜਿਹੜਾ ਨਿਜ ਘਰ ਕਿਹੜਾ ਹੈ ਮਹਾਰਾਜ ਕਹਿੰਦੇ ਭਾਈ ਜਿੱਥੇ ਚੇਤਨ ਦਾ ਵਾਸ ਹੈ ਦਸਮ ਦਵਾਰ ਦੇ ਅੰਦਰ, ਉੱਥੇ ਉਹ ਆਪ ਵਸਿਆ ਹੈ। ਇਸੇ ਪ੍ਰਕਾਰ ਹੀ ਸੱਚੈ ਕੋਟ ਗਿਰਾਏ ਸਾਧ ਸੰਗਤ ਜੀ ਸੱਚ ਦੀ ਪ੍ਰਾਪਤੀ ਵਾਸਤੇ ਜਿਨ੍ਹਾਂ ਨੇ ਸੰਗਤ ਰੂਪੀ ਕੋਟ ਕਿਲੇ ਦਾ ਆਸਰਾ ਲੈਣਾ ਕੀਤਾ ਹੈ, ਉਹਨਾਂ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਸੁਭ ਗੁਣਾਂ ਦਾ ਗ੍ਰਾਂ ਨਗਰ ਵਸ ਜਾਂਦਾ ਹੈ। ਨਗਰ ਨੂੰ ਗ੍ਰਾਮ ਹੀ ਕਹਿੰਦੇ ਕਿਸੇ ਦੇਸ਼ ਦੀ ਬੋਲੀ ਦੇ ਅੰਦਰ। ਤੇ ਸਾਧ ਸੰਗਤ ਜੀ ਇਹ ਮਹਾਰਾਜ ਗ੍ਰਾਂ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਲਹਿੰਦੇ ਦੇਸ਼ ਵਿੱਚ ਗ੍ਰਾਂ ਹੀ ਕਹਿੰਦੇ ਆ, ਤੋ ਜਿਹੜਾ ਲਹਿੰਦਾ ਪੰਜਾਬ ਹੈ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਜਿਨ੍ਹਾਂ ਨੇ ਸਤ ਸੰਗਤ ਰੂਪੀ ਇਹ ਸਾਧ ਸੰਗਤ ਜੀ ਕਿਲਾ ਹੈ ਸਤ ਸੰਗਤ, ਜਿੱਥੇ ਫਿਰ ਕੋਈ ਔਗਣਾਂ ਦਾ ਪਾਪਾਂ ਦਾ ਜਿਹੜਾ ਹੈ ਉਹ ਜ਼ੋਰ ਨਹੀਂ ਚੱਲਦਾ ਹੈ। ਜਿਵੇਂ ਪੰਡਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੀ ਨਾ, ਮਹਾਰਾਜ ਕਿਹਾ ਕਿ ਇਹ ਕਾਮ ਦੀ ਗਮਤਾ ਕਿੰਨੀ ਕੁ, ਉਹਨਾਂ ਪੁੱਛਿਆ ਸੀ, ਕਹਿੰਦੇ ਮਹਾਰਾਜ ਕਹਿੰਦੇ ਚਿਤ ਹਰਣੰ ਤ੍ਰੈ ਲੋਕ ਗਮਯੰ, ਇਹ ਮਹਾਰਾਜ ਕਹਿੰਦੇ ਚੇਤੀ ਚੁਰਾ ਲੈਂਦਾ ਤੇ ਤਿੰਨਾਂ ਲੋਕਾਂ ਤੱਕ ਇਹਦੀ ਗਮਤਾ ਹੈ। ਪਸ ਪੰਖੀ ਵਿਮੋਹਨ ਹੈ, ਮਹਾਰਾਜ ਕਹਿੰਦੇ ਜੋ ਪਸ਼ੂ ਪੰਖੀ ਦੇਵਤੇ ਦੈਂਤ ਜੀਵ ਸਭ ਇਹਨੇ ਵਿਨ ਸਿੱਟੇ। ਤੋ ਡਰ ਗਏ ਵਿਚਾਰੇ, ਕਹਿਣ ਲੱਗੇ ਮਹਾਰਾਜ ਫਿਰ ਇਹਦਾ ਕੋਈ ਉਪਾਅ ਦੱਸੋ, ਇਹਦਾ ਡਰ ਕਿੱਥੇ ਨਾਸ ਹੁੰਦਾ? ਮਹਾਰਾਜ ਕਹਿੰਦੇ ਤਬ ਭੈ ਬਮੁੰਚਤ ਸਾਧ ਸੰਗਤ, ਹੇ ਕਾਮ ਤੇਰਾ ਡਰ ਨਾਸ਼ ਹੁੰਦਾ ਤੇ ਸਾਧੂਆਂ ਦੀ ਸੰਗਤ ਵਿੱਚ ਨਾਸ਼ ਹੁੰਦਾ ਹੈ। ਇਸ ਕਰਕੇ ਮਹਾਰਾਜ ਨੇ ਸੰਗਤ ਨੂੰ ਕੋਟ ਕਿਹਾ, ਕਿਲਾ ਕਿਹਾ ਹੈ। ਇਹ ਕਾਮ ਵੀ ਇੱਥੇ ਜ਼ੋਰ ਨਹੀਂ ਪਾ ਸਕਦਾ, ਮਹਾਰਾਜ ਦੀ ਸੰਗਤ ਦਾ ਇਹੋ ਜਿਹਾ ਕਿਲਾ ਹੈ। ਜਿਹੜੇ ਸੰਗਤ ਦੇ ਕਿਲੇ ਦਾ ਆਸਰਾ ਲੈਂਦੇ ਨੇ ਸੱਚ ਦੀ ਪ੍ਰਾਪਤੀ ਵਾਸਤੇ, ਉੱਥੇ ਫਿਰ ਸੁਭ ਗੁਣਾਂ ਦਾ ਗ੍ਰਾਂ ਨਗਰ ਵਸ ਜਾਂਦਾ ਏ। ਨਿਜ ਘਰ ਵਸਿਆ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਨਾ ਜਿਹੜਾ ਹੈ ਉਹਨਾਂ ਦਾ ਮਨ ਜਿਹੜਾ ਨਿਜ ਘਰ ਵਸਿਆ ਸਰੂਪ ਰੂਪੀ ਘਰ ਵਿੱਚ ਜਾ ਕਰਕੇ ਵਸ ਜਾਂਦਾ ਹੈ। ਉਹਨਾਂ ਨੂੰ ਫਿਰ ਸਾਖਿਆਤਤਾ ਹੋ ਜਾਂਦੀ ਆ। ਸਤਿਗੁਰ ਤੁਠੈ ਨਾਮ ਸਤਿਗੁਰੂ ਜੀ ਜਦੋਂ ਤੁਰਠਦੇ ਐ ਉਦੋਂ ਨਾਮ ਦੀ ਕਣੀ ਮਿਲਦੀ ਐ, ਐਵੇਂ ਨਾਮ ਲੱਭਦਾ ਨਹੀਂ ਹੈ ਕਿੰਨੇ ਵੀ ਕੋਈ ਯਤਨ ਕਰ ਲੇ। ਸਤਿਗੁਰੂ ਜੀ ਜਦੋਂ ਤੁਰਠਦੇ ਐ ਮਿਹਰ ਦੇ ਘਰ ਵਿੱਚ ਆਉਂਦੇ ਐ, ਫਿਰ ਨਾਮ ਦੀ ਦਾਤ ਸਿੱਖ ਪਾਉਂਦਾ ਏ। ਪ੍ਰੇਮ ਰਹੱਸਿਆ ਫਿਰ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਰਹੱਸਿਆ ਖਿੜ ਜਾਂਦਾ ਹੈ। ਇਹੋ ਜਿਹਾ ਪ੍ਰੇਮ ਨਾਲ ਖੇੜਾ ਆਉਂਦਾ ਹੈ, ਭਾਵੇਂ ਰੋਟੀ ਨਾ ਵੀ ਮਿਲੇ ਫਿਰ ਕੁਛ ਵੀ ਨਾ ਮਿਲੇ ਤਾਂ ਵੀ ਖਿੜਿਆ ਹੀ ਚਿੱਤ ਰਹਿੰਦਾ ਹੈ। ਪ੍ਰੇਮ ਦੀ ਖੇਡ ਇਹੋ ਜੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਪ੍ਰੇਮ ਰਹੱਸਿਆ, ਪ੍ਰੇਮ ਦੇ ਨਾਲ ਰਹੱਸ ਭੇਦ ਵੀ ਹੁੰਦਾ ਹੈ, ਉਹਨਾਂ ਨੂੰ ਸਾਰਾ ਹੀ ਭੇਦ ਖੁੱਲ ਜਾਂਦਾ ਹੈ। ਆ ਸਾਰੀ ਕਾਇਨਾਤ ਹੱਥ ਦੇ ਹਥੇਲੀ ਦੇ ਉੱਤੇ ਧਰੇ ਹੋਏ ਔਲੇ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ। ਸਾਰਾ ਹੀ ਭੇਦ ਉਹਨਾਂ ਨੂੰ ਖੁੱਲ ਜਾਂਦਾ ਹੈ, ਇਉਂ ਕੋਈ ਭੇਦ ਛੁਪਿਆ ਨਹੀਂ ਉਹਨਾਂ ਕੋਲੋਂ ਰਹਿੰਦਾ। ਸੱਚੇ ਦਾ ਦੀਵਾਨ ਸੱਚੇ ਦਾ ਜਿਹੜਾ ਦੀਵਾਨ ਹੈ ਕਚਹਿਰੀ ਹੈ ਜਿਹੜੀ ਨਿਰੰਕਾਰ ਦੀ, ਕੂੜ ਨਾ ਜਾਈਐ ਉੱਥੇ ਮਹਾਰਾਜ ਕਹਿੰਦੇ ਭਾਈ ਝੂਠ ਨਾਲ ਥੋੜਾ ਜਾਈਦਾ ਹੈ। ਸੱਚੇ ਦਾ ਦੀਵਾਨ ਜਿਹੜਾ ਸੱਚੇ ਦਾ ਦੀਵਾਨ ਦਰਬਾਰ ਵੈ, ਉੱਥੇ ਹਜੂਰ ਗੁਰੂ ਨਾਨਕ ਸਾਹਿਬ ਕਹਿੰਦੇ ਕੂੜ ਨਾ ਜਾਈਐ, ਉੱਥੇ ਕੂੜ ਨਾਲ ਨਹੀਂ ਜਾਈਦਾ, ਝੂਠ ਨਾਲ ਨਹੀਂ ਜਾਈਦਾ ਹੈ। ਝੂਠ ਤਾਂ ਫਿਰ ਨਰਕਾਂ 'ਚ ਸਿੱਟਦਾ ਹੈ, ਝੂਠ ਤਾਂ ਧਰਮ ਰਾਜੇ ਦੀ ਕਚਹਿਰੀ 'ਚ ਦੰਡ ਦਿਵਾਉਂਦਾ ਹੈ। ਮਹਾਰਾਜ ਕਹਿੰਦੇ ਭਾਈ ਸੱਚੇ ਦੇ ਸੱਚਖੰਡ ਦਰਬਾਰ ਦੇ ਅੰਦਰ ਕੂੜ ਝੂਠ ਨਾਲ ਨਹੀਂ ਸਿੱਖੋ ਜਾਈਦਾ। ਝੂਠੋ ਝੂਠ ਵਖਾਣ ਉਹ ਜਿਹੜੇ ਮਹਾਰਾਜ ਕਹਿੰਦੇ ਝੂਠੋ ਝੂਠ ਹੀ ਬੋਲਦੇ ਰਹਿੰਦੇ ਐ, ਬੋਲਣ ਤੋਂ ਰਹਿ ਨਹੀਂ ਸਕਦੇ ਹੁੰਦੇ। ਆਪਣੀ ਵਡਿਆਈ ਜੇ ਕੋਈ ਨਾ ਕਰੇ ਤੇ ਆਪੇ ਹੀ ਕਰਨ ਲੱਗ ਜਾਂਦੇ ਐ ਕਿ ਚੱਲ ਮੇਰੀ ਤੂੰ ਨਹੀਂ ਕੀਤੀ ਤਾਂ ਆਪ ਹੀ ਕਰ ਲਈਏ। ਮਹਾਰਾਜ ਕਹਿੰਦੇ ਝੂਠ ਹੀ ਝੂਠ ਬੋਲਦੇ ਐ, ਕਦੇ ਸੱਚ ਵਾਕ ਹੀ ਮੂੰਹ ਤੋਂ ਭਾਈ ਨਹੀਂ ਬੋਲਦੇ। ਜਿਹਨੂੰ ਆਦਤ ਪੈ ਜਾਂਦੀ ਐ, ਜਿਹਨੂੰ ਗੱਪ ਮਾਰਨ ਦੀ ਆਦਤ ਪਈ ਹੋਵੇ ਨਾ, ਉਹ ਸਾਧ ਸੰਗਤ ਜੀ ਰਿਹਾ ਹੀ ਨਹੀਂ ਜਾਂਦਾ ਉਹਦੇ ਕੋਲੋਂ। ਇਉਂ ਮਹਾਰਾਜ ਕਹਿੰਦੇ ਭਾਈ ਝੂਠ ਬੋਲਣ ਦੇ ਵਿੱਚ ਹੀ ਉਹਨਾਂ ਨੂੰ ਨਾ ਮਜ਼ਾ ਆਉਂਦਾ ਹੈ, ਝੂਠ ਹੀ ਝੂਠ ਬੋਲਦੇ ਰਹਿੰਦੇ ਆ। ਸੋ ਮਹਿਲ ਖੁਆਈ ਐ ਦੱਸੋ ਮਹਾਰਾਜ ਕਹਿੰਦੇ ਮਹਿਲ ਕਿਵੇਂ ਪ੍ਰਾਪਤ ਹੋਵੇ? ਵਾਹਿਗੁਰੂ ਜੀ ਦਾ ਸਰੂਪ ਰੂਪੀ ਮਹਿਲ ਤੋਂ ਖਵਾਈਏ। ਮਹਾਰਾਜ ਕਹਿੰਦੇ ਭਾਈ ਖੁੰਝ ਜਾਂਦੇ ਆ, ਵਿਛੜ ਜਾਂਦੇ ਆ, ਭਰਮ ਜਾਂਦੇ ਆ, ਫਿਰ ਉਹਨਾਂ ਨੂੰ ਮਹਿਲ ਨਹੀਂ ਮਹਾਰਾਜ ਕਹਿੰਦੇ ਭਾਈ ਸਰੂਪ ਰੂਪੀ ਪ੍ਰਾਪਤ ਹੋ ਸਕਦਾ। ਨਾਮ ਦਾ ਸੁੱਖ ਕਿੱਥੋਂ ਪ੍ਰਾਪਤ ਹੋਣਾ ਜਦੋਂ ਗੱਪ ਮਾਰਨ 'ਚ ਹੀ ਖਿਆਲ ਰਹਿੰਦਾ ਹੈ, ਝੂਠ ਦੇ ਬੋਲਣ 'ਚ ਹੀ, ਆਪਣੀ ਵਡਿਆਈ ਦੇ ਕਰਨ 'ਚ ਹੀ ਖਿਆਲ ਰਹਿੰਦਾ, ਉਹਨੂੰ ਨਾਮ ਕੀ ਜਪਣਾ ਏ। ਸੱਚੇ ਸ਼ਬਦ ਨੀਸਾ ਮਹਾਰਾਜ ਕਹਿੰਦੇ ਭਾਈ ਸੱਚਾ ਸ਼ਬਦ ਜਿਹੜਾ ਨਾ ਉਹ ਮਹਾਰਾਜ ਕਹਿੰਦੇ ਭਾਈ ਪਹਿਚਾਣ ਪੱਤਰ ਵੈ।
ਸੱਚਾ ਸ਼ਬਦ ਜਿਹੜਾ ਅਡੰਟੀ ਹੈ। ਸੱਚਾ ਸ਼ਬਦ ਜਿਹੜਾ ਮਹਾਰਾਜ ਕਹਿੰਦੇ ਨਿਸ਼ਾਨ ਭਾਈ ਲੇਖ ਵੈ ਮਸਤਕ ਦੇ ਉੱਤੇ ਠਾਕ ਨਾ ਪਾਈਐ। ਤੇ ਜਿਹਦੇ ਫਿਰ ਸੱਚੇ ਸ਼ਬਦ ਦਾ ਨਿਸ਼ਾਨ ਲੇਖ ਹੋਵੇ ਮਸਤਕ ਦੇ ਉੱਤੇ, ਨਿਸ਼ਾਨ ਚਿੰਨ ਹੋਵੇ, ਉਹਨੂੰ ਫਿਰ ਠਾਕ ਕੌਣ ਪਾ ਸਕਦਾ ਹੈ? ਉਹਨੂੰ ਕੌਣ ਰੋਕ ਸਕਦਾ ਹੈ? ਜਿਵੇਂ ਉਹ ਕਿਸੇ ਦੀ ਕਚਹਿਰੀ 'ਚ ਜਾਣਾ ਹੋਵੇ ਤੋ ਜਿਹੜੇ ਲੱਗੇ ਦਰਵਾਨਚੀ ਖਲੋਤੇ ਹੁੰਦੇ ਉਹ ਬਰਛਾ ਅੱਗੇ ਕਰਦੇ, ਕਿੱਧਰ ਚੱਲਿਆ ਤੇ ਹੈ ਤੇਰੇ ਕੋਲ ਕੋਈ ਗਰੰਟੀ ਅੰਦਰ ਜਾਣ ਦੀ? ਉਹ ਕਹਿੰਦੇ ਨਾ ਮੈਨੂੰ ਤਾਂ ਨਹੀਂ ਕੋਈ ਵੀ। ਕਹਿੰਦੇ ਚੱਲ ਬਾਹਰ, ਫਿਰ ਤੂੰ ਕਿੱਥੇ ਚੱਲਦਾ ਅੰਦਰ ਵੜਦਾ ਫਿਰਦਾ? ਅੰਦਰ ਹੀ ਨਹੀਂ ਜਾਣ ਦਿੰਦੇ। ਇਹ ਨਾ ਪਰਮੇਸ਼ਰ ਦੇ ਸਾਧ ਸੰਗਤ ਜੀ ਜਿਹੜਾ ਹੈ ਸਰੂਪ ਦੇ ਸਾਖਿਆਤਾ ਤੱਕ ਨਾ ਬੜੇ ਜ਼ਿਆਦੇ ਦਰਵਾਨਚੀ ਅੱਗੇ ਖਲੋਤੇ ਹੋਏ ਆ ਕਾਮ ਕ੍ਰੋਧ ਦੀ ਠਾਕ ਪਾਉਂਦੇ ਆ। ਇਹ ਰੋਕ ਇੰਨੀ ਜ਼ਿਆਦੀ ਪਾਉਂਦੇ ਆ ਜੀਵ ਜਿਹੜੇ ਉਹ ਇਹਨਾਂ ਦੇ ਉਲਝਾਏ ਹੋਏ, ਕਹਿੰਦੇ ਛੱਡੋ ਪਰਾਂ, ਨਾਮ 'ਚ ਕਿਹਦੀ ਸੁਰਤ ਲੱਗਦੀ ਹੈ, ਚਲੋ ਜਾ ਕੇ ਗੁੱਗੇ ਦੀ ਪੂਜਾ ਕਰ ਲਓ, ਸੌਖਾ ਕੰਮ ਹੈ। ਤੇ ਫਿਰ ਸਾਧ ਸੰਗਤ ਜੀ ਉਹਨਾਂ ਰਾਹਾਂ ਤੇ ਤੁਰ ਪੈਂਦੇ ਆ, ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼ ਨੂੰ ਨਹੀਂ ਕਮਾਉਂਦੇ ਹੈ। ਤੇ ਮਹਾਰਾਜ ਕਹਿੰਦੇ ਭਾਈ ਜਦੋਂ ਮਸਤਕ ਤੇ ਲੇਖ ਹੀ ਗੁੱਗੇ ਦੀ ਪੂਜਾ ਦਾ ਹੈ ਤੇ ਫਿਰ ਹੋਰ ਕਰਮਾਂ ਕਾਂਡਾਂ ਦਾ ਤੇ ਸਭ ਨੂੰ ਠਾਕ ਪੈਂਦੀ ਹੈ। ਫਿਰ ਰੋਕ ਲੈਂਦੇ ਆ ਵੀ ਚੱਲ ਇੱਧਰ ਤੇਰਾ ਰਾਹ ਤਾਂ ਇੱਧਰ ਹੈ, ਆ ਤੈਨੂੰ ਇੱਧਰ ਜਰਾ ਪਤਾ ਲੱਗੇ। ਉਹ ਫਿਰ ਉਧਰ ਨੂੰ ਲੈ ਕੇ ਕੁਟਾਪਾ ਚੜ੍ਹਦਾ ਹੈ, ਜਮਾਂ ਦੇ ਰਾਹ ਪਾਉਂਦੇ ਆ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮਸਤਕ ਦੇ ਉੱਤੇ ਸੱਚੇ ਨਾਮ ਦਾ ਲੇਖ ਹੈ ਉਹਨਾਂ ਦੇ ਮਸਤਕ ਨੂੰ ਵੇਖ ਕੇ ਪਰਾਂ ਹਟ ਜਾਂਦੇ ਆ। ਉਹਨਾਂ ਦੇ ਅੱਗੇ ਦਰਵਾਨਚੀ ਹੌਸਲਾ ਹੀ ਨਹੀਂ ਕਰਦੇ ਖਲੋਣ ਦਾ। ਠਾਕ ਨਾ ਪਾਈ ਹੈ, ਉਹਨਾਂ ਨੂੰ ਠਾਕ ਨਹੀਂ ਪੈਂਦੀ, ਰੋਕ ਨਹੀਂ ਪੈਂਦੀ, ਸਿੱਧੇ ਪਰਮੇਸ਼ਰ ਦੇ ਘਰ ਤੱਕ ਜਾਂਦੇ ਆ। ਜਿਨ੍ਹਾਂ ਕੋਲ ਪਛਾਣ ਪੱਤਰ ਹੁੰਦਾ ਹੈ ਨਾ ਤੇ ਉਹ ਸਾਧ ਸੰਗਤ ਜੀ ਉਹ ਜਿਵੇਂ ਆ ਸਰਕਾਰੀ ਜਿਹੜੀਆਂ ਆਇਡੈਂਟੀਆਂ ਹੁੰਦੀਆਂ ਏਅਰਪੋਰਟਾਂ ਤੇ ਜਾਣ ਦੀਆਂ ਜਾਂ ਇਹੋ ਜੀਆਂ ਜਿਹੜੀ ਸੰਗੀਨ ਥਾਵਾਂ ਹੁੰਦੀਆਂ ਜਿੱਥੇ ਕੋਈ ਆਮ ਨਹੀਂ ਜਾ ਸਕਦਾ, ਸਿਕਿਉਰਿਟੀ ਵਾਲੀਆਂ ਥਾਵਾਂ ਹੁੰਦੀਆਂ, ਉੱਥੇ ਜਿਨ੍ਹਾਂ ਕੋਲ ਆਇਡੈਂਟੀ ਹੁੰਦੀ ਹੈ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹ ਤਾਂ ਸਲੂਟਾਂ ਵੱਜਦੀਆਂ ਸਿੱਧਾ ਹੀ ਲੰਘ ਜਾਂਦੇ ਅੰਦਰ। ਤੇ ਆਮ ਸਧਾਰਨ ਬੰਦਾ ਤਾਂ ਲਾਗੇ ਨਹੀਂ ਫੜਕਣ ਦਿੰਦੇ, ਅੰਦਰ ਤਾਂ ਜਾਣਾ ਕੀ ਹੈ। ਇਸੇ ਤਰ੍ਹਾਂ ਹੀ ਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਕੋਲ ਸੱਚੇ ਨਾਮ ਦਾ ਪਛਾਣ ਪੱਤਰ ਹੈ ਨਾ, ਮਸਤਕ ਤੇ ਲੇਖ ਹੈ, ਉਹਨਾਂ ਨੂੰ ਠਾਕ ਨਹੀਂ ਪੈਂਦੀ, ਨਾ ਕਾਮ ਕ੍ਰੋਧ ਦੀ ਠਾਕ ਪੈਂਦੀ ਹੈ, ਨਾ ਆਸਾ ਤ੍ਰਿਸ਼ਨਾ ਦੀ ਠਾਕ ਪੈਂਦੀ ਹੈ। ਉਹ ਤਾਂ ਸਿੱਧੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸੱਚਖੰਡ ਦਰਬਾਰ 'ਚ ਜਾਂਦੇ ਆ। ਸੱਚ ਸੁਣ ਬੁੱਝ ਵਖਾਣ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਸੱਚੇ ਨਾਮ ਨੂੰ ਸੁਣਿਆ ਹੈ ਤੇ ਫਿਰ ਬੁੱਝਿਆ ਹੈ ਕਿ ਸੱਚੇ ਨਾਮ ਤੋਂ ਬਿਨਾਂ ਕੁਝ ਨਹੀਂ, ਸਤਿਗੁਰਾਂ ਜੀ ਦੁਆਰਾ ਬੁੱਝ ਲਿਆ ਹੈ ਤੇ ਮੁਖ ਤੋਂ ਫਿਰ ਵਖਿਆਣ ਕੀਤਾ ਹੈ। ਜਿਨੇ ਬੁੱਝ ਕੇ ਵਖਿਆਣ ਕੀਤਾ ਨਾ ਉਹਦੇ ਮੁਖ ਦੀ ਬਾਣੀ ਇਉਂ ਵੱਜਦੀ ਹੈ ਸਰੋਤੇ ਤੇ ਜਿਵੇਂ ਸਾਧ ਸੰਗਤ ਜੀ ਛਾਤੀ ਵਿੱਚ ਤੀਰ ਵੱਜਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹਨੂੰ ਸੱਚੇ ਨਾਮ ਨੂੰ ਹੀ ਸੁਣਿਆ ਹੈ, ਸੱਚੇ ਨਾਮ ਨੂੰ ਹੀ ਗੁਰੂ ਜੀ ਦੁਆਰਾ ਬੁੱਝ ਲਿਆ ਹੈ ਤੇ ਮਹਾਰਾਜ ਕਹਿੰਦੇ ਭਾਈ ਫਿਰ ਵਖਿਆਣ ਕੀਤਾ ਆਪਣੇ ਮੁਖ ਤੋਂ ਸੱਚੇ ਨਾਮ ਦੀ ਮਹਿਮਾ ਦਾ। ਮਹਿਲ ਬੁਲਾਈ ਹੈ ਉਹਨਾਂ ਨੂੰ ਫਿਰ ਨਿਰੰਕਾਰ ਆਪਣੇ ਸਰੂਪ ਰੂਪੀ ਮਹਿਲ ਵਿੱਚ ਆਪ ਹੀ ਬੁਲਾ ਲੈਂਦੇ, ਆਪ ਹੀ ਸਿੱਖਾ ਸਾਡੇ ਵਿੱਚ ਅਭੇਦ ਹੋ ਜਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬਾਹੋਂ ਫੜ ਕੇ ਆਪਦੇ ਕੰਠ ਲਾ ਲੈਂਦੇ, ਸੱਚੇ ਪਾਤਸ਼ਾਹ ਜੀ ਨਿਰੰਕਾਰ ਆਪਣੇ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਲਾ ਲੈਂਦੇ ਆ। ਇਵੇਂ ਸਾਧ ਸੰਗਤ ਜੀ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਇੱਥੇ 18ਵੀਂ ਪੌੜੀ ਜਿਹੜੀ ਹੈ ਸੰਪੂਰਨ ਹੋਈ ਹੈ। ਕੱਲ ਨੂੰ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨਗੇ ਜਿੰਨੀ ਕਥਾ ਲੜੀਵਾਰ ਹੋ ਸਕੀ ਉਹ ਲੜੀਵਾਰ ਵੀ ਸਰਵਣ ਕਰਾਂਗੇ। ਹਜੂਰ ਦਾ ਸ਼ਹੀਦੀ ਪੁਰਬ ਕੱਲ ਨੂੰ ਆਪਾਂ ਸਾਧ ਸੰਗਤ ਜੀ ਬਹੁਤ ਪਿਆਰ ਸ਼ਰਧਾ ਨਾਲ ਮਨਾਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਮਹਾਨ ਪੁਰਬ ਜਦੋਂ ਕਿਤੇ ਜਿਹੜਾ ਇਹ ਸਾਡਾ ਦੇਸ਼ ਵੰਡਿਆ ਨਹੀਂ ਸੀਗਾ ਗਿਆ ਪੰਜਾਬ ਦੇਸ਼, ਉਦੋਂ ਬਹੁਤ ਭਾਰੀ ਜੋੜ ਮੇਲਾ ਹੁੰਦਾ ਸੀਗਾ ਡੇਰਾ ਸਾਹਿਬ। ਹੁਣ ਤਾਂ ਬਹੁਤ ਸਿੱਖ ਘੱਟ ਹੈ। ਲਾਹੌਰ ਦੇ ਸਿੱਖ ਹੀ ਉੱਥੇ ਜਦੋਂ ਕੋਈ ਯਾਤਰਾ ਨੂੰ ਜਾਈਏ ਤੇ ਬੜੇ ਉਹ ਸਾਧ ਸੰਗਤ ਜੀ ਸਦਰ ਨਾਲ ਮਿਲਦੇ ਆ, ਬਹੁਤ ਪਿਆਰ ਨਾਲ ਮਿਲਦੇ ਆ ਤੇ ਜਿਹੜੀ ਉਹਨਾਂ ਦੀ ਬੋਲੀ ਵੀ ਬਹੁਤ ਮਿੱਠੀ ਹੈ। ਸੱਚੇ ਪਾਤਸ਼ਾਹ ਜੀ ਦੇ ਸਥਾਨ ਤੇ ਬੜੇ ਬੜੇ ਵੱਡੇ ਜੋੜ ਮੇਲੇ ਹੁੰਦੇ। ਉਸ ਪਵਿੱਤਰ ਸਥਾਨ ਤੇ ਸਾਧ ਸੰਗਤ ਜੀ ਹੁਣ ਸਿੱਖਾਂ ਦੀ ਗਿਣਤੀ ਓਡੀ ਵੱਡੀ ਨਹੀਂ ਹੈ ਪਰ ਫਿਰ ਵੀ ਜੋੜ ਮੇਲਾ ਲੱਗਦਾ ਹੈ। ਸੱਚੇ ਪਾਤਸ਼ਾਹ ਜੀ ਦੇ ਸਥਾਨ ਤੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਪਹੁੰਚਦੀਆਂ ਹਨ। ਕੱਲ ਨੂੰ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਹੈ। ਐਸਾ ਅਦੁੱਤੀ ਸ਼ਹਾਦਤ ਦਿਹਾੜਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਧ ਸੰਗਤ ਜੀ ਸਿੱਖੀ ਦੇ ਅੰਦਰ ਇਹ ਸ਼ਹਾਦਤ ਦੀ ਪਿਰਤ ਪਾਈ। ਮਹਾਰਾਜ ਨੇ ਜਾਚ ਸਿਖਾਈ ਸਿੱਖਾਂ ਨੂੰ ਕਿ ਸਬਰ ਤੇ ਸੰਤੋਖ ਨੂੰ ਕਮਾਉਂਦਿਆਂ ਹੋਇਆਂ ਕਿਵੇਂ ਆਪਣੇ ਇਸ਼ਟ ਤੋਂ ਪ੍ਰਵਾਨ ਚੜ ਜਾਈਦਾ। ਇਹ ਸੱਚੇ ਪਾਤਸ਼ਾਹ ਨੇ ਆਪ ਦੇ ਸਿੱਖਾਂ ਨੂੰ ਦਾਤ ਦਿੱਤੀ ਹੈ। ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰਨ ਕੱਲ ਨੂੰ ਮਹਾਰਾਜ ਦਾ ਸ਼ਹੀਦੀ ਸਾਕਾ ਸਰਵਣ ਕਰਾਂਗੇ।
ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਸੁਣ ਬੁੱਝ ਬਖਾਣ ਮਹਿਲ ਬੁਲਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸ਼ੀ ਅਗਨਾ